ਆਪੇ ਨੂੰ ਹੱਕ ਪੈਂਦੀ ਆ, ਉਹ ਵੀ ਬੋਲਦਾ ਨਾ। ਟੈਂਕ ਦੇ ਉੱਤੇ ਹੈ ਘਾਟ ਘਟ ਮਾਹੀ। ਇੱਕ ਹਿਰਦੇ ਵਿੱਚ ਬਿਕਟ ਘਾਟ ਹੈ। ਬਿਕਟ ਹੁੰਦਾ ਬਿਕਟ, ਜਿਹੜਾ ਕਟਿਆ ਨਹੀਂ ਜਾ ਸਕਦਾ। ਉਹ ਭਰਮ ਦਾ ਪਰਦਾ, ਉੱਥੇ ਭਰਮ ਦਾ ਪਰਦਾ ਕਟਿਆ ਨਹੀਂ ਜਾ ਸਕਦਾ। ਬਜਰ ਕਪਾਟ ਹੈ, ਬਜਰ ਜਰਾ ਰੋਗ ਨਹੀਂ ਜਿਹਨੂੰ ਹੁੰਦਾ ਨਾ। ਜਿਹਨੂੰ ਜੋ ਚੀਜ਼ ਪੁਰਾਣੀ ਨਹੀਂ ਹੁੰਦੀ ਕੱਟਣੀ ਬਹੁਤ ਔਖੀ ਹੈ। ਜੋ ਪੁਰਾਣੀਆਂ ਨਹੀਂ ਹੁੰਦੀ ਉਹ ਕੱਟਣੀ ਔਖੀ ਹੈ। ਭਰਮ ਵੀ ਪੁਰਾਣਾ ਨਹੀਂ ਹੁੰਦਾ, ਸੱਚ ਵੀ ਪੁਰਾਣਾ ਨਹੀਂ ਹੁੰਦਾ ਨਾ। ਸੱਚ ਕੱਟਿਆ ਜਾ ਸਕਦਾ, ਭਰਮ ਝੂਠ ਨਾਲ ਨਹੀਂ ਕੱਟਿਆ ਜਾ ਸਕਦਾ, ਸੱਚ ਕੱਟ ਦਿੰਦਾ। ਬਸ ਇੰਨਾ ਹੀ ਫਰਕ ਹੈ। ਭਰਮ ਝੂਠੇ ਗਿਆਨ ਨਾਲ ਨਹੀਂ ਕੱਟਿਆ ਜਾਂਦਾ, ਇਸ ਕਰਕੇ ਉਹਨੂੰ ਵਿਕਟ ਕਿਹਾ ਹੋਇਆ। ਝੂਠ ਨਹੀਂ ਭਰਮ, ਝੂਠ ਤੋਂ ਤਾਂ ਭਰਮ ਪੈਦਾ ਹੁੰਦਾ ਹੈ। ਝੂਠ ਦਾ ਤਾਂ ਝੂਠ ਦੀ ਤਾਂ ਰਕਸ਼ਾ ਕਰਦਾ ਭਰਮ। ਜਿੰਨੇ ਬਕਾਰ ਨੇ ਉਗਣੇ ਸਾਰੇ ਭਰਮ ਚ ਪੈਦਾ ਹੁੰਦੇ ਨੇ। ਇਹ ਭਰਮ ਦਾ ਜਿਹੜਾ ਜਾਲ ਹੈ ਇਹਨੂੰ ਸੱਚ ਕੱਟਦਾ। ਇਹ ਵਿਕਟ ਕਿਹਾ ਹੋਇਆ, ਉਹ ਇਕੱਟ ਹੈ। ਇੱਕ ਚੀਜ਼ ਇਕੱਟ ਹੁੰਦੀ ਹੈ, ਇੱਕ ਵਿਕਟ ਹੈ। ਮੁਸ਼ਕਿਲ ਘੱਟ ਹੁੰਦਾ ਹੈ। ਇਹਨਾਂ ਨੇ ਵਿਕਟ ਦੇ ਅਰਥ ਇਕੱਟ ਕਰ ਲਿਆ, ਇਕੱਟ ਨਹੀਂ ਹੁੰਦਾ। ਬਹੁਤ ਮੁਸ਼ਕਿਲ ਨਾਲ ਇਕੱਟ ਹੁੰਦਾ। ਜੋ ਕੱਟਣਾ ਸਭ ਤੋਂ ਔਖਾ ਹੋਵੇ ਵਿਕਟ ਹੁੰਦਾ। ਇਸੇ ਕਰਕੇ ਉਹ ਕਹਿੰਦੇ ਨੇ ਨਾ ਕੱਟੀ ਨਹੀਂ ਕੱਟੀ ਜਾਣ ਵਾਲੀ ਕਲਪਨਾ। ਕਲਪਨਾ ਭਰਮ ਚੋਂ ਪੈਦਾ ਹੁੰਦੀ ਹੈ। ਕਲਪਨਾ ਭਰਮ ਚੋਂ ਪੈਦਾ ਹੁੰਦੀ ਹੈ, ਇਸ ਕਰਕੇ ਨਹੀਂ ਕੱਟ ਹੁੰਦੀ ਇਹਨਾਂ ਤੇ। ਇਹ ਵਿਕਟ ਹੈ, ਉਹ ਨਕਟੀ ਹੈ, ਇਹਦੋਂ ਪੈਦਾ ਹੋਣ ਵਾਲੀ ਚੀਜ਼। ਇਹਨਾਂ ਦੇ ਸੰਬੰਧ ਹੈ, ਲਫ਼ਜ਼ਾਂ ਦਾ ਸੰਬੰਧ ਹੈ। ਜੇ ਲਫ਼ਜ਼ਾਂ ਦਾ ਸੰਬੰਧ ਹੈ ਤਾਂ ਉਹ ਚੀਜ਼ਾਂ ਦਾ ਵੀ ਸੰਬੰਧ ਹੈ ਜਿਨ੍ਹਾਂ ਦੇ ਨਾਂ ਰੱਖੇ ਹੋਏ ਨੇ। ਵਿਕਟ ਘਾਟ ਘਟ ਮਾਹੀ। ਘਾਟ ਹੈ ਭਰਮ ਦੀ ਲਕੀਰ ਅੰਦਰ। ਉਹ ਭਰਮ ਦਾ ਪਰਦਾ ਜਿਹੜਾ ਹੈ ਸਤਿਗੁਰ ਖੋਲਦਾ। ਸੱਚੇ ਗਿਆਨ ਤੇ ਬਿਨਾਂ ਨਹੀਂ ਖੋਲ। ਸਤਿਗੁਰ ਦਾ ਮਤਲਬ ਸੱਚਾ ਗਿਆਨ। ਆਦਮੀ ਨਹੀਂ ਹੈਗਾ ਸਤਿਗੁਰ ਦਾ ਮਤਲਬ, ਬਿਲਕੁਲ ਨਹੀਂ ਸਤਿਗੁਰ ਦਾ। ਫਿਰ ਸਤਿਗੁਰ ਤਾਂ ਕੋਈ ਹੋਰ ਖੋਲੂਗਾ। ਸਤਿਗੁਰ ਤਾਂ ਹੁਣ ਵੀ ਹੈਗਾ, ਸਤਿਗੁਰ ਤਾਂ ਖਾਲੀ ਹੋਈ ਨਹੀਂ ਕੋਈ ਹੈ। ਸਤਿਗੁਰ ਨਹੀਂ ਖੋਲ ਸਕਦਾ ਜਿੰਨਾ ਚਿਰ ਨੂੰ ਹਥਿਆਰ ਨਹੀਂ ਮਿਲਦਾ। ਸਤਿਗੁਰ ਖੋਲ ਸਕਦਾ, ਪਰ ਮਿਸਤਰੀ ਹੈ, ਜਾਣਦਾ, ਪਰ ਉਹਦੇ ਕੋਲ ਹਥਿਆਰ ਨਹੀਂ, ਚਾਬੀਆਂ ਨਹੀਂ ਆਣ। ਕੀ ਕਰੇ? ਸਮਾਨ ਨਹੀਂ ਨਾ ਹੈਗਾ। ਸਤਿਗੁਰ ਕੋਲ ਸੱਚ ਦਾ ਗਿਆਨ ਹੋਊ ਫਿਰ ਕੱਟ ਦੂ। ਸੱਚ ਦੇ ਗਿਆਨ ਬਿਨਾਂ ਨਹੀਂ ਉਹਤੇ ਕੱਟ ਹੁੰਦਾ। ਚਾਹੁੰਦੇ ਨੇ ਕੱਟਣਾ ਲੋਕ, ਸਾਰੀ ਜ਼ਿੰਦਗੀ ਧਾਰਮਿਕ ਬੰਦੇ ਬਣ ਕੇ ਬਹਿ ਕੇ ਗੁਜ਼ਾਰ ਦਿੰਦੇ ਨੇ, ਪਰ ਉਹ ਗਿਆਨ ਨਹੀਂ ਮਿਲਦਾ। ਇਸੇ ਕਰਕੇ ਇਸ ਨਾਮ ਨੂੰ ਟੋਲਦੇ ਨੇ ਸਾਰੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੇ ਦੇਵਤੇ ਇਸ ਨੂੰ ਤਾਂ ਟੋਲਦੇ ਤੇ। ਇਹ ਉਹ ਗਿਆਨ ਖੜਗਾ ਜਿਹੜੀ ਭਰਮ ਨੂੰ ਕੱਟ ਦਿੰਦੀ ਹੈ। ਭਰਮ ਨਹੀਂ ਕੱਟ ਹੁੰਦਾ ਕਿਸੇ ਚੀਜ਼ ਨੂੰ। ਵਿਕਟ ਘਾਟ ਘਟ ਮਾਹੀ ਹਿਰਦੇ ਵਿੱਚ ਹੈ। ਉਹ ਅਸਲ ਜਿਹੜਾ ਭਰਮ ਦਾ ਆਂਡਾ ਹੈ ਨਾ, ਇਹ ਆਂਡੇ ਦਾ ਜਿਹੜਾ ਆਲਾ ਦਾ ਛਿਲਕਾ ਉਹੀ ਕੱਟਣਾ। ਭਰਮ ਕੱਟਣਾ ਵਿੱਚ ਆਂਡੇ ਚੋਂ ਬਾਹਰ ਹੋ ਜਾਣਾ। ਉਹ ਕੱਟ ਨਹੀਂ ਹੁੰਦਾ, ਬਾਹਰ ਨਹੀਂ ਜਾ ਸਕਦਾ। ਰਾਮ ਗਰਭ ਹੈ। ਰਾਮ ਗਰਭ ਦਾ ਪਰਦਾ ਜਿਹੜਾ ਹੈਗਾ ਉਹਦਾ ਨਾਮ ਹੈ ਭਰਮ। ਸੰਸਾਰ ਭਰਮ ਦਾ, ਭਰਮ ਦੇ ਪਰਦੇ ਵਿੱਚ, ਭਰਮ ਦੇ ਪਰਦੇ ਸੰਸਾਰ ਬੰਨ ਕੇ ਰੱਖਿਆ ਹੈ। ਭਰਮ ਚ ਜਾਲ ਚ ਫਸਾ ਕੇ ਰੱਖਿਆ ਹੈ। ਜਿਹਦਾ ਭਰਮ ਕੱਟਿਆ ਗਿਆ ਬਾਹਰ ਚਲਾ ਗਿਆ, ਜਿਹਦਾ ਨਹੀਂ ਕੱਟਾ ਹੋਇਆ ਉਹ ਇੱਥੇ ਬੈਠਾ। ਵਿਕਟ ਘਾਟ ਘਟ ਮਾਹੀ। ਇਹ ਵਿਕਟ ਘਾਟ ਘਟ ਦੇ ਅੰਦਰ ਹੈ। ਇਹ ਕਪਾਟ ਖੋ, ਇਸੇ ਨੂੰ ਕਪਾਟ ਖੋਲਣਾ ਕਹਿੰਦੇ। ਕਹਿੰਦਾ ਕਪਾਟ ਖੁੱਲ ਗਏ। ਕਪਾਟ ਨਹੀਂ ਖੋਲੇ, ਉਹਦਾ ਪਰਦਾ ਕੱਟਿਆ ਗਿਆ। ਖੋਲ ਕਪਾਟ ਮਹਿਲ ਕੇ ਨਾ ਜਾਹੇ। ਖੋਲ ਕਪਾਟ ਮਹਿਲ ਕੇ ਨਾ ਜਾਹੇ। ਇਹ ਭਰਮ ਦਾ ਪਰਦਾ ਕੱਟ ਕੇ ਮਹਿਲ ਗਾਹ ਮਹਿਲ ਇਹ ਹੈ, ਵਿਚਾਲੇ ਭਰਮ ਦਾ ਪਰਦਾ ਹੀ ਹੈ। ਜਿਹਦਾ ਭਰਮ ਦਾ ਪਰਦਾ ਕੱਟਿਆ ਗਿਆ ਉਹ ਮਹਿਲ ਚਲਾ ਗਿਆ, ਨਹੀਂ ਤਾਂ ਪੌੜੀ ਤੇ ਖੜਾ। ਪੌੜੀ ਤੇ ਖੜੇ ਨੇ ਸਾਰੇ ਹੀ। ਉਹ ਜਿਹਨੂੰ ਦੁਆਰ ਕਹਿੰਦੇ ਆ ਅਸੀਂ 10ਵਾਂ ਦੁਆਰ, ਉਹ ਦੁਆਰ ਭਰਮ ਦੇ ਪਰਦੇ ਦਾ ਨਾਮ ਹੈ। ਦਰਵਾਜ਼ਾ
ਦੁਆਰ ਜਿਹੜਾ ਹੈਗਾ ਉਹ ਭਰਮ ਦਾ ਪੜਦਾ, ਭਰਮ ਕਟਿਆ ਗਿਆ, ਘਰ ਚਲਾ ਗਿਆ। ਉਹ ਸੱਚਖੰਡ ਦਾ ਦੁਆਰ ਹੈ ਅਸਲ ਦੇ ਵਿੱਚ। ਜਿਹੜਾ ਹਿਰਦਾ ਹੈ ਉਹ ਦੁਆਰ ਨਹੀਂ ਹੈ, ਉਹ ਨਿੱਜ ਘਰ ਹੈ। ਉਹਨੂੰ ਨਿੱਜ ਘਰ ਦੇ ਔਰ ਉਹਦੇ ਵਿਚਾਲੇ ਇੱਕ ਭਰਮ ਦਾ ਪਰਦਾ ਹੈ। ਸੰਤੋਖੀ ਨਿੱਜ ਘਰ 'ਚ ਬੈਠਾ ਹੁੰਦਾ, ਉਹ ਤਾਂ ਵਿਚਾਲੇ ਫੇਰ ਵੀ ਪੜਦਾ ਹੈ। ਬਸ ਉਹ ਬਾਰਡਰ ਹੈ ਉਹ ਜਿਹਦਾ ਪਰਦਾ ਚੱਕਿਆ ਗਿਆ ਭਰਮ ਦਾ। ਨਹੀਂ, ਸੰਤੋਖੀ ਜਿਹੜਾ ਹੈ ਬੈਠਾ ਤਾਂ ਨਿੱਜ ਘਰ 'ਚ ਹੈ। ਸਹੂਲਤਾਂ ਵੀ ਹੋ ਗਈਆਂ ਨੇ, ਬਸ ਉਹ ਭਰਮ ਦਾ ਪਰਦਾ ਵਿਚਾਲੇ ਹੈ ਉਹਦੇ। ਜੇ ਸੰਤੋਖੀ ਉਹ ਹੈ ਨਾ, ਜਾਂ ਕਹਿੰਦਾ ਕਬੀਰ ਮਰੂ ਦਾ ਹਰ ਕੇ ਦਵਾਰ, ਪੜਦਾ ਨਹੀਂ ਘੱਟ ਹੋਇਆ ਭਰਮ ਦਾ। ਉਹ ਨਾਮ ਨਾ ਘੱਟ ਹੋਣਾ, ਅੰਦਰੋਂ ਆਵਾਜ਼ ਆਉਣੀ ਆ, ਉਹ ਸੱਚਖੰਡ ਦੀ ਮਨਜ਼ੂਰੀ ਨਾਲ ਘੱਟ ਹੋਣਾ ਉਹ। ਇਸ ਕਰਕੇ ਨਾਮ ਦੀ ਆਰਾਧਨਾ, ਨਾਮ ਮੰਗਦਾ, ਨਾਮ ਜਾਂ ਉਧਰੋਂ ਆਉਣਾ, ਭਰਮ ਦਾ ਪਰਦਾ ਕੱਟ ਕੇ ਆਉਣਾ। ਜਾਂ ਨਾਮ ਦਾ ਪ੍ਰਵੇਸ਼ ਹਿਰਦੇ 'ਚ ਹੋਣਾ, ਉਹਨੇ ਨਾਮ ਨੇ ਕੱਟਣਾ, ਭਰਮ ਦਾ ਪਰਦਾ ਅਸੀਂ ਨਹੀਂ ਕਰ ਸਕਦੇ। ਹੁਣ ਉਹ ਕਪਾਟ ਮਹਿਲ ਕੀ ਨਾ ਜਾਈ ਦਾ ਮਤਲਬ ਇਹ ਹੈ ਕਿ ਤੂੰ ਨਾਮ ਦੀ ਆਰਾਧਨਾ ਕਰ। ਇੱਥੇ ਨਾਮ ਮੰਗ, ਜੇ ਇੱਥੇ ਨਾਮ ਦੀ ਭੁੱਖ ਲੱਗਿਆ ਹੋਵੇ, ਨਾਮ ਮਿਲ ਜਾਵੇ ਤਾਂ ਕੱਟਿਆ ਜਾਊ, ਗੱਲਾਂ ਨਹੀਂ ਕੱਟਾਉਣਾ। ਕਪਾਟ ਕੇ ਮੈਂ ਖੋਲੂ, ਆਪ ਤਾਂ ਖੋਲ ਨਹੀਂ ਸਕਦਾ। ਇੱਥੇ ਭੁੱਖ ਬਦਲਦਾ, ਉਹ ਕਹਿੰਦੇ ਸੱਚੇ ਨਾਮ ਦੀ ਭੁੱਖ ਪੈਦਾ ਕਰ। ਨਾਮ ਮੰਗੋ ਤੇ ਕੁਛ ਵੀ ਨਾ ਮੰਗੋ, ਹੋਰ ਮੈਨੂੰ ਕੁਛ ਵੀ ਨਹੀਂ ਚਾਹੀਦਾ। ਕਬੀਰ ਕਹਿੰਦਾ ਮੈਨੂੰ ਨਾਮ ਚਾਹੀਦਾ, ਮਾਲਾ ਤੇ ਬਾਅਦ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ। ਆਖਰ ਉਹਨੇ ਜਵਾਬ ਦਿੱਤਾ, ਮਾਲਾ ਦਾ ਨਾਮ ਨਹੀਂ ਮਿਲਦਾ। ਨਾਮ ਤਾਂ ਉਹੀ ਜਿਹੜਾ ਤੈਨੂੰ ਦੇ ਦਿੱਤਾ ਸੀ ਜਪਣ ਨੂੰ, ਅਸੀਂ ਸਾਡੇ ਕੋਲ ਤਾਂ ਉਹੀ ਹੈ। ਇਹ ਦਾਦਾ ਸੰਤਾਂ ਕੋਲ ਤਾਂ ਉਹੀ ਜਿਹੜਾ ਪਹਿਲਾਂ ਹੀ ਦੇ ਦਿੰਦੇ ਤੁਹਾਨੂੰ। ਉਹ ਕੁਛ ਨਹੀਂ ਕਰਦਾ ਹੈ। ਇਹ ਤਾਂ ਦਰਗਾਹ ਤੋਂ ਆਉਂਦਾ ਹੈ ਨਾਮ ਤਾਂ। ਇਹ ਤਾਂ ਉਹ ਕੱਢਦਾ ਭਰਮ ਦਾ ਪਰਦਾ ਵਿਚਾਲੇ ਦਾ। ਜਿਹਨੇ ਪਾਇਆ ਭਰਮ ਦਾ ਪਰਦਾ ਉਹੀ ਕੱਟੂਗਾ। ਇਹ ਭਰਮ ਦੇ ਵਿੱਚ ਮਹਿਦੂਦ ਜਦ ਕੀਤਾ, ਆਂਡੇ 'ਚ ਬੰਦ ਵੀ ਸੱਚਖੰਡ ਨੇ ਕੀਤਾ, ਹੁਕਮ ਨਾਲ ਹੋਇਆ, ਹੁਕਮ ਨਾਲ ਬੰਦ ਹੋਇਆ। ਕਿਉਂਕਿ ਮੈਂ ਮਹਿਦੂਦ ਲਿਖਾਇਆ, ਖਸਮੇ ਕੇ ਦਰਜਾ ਹੈ। ਖਸਮ ਦੇ ਹੁਕਮ ਨਾਲ ਮਹਿਦੂਦ ਆਂਡੇ 'ਚ ਬੰਦ ਹੋਇਆ, ਉਹਦੇ ਹੁਕਮ ਨਾਲ ਘੱਟ ਹੋਊਗਾ। ਬਸ ਇਹ ਭੇਦ ਹੈ ਗੱਲ 'ਚ। ਤੂੰ ਹੁਕਮ ਦੀ ਆਰਾਧਨਾ ਕਰ, ਨਾਮ ਦੀ ਆਰਾਧਨਾ ਕਰ, ਨਾਮ ਮੰਗ। ਹੁਣ ਨਾਮ ਮਿਲੂਗਾ, ਭਰਮ ਕੱਟਿਆ ਜਾਊਗਾ। ਬਸ ਤੂੰ ਔਰ ਫਿਰ ਇੱਕੋ ਹੀ ਹੋ ਜੂਗਾ। ਇਹ ਫਿਰ ਇੱਕੋ ਹੀ ਹੈ, ਤੂੰ ਔਰ ਉਹ। ਬਾਰਡਰ ਕੱਟਿਆ ਗਿਆ ਵਿੱਚੋਂ। ਦੇਖ ਅਟਲ ਟਲ ਕਦੇ ਨਾ ਜਾਵਾਂ, ਰਹੇ ਲਪਟ ਕੱਟ ਪਰਚੋਂ ਪਾਵਾਂ। ਪਾਲੇ ਪਾਸੇ ਕੀ ਹੈ? ਪਾਲੇ ਪਾਸੇ ਸਾਰੀ ਅਟਲ ਬੈਠੇ ਨੇ। ਅਟਲ ਮਤਲਬ ਅਡੋਲ ਬੈਠੇ ਨੇ। ਅਡੋਲ, ਅਟਲ ਕਹਿੰਦੇ ਅਡੋਲ। ਜਿੱਥੇ ਉਹਦਾ ਧਿਆਨ ਟਿਕਿਆ ਹੋਇਆ ਉੱਥੇ ਹੀ ਟਿਕਿਆ ਹੋਇਆ, ਕੋਈ ਹਿਲਾ ਨਹੀਂ ਸਕਦਾ। ਜਿੱਥੇ ਜਿਹਦਾ ਧਿਆਨ ਲੱਗਿਆ ਹੋਇਆ ਉਹਨੂੰ ਕੋਈ ਹਿਲਾ ਨਹੀਂ ਸਕਦਾ। ਅਟਲ ਹੈ। ਦੇਖ ਅਟਲ ਹੈ, ਅਟਲ ਦਾ ਦਰਸ਼ਨ ਹੋਊਗਾ। ਟਲ ਕਦੇ ਨਾ ਜਾਵਾਂ। ਤੂੰ ਵੀ ਨਹੀਂ ਫਿਰ ਟਲ ਕੇ ਕਿਤੇ ਜਾਂਦਾ। ਤੇਰਾ ਵੀ ਧਿਆਨ ਹੋਣਾ ਜੀ, ਜੁੜ ਜੂ। ਤੇਰਾ ਉਹਨਾਂ ਵਰਗਾ ਹੀ ਧਿਆਨ ਹੋ ਜੂਗਾ। ਉਹਨਾਂ ਦਾ ਨਾਮ ਜੇ ਧਿਆਨ ਆ, ਨਾਮ ਜੇ ਤੇਰਾ ਹੋ ਜੂਗਾ ਧਿਆਨ। ਹੋਰ ਕਿੱਥੇ ਹੋਣਾ? ਨਾਮ ਤੈਨੂੰ ਮਿਲ ਜਾਣਾ। ਨਾਮ ਜੇ ਸਾਰੇ ਜੁੜੇ ਹੋਏ ਨੇ, ਆਪਣੇ ਆਪ ਨਾਲ ਜੁੜੇ ਹੋਏ ਨੇ ਸਾਰੇ। ਸਭ ਦੇ ਅੰਦਰੋਂ ਹੀ ਰਾਗ ਪੈਦਾ ਹੁੰਦਾ। ਉਹ ਜਿਹੜਾ ਅਨੁਰਾਗ ਹੈ ਨਾ, ਉਹ ਧੁਨ ਜਿਹੜੀ ਪੈਦਾ ਹੁੰਦੀ ਹੈ ਸਾਰਿਆਂ ਦੇ, ਜਿਵੇਂ ਰਾਗੀ ਗਾਉਂਦੇ ਨੇ, ਧੁਨ ਅੰਦਰੋਂ ਹੀ ਪੈਦਾ ਹੁੰਦੀ ਹੈ ਨਾ। ਸਾਰੇ ਪਰ ਮਿਲ ਕੇ ਗਾਉਂਦੇ ਨੇ। ਮਿਲਣ ਵਾਸਤੇ ਧਿਆਨ ਹੈ ਕਿ ਮਿਲ ਕੇ ਰਹੀਏ, ਇੱਕ ਥਾਂ, ਸੁਰ ਇੱਕ ਰਹੇ ਸਾਰਿਆਂ ਦੀ। ਇਹ ਗੱਲ ਦਾ ਧਿਆਨ ਹੈ। ਧਿਆਨ ਸਾਰਿਆਂ ਦਾ ਸ਼ਬਦ ਨਾਲ ਜੁੜਿਆ ਹੋਇਆ। ਸ਼ਬਦ ਨਾਲ ਜਿਹਦਾ ਧਿਆਨ ਉਖੜ ਗਿਆ, ਅੱਗੇ ਪਿੱਛੇ ਹੋ ਜਾਊਗਾ। ਅੱਗੇ ਪਿੱਛੇ ਹੋ ਜੂ। ਇਸ ਕਰਕੇ ਅੱਗੇ ਪਿੱਛੇ ਨਾ ਕੋਈ ਹੋ ਜਵੇ। ਧਿਆਨ ਸ਼ਬਦ 'ਚ, ਉਹਦੇ ਸ਼ਬਦ ਦੇ ਵਿੱਚ ਧਿਆਨ ਇਹਦਾ ਜੁੜ ਜਾਣਾ, ਉਵੇਂ ਜਿਵੇਂ ਉਹਨਾਂ ਦਾ ਜੁੜਿਆ ਹੋਇਆ। ਦੇਖ ਅਟਲ ਟਲ ਕਾਤੇ ਹੀ ਨਾ ਜਾਵਾਂ, ਜਾਵਾਂ, ਰਹੇ ਲਪਟ ਕੱਟ ਪਰਚੋਂ ਪਾਵਾਂ। ਬਸ ਉਹ ਉੱਥੇ ਹੀ ਲਿਪਟ ਜਾਂਦਾ ਸ਼ਬਦ ਦੇ ਨਾਲੇ, ਮਗਨ ਹੋ ਜਾਂਦਾ। ਘੜ 'ਚ ਹਿਰਦੇ 'ਚ ਪਰਚਾ ਪੈ ਜਾਂਦਾ ਉਹਦਾ। ਇਹਨੂੰ ਕਹਿੰਦੇ ਨੇ ਪਰਚਾ ਸ਼ਬਦ ਕਾ। ਆ ਹੈ ਪਰਚਾ ਸ਼ਬਦ ਦਾ। ਪਹਿਲਾਂ ਜਿਹੜਾ ਪਰਚਾ ਸ਼ਬਦ ਦਾ ਟੈਂਪਰੇਰੀ ਹੈ। ਜਿਹੜਾ ਅਸੀਂ 24 ਘੰਟੇ ਸਾਥ ਗੁਰਬਾਣੀ ਵਿਚਾਰਦੇ ਹਾਂ, ਇਹ ਸ਼ਬਦ, ਇਹ ਪਰਚਾ ਤਾਂ ਇਸ ਪਰਚੇ ਤੇ ਪਹੁੰਚਣ ਵਾਸਤੇ ਹੈ। ਉਹ
ਪਰਚਾ ਦੁਨਿਆਵੀ ਹੈ। ਦੁਨਿਆਵੀ ਜਿੱਥੇ ਮਨ ਪਰਚਾ ਹੈ ਉਹਨੂੰ ਛਡਾਉਣ ਵਾਸਤੇ ਉਹ ਪਰਚਾ। ਉਹ ਜਿਹੜਾ ਐ ਗੁਰਬਾਣੀ ਦਾ ਪਰਚਾ ਛਡਾਉਣ ਵਾਸਤੇ ਹੈ ਸੰਸਾਰ। ਉਹ ਪਰਚਾ ਫਿਰ ਔਰ ਉਹ ਇਹ ਛਡਾਉਣ ਔਰ ਉਹ ਲਾਉਣ ਵਾਸਤੇ ਗੁਰਬਾਣੀ ਦਾ ਪਰਚਾ। ਆ ਪਰਚਾ ਜੋ ਪਰਚਾ ਹੈ ਨਾ ਮਨ ਜਿੱਥੇ ਸੰਸਾਰ 'ਚ, ਇਹਨੂੰ ਛਡਾਉਣ ਵਾਸਤੇ, ਉਹਦੇ ਵਾਸਤੇ ਲਾਉਣ ਵਾਸਤੇ। ਉਹਦਾ ਮੀਡੀਏਟਰ ਹੈ ਵਿਚਾਲੇ ਵਿਚਾਲੇ ਬਸ ਗੁਰਬਾਣੀ। ਇਧਰੋਂ ਪਟਣਾ ਉਧਰ ਲਾਉਣ ਵਾਸਤੇ ਹੈ, ਇਧਰੋਂ ਪਟ ਕੇ ਉਧਰ ਲਾਉਣ ਵਾਸਤੇ ਗੁਰਬਾਣੀ ਹੈ। ਉਹ ਬਾਣੀ ਹੈ। ਬਾਣੀ ਨਾਲ ਤੇ ਜੁੜ ਜਾਣਾ ਨਾ ਫਿਰ ਬਾਅਦ 'ਚ। ਗੁਰਬਾਣੀ ਸੰਸਾਰ ਦੇ ਵਿੱਚੋਂ ਪਟ ਕੇ ਬਾਣੀ ਨਾਲ ਜੋੜਦੀ ਹੈ ਬਸ, ਮੀਡੀਏਟਰ ਹੈ ਵਿਚਾਲੇ। ਹਾਂਜੀ। ਠੱਠਾ ਇਹ ਦੂਰ ਠੱਗ ਨੀਰਾ। ਉਹ ਪਰਚਾ ਦੇਖੋ ਗੁਰਬਾਣੀ ਮੌਤ ਕਰਦੀ ਹੈ, ਉਹ ਪਰਚਾ ਸਤ ਜੀਵਨ ਕਰਦਾ। ਜਿੰਨਾ ਚਿਰ ਉਹ ਪਰਚੇ ਨਾਲ ਜੁੜਿਆ ਹੋਇਆ ਸ਼ਬਦ ਨਾਲ, ਉਹਨਾਂ ਚਿਰ ਜਿਉਂਦਾ। ਜਿੰਨਾ ਚਿਰ ਉਹ ਸ਼ਬਦ ਨਾਲ ਫਿਰ ਇਹਦੀ ਸੁਰਤੀ ਜੁੜੀ ਹੋਈ ਹੈ ਨਾ, ਉਹਨਾਂ ਚਿਰ ਇਹਦੀ ਮੌਤ ਨਹੀਂ। ਜਦ ਉਹ ਵਿਸਰ ਗਿਆ ਸ਼ਬਦ, ਫਿਰ ਖੁਆਰੀ ਹੋ ਜੂਗੀ, ਫਿਰ ਜਬਲ ਮਨ ਚ ਆ ਜੂਗਾ। ਇੱਥੇ ਹੀ ਡਿੱਗਣਾ ਫਿਰ, ਉੱਥੋਂ ਛੁੱਟਿਆ ਹੋਇਆ ਇੱਥੇ ਹੀ ਡਿੱਗਦਾ ਆ ਕੇ। ਟੁੱਟਦਾ ਜਦ ਉੱਥੋਂ ਇੱਥੇ ਹੀ ਕਰਦਾ ਫਿਰ ਆ ਕੇ। ਉੱਥੋਂ ਧਿਆਨ ਜੇ ਟੁੱਟ ਗਿਆ, ਜਿਹਦਾ ਜਦ ਟੁੱਟ ਗਿਆ ਖੁਆਰੀ, ਫਿਰ ਮਾਇਆ ਜਾ ਕੇ ਡਿੱਗਦਾ। ਹਾਂਜੀ। ਠੱਠਾ ਇਹ ਦੂਰ ਠੱਗ ਨੀਰਾ। ਠੱਠਾ ਇਹ ਦੂਰ ਠੱਗ ਨੀਰਾ। ਨੀਠ ਨੀਠ ਮਨ ਕੀਆ ਧੀਰਾ। ਜਿਹੜਾ ਸੰਸਾਰ ਹੈ ਕੀ ਹੈ? ਸੰਸਾਰ ਠੱਗ ਨੀਰਾ। ਨੀਰ ਕਹਿੰਦੇ ਨੇ ਪਾਣੀ ਨੂੰ, ਪਾਣੀ ਦਾ ਬੁਲਬੁਲ ਹੈ ਸੰਸਾਰ। ਉਹ ਜਲ ਤਾਂ ਠੱਗ ਨੀਰਾ ਹੈ। ਠੱਗੀ ਮਾਰਨ ਵਾਸਤੇ ਪਾਣੀ ਪੈਦਾ ਕੀਤਾ, ਸਰੀਰ ਪੈਦਾ ਕੀਤਾ ਨੇ। ਇਹੀ ਤਾਂ ਠੱਗੀ ਸੀ। ਸੰਸਾਰ ਠੱਗੀ ਹੋ ਸੀ ਇੱਕ, ਇਹਦੇ ਚ ਉਲਝ ਗਿਆ ਠੱਗੀ ਚ, ਇਹ ਪਰਪੰਚ ਚ ਉਲਝ ਗਿਆ। ਠੱਗ ਨੀਰਾ, ਨੀਰ ਕਹਿੰਦੇ ਨੇ ਪਾਣੀ ਨੂੰ। ਸੰਸਾਰ ਰੂਪੀ ਜਿਹੜਾ ਹੈ ਪਾਣੀ ਦਾ ਬੁਲਬੁਲ ਹੈ, ਇਹ ਠੱਗ ਨੀਰ ਹੈ। ਇਹਦਾ ਜਦੋਂ ਬੜੀ ਔਖਾ ਮਾਇਆ ਚੋਂ ਮਨ ਨੂੰ ਧੀਰਾ ਕਰੀਦਾ, ਹੌਲੀ ਸਲੋ ਕਰੀਦਾ, ਤੇ ਤਾਂ ਭੱਜੀ ਜਾਂਦਾ ਮਨ। ਬਹੁਤ ਸਪੀਡ ਨਾਲ ਭੱਜਦਾ, ਟਿਕਦਾ ਨਹੀਂ। ਇਹਦੇ ਤਾਂ ਬੜਾ ਔਖਾ ਮਨ ਟਿਕਾਈਦਾ। ਧੀਰੇ ਦਾ ਮਤਲਬ ਟਿਕਾਉਣਾ। ਇਹਦੇ ਵਿੱਚ ਮਨ ਟਿਕਾਉਣਾ ਬਹੁਤ ਔਖਾ ਹੈ। ਨੀਠ ਦਾ ਮਤਲਬ ਹੁੰਦਾ ਮੁਸ਼ਕਲ ਨਾਲ। ਨੀਠ 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 ਉਧਰ ਬੋਲਦੇ ਨੇ ਯੂਪੀ ਚ। ਬੜਾ ਮੁਸ਼ਕਲ ਨਾਲ ਮਨ ਟਿਕਦਾ ਇਹਦੇ ਚ। ਦੋ ਹੱਥਾਂ ਨਾਲ ਕੱਸ ਕੇ ਫੜ ਕੇ ਰੱਖੇ ਬੁੱਧੀ ਇਹਨੂੰ, ਤਾਂ ਕਿਤੇ ਜਾ ਕੇ ਮਨ ਟਿਕਦਾ। ਮਨ ਕੀਆ ਧੀਰਾ। ਮਨ ਬੜਾ ਔਖਾ ਟਿਕਦਾ, ਸੌਖਾ ਨਹੀਂ ਟਿਕ ਜਾਂਦਾ। ਜਿਹਦਾ ਟਿਕਦਾ ਉਹਦਾ ਔਖਾ ਕਹੂਗਾ, ਜਿਹਨੇ ਟਿਕਾਇਆ ਹੀ ਉਹਨੂੰ ਸੌਖਾ ਹੀ। ਉਹਨੇ ਕਿਹੜਾ ਟਿਕਾਉਣਾ? ਨਾ ਟਿਕਾਇਆ ਨਾ ਟਿਕਾਉਣਾ ਉਹਨੇ। ਉਹ ਕੀ ਜਾਣਨਾ ਔਖਾ ਹੈ ਸੌਖਾ? ਜਿਨ੍ਹਾਂ ਨੇ ਨਾ ਟਿਕਾਇਆ ਨਾ ਟਿਕਾਉਣਾ, ਉਹਨਾਂ ਨੂੰ ਕੀ ਪਤਾ ਔਖਾ ਸੌਖਾ? ਜਿਨ੍ਹਾਂ ਨੇ ਟਿਕਾਇਆ ਉਹਨਾਂ ਦੀ ਗੱਲ ਹੈ। ਉਹ ਕਹਿੰਦੇ ਨੇ ਭਾਈ ਟਿਕ ਜਾਂਦਾ, ਪਰ ਔਖਾ ਬਹੁਤ ਹੈ। ਜੋ ਕੀ ਕਹਿੰਦੇ ਨੇ ਟਿਕਦਾ ਹੀ ਨਹੀਂ ਹੈ। ਕਲਪਨਾ ਨਕਟੀ ਹੈ, ਨਕਟੀ ਹੈ। ਉਹਨਾਂ ਨੇ ਤਾਂ ਕਹਿ ਦਿੱਤਾ ਟਿਕਦਾ ਹੀ ਨਹੀਂ, ਨਕਟੀ ਹੈ। ਕਲਪਨਾ ਕੱਟੀ ਹੋ ਨਹੀਂ ਜਾ ਸਕਦੀ। ਪਰ ਕਬੀਰ ਕਹਿੰਦਾ ਕਿ ਨਹੀਂ ਬਵੇਕੀ ਕਾਟੀ ਤੂੰ, ਕਿਸੇ ਬਿਰਲੇ ਬਵੇਕੀ ਨਾ ਕਾਟੀਆਂ। ਬਵੇਕੀ ਤੋਂ ਘੱਟ, ਬਵੇਕ ਤੋਂ ਘੱਟ ਕਲਪਨਾ ਕੱਟੇ ਨਹੀਂ ਹੁੰਦੀ। ਵਿਵੇਕ ਤੋਂ ਘੱਟ ਕਲਪਨਾ ਕੱਟ ਨਹੀਂ ਹੁੰਦਾ। ਕਲਪਨਾ ਕੱਟੀ ਤੋਂ ਬਿਨਾਂ ਸਿੱਖ ਬਣ ਨਹੀਂ ਸਕਦਾ। ਜਿਹਨੇ ਰੌਲਾ ਪਾਉਂਦੇ ਨੇ ਉਹਨੂੰ ਸਿੱਖੀ ਕਿੱਥੋਂ ਮਿਲ ਗਈ? ਸਿੱਖੀ ਕਿੱਥੋਂ? ਸਿੱਖੀ ਤੇ ਤਾਂ ਉਹਨਾਂ ਨੂੰ ਸਮਝ ਆਈ। ਉਹਨਾਂ ਨੂੰ ਤਾਂ ਇਹੀ ਨਹੀਂ ਪਤਾ ਸਿੱਖੀ ਹੁੰਦੀ ਕੀ ਹੈ। ਇਹ ਤਾਂ ਜਣਾ ਖਣਾ ਹੀ ਸਿੱਖ ਬਣਿਆ ਫਿਰਦਾ ਪ੍ਰਚਾਰਕ। ਜਣਾ ਖਣਾ ਹੀ ਰੌਲਾ ਪਾਈ ਜਾਂਦੇ ਨੇ ਅਸੀਂ ਸਿੱਖਾਂ ਸਿੱਖਾਂ। ਸਿੱਖੀ ਕੀ ਹੈ ਤਾਂ ਕਿਸੇ ਨੂੰ ਪਤਾ ਨਹੀਂ। ਸਿੱਖੀ ਆ ਗੁਰਬਾਣੀ 'ਚ ਲਿਖੀ ਹੋਈ। ਇਹਨੂੰ ਸਮਝ ਕੇ ਦੇਖੋ ਸਿੱਖੀ ਕੀ ਹੈ। ਇਹ ਜਾਂ ਕੋਈ ਸਿੱਖ ਹੈਗਾ? ਉਹ ਸਿੱਖੀ ਵਾਲੇ ਦਾ ਕੋਈ ਰਾਹ ਵੀ ਨਹੀਂ ਤੁਰਿਆ ਹੋਇਆ ਇਹਨਾਂ ਚੋਂ, ਰੌਲਾ ਪਾਉਣ ਵਾਲਿਆਂ ਚੋਂ। ਦੋ ਚਾਰ ਅੱਖਰ ਪੜ੍ਹ ਲਏ, ਸਵਾਲ ਕਰਨ ਲੱਗੇ। ਅਜੇ ਤੱਕ ਕੋਈ ਰਾਹ ਵੀ ਨਹੀਂ ਤੁਰਿਆ। ਇਸ ਵਿਦਵਾਨ ਤਾਂ ਖੈਰ ਤੁਰਦੇ ਹੀ ਨਹੀਂ ਹੁੰਦੇ। ਤੁਰਨ ਵਾਸਤੇ ਨਹੀਂ ਪੜ੍ਹਦੇ ਹੁੰਦੇ।
ਉਹ ਤਾਂ ਲੋਕਾਂ ਨੂੰ ਦੱਸਦੇ ਹੁੰਦੇ ਨੇ ਵੀ ਆਹ ਧਰਮ ਚ ਆਇਆ ਚਾਹੇ ਆਪ ਨਹੀਂ ਕਰਦੇ ਹੁੰਦੇ। ਕਰਨ ਨੂੰ ਵੀ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ, ਕਰਨ ਨੂੰ ਵੀ ਧਾਰਮਿਕ ਆਦਮੀ ਕਹਿੰਦੇ ਹੁੰਦੇ ਸੀ ਐ ਕਰੋ। ਜਿਹੜਾ ਆਪ ਕਰੂ ਉਹੀ ਦੂਏ ਨੂੰ, ਉਹ ਜਿਹੜਾ ਆਪ ਨਹੀਂ ਕਰਦਾ ਨਾ ਦੂਏ ਨੂੰ ਕੀ ਕਹਿਣਾ। ਹਾਂਜੀ, ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਡਰ ਠੱਗ ਠੱਗਿਆ ਠੌਰ ਮਨ ਆਵਾ। ਜਿਹੜੇ ਠੱਗ ਨੇ ਸੰਸਾਰ ਬਣਾਇਆ, ਠੱਗ ਨੀਰਾ ਬਣਾ ਕੇ, ਔਰ ਸਾਰਾ ਸੰਸਾਰ ਨੂੰ ਖਾਈ ਜਾਂਦਾ। ਕੌਣ ਖਾਂਦਾ ਹੈ? ਕਾਲ ਖਾਂਦਾ, ਹੁਕਮ। ਕਾਲ ਹੁਕਮ ਹੈ ਨਾ, ਹੁਕਮ ਨੇ ਪੈਦਾ ਕੀਤਾ ਸਭ ਕੁਝ, ਕਾਲ ਨੇ ਪੈਦਾ ਕੀਤਾ ਔਰ ਕਾਲ ਵਾਸਾ ਹੈ ਸਾਰਾ ਕੁਝ। ਜਿਹੜੇ ਕਾਲ ਨੇ ਇਹ ਸਾਰਾ ਸੰਸਾਰ ਠੱਗਿਆ ਹੋਇਆ ਨਾ, ਠੱਗ ਨੀਰਾ ਬਣਾ ਕੇ, ਔਰ ਸਾਰੇ ਸੰਸਾਰ ਨੂੰ ਖਾਈ ਜਾਂਦਾ ਕਾਲ। ਤਾਂ ਹੀ ਕਬੀਰ ਕਹਿੰਦਾ ਕਾਲ ਪੁਰਖ ਦਾ ਮਰਦਾ ਮਾਨ, ਕਾਲ ਪੁਰਖ ਦਾ ਮਾਨ ਮਰਦਨ ਕਹਿੰਦਾ। ਉਹ ਕਹਿੰਦਾ ਮੈਂ ਜਾਣ ਨਹੀਂ ਦੇਣਾ ਕਿਸੇ ਨੂੰ ਬਾਹਰ, ਕਹਿੰਦਾ ਮੈਂ ਨਿਕਲ ਕੇ ਦਿਖਾਊਂਗਾ। ਜਿਹੜਾ ਨਿਕਲ ਗਿਆ, ਜਿਵੇਂ ਕਬੱਡੀ ਵਾਲੇ ਖੇਲਦੇ ਨੇ, ਦੂਏ ਪਾੜੇ ਜਾ ਵੜਦਾ, ਦੂਏ ਬੰਦੇ ਨੇ ਸਾਰੇ ਤੋਂ ਛੁੱਟ ਕੇ ਹੀ ਆਉਂਦਾ ਨਾ, ਪਤਾ ਹੀ ਖੇਡ ਹੈ। ਜਿਹੜਾ ਆ ਗਿਆ ਆਪਣੇ ਪਾੜੇ 'ਚ ਫੇਰ ਵਾਪਸ, ਤੇ ਤਕੜਾ ਹੀ ਆ ਨਾ, ਫਿਰ ਉਹਨਾਂ ਨੂੰ ਪਛਾੜ ਕੇ ਹੀ ਆਇਆ। ਉਹ ਕਾਲ ਪੁਰਖ ਦੀ ਫੌਜ ਆ ਪਰਲੇ ਪਾਸੇ। ਆ ਜਿਹੜੇ ਬਕਾਰ ਨੇ, ਬਕਾਰਾਂ ਨੂੰ ਪਛਾੜ ਕੇ ਆਊ ਨਾ ਸਾਰਿਆਂ ਨੂੰ। ਦੋ ਕਿਸਮ ਦੀਆਂ ਫੌਜਾਂ ਨੇ ਕਾਲ ਪੁਰਖ ਦੀਆਂ ਇੱਥੇ, ਫਸਾਉਣ ਵਾਲੀਆਂ ਵੀ ਫੌਜਾਂ ਨੇ ਉਹਦੀਆਂ, ਛਡਾਉਣ ਵਾਲੀਆਂ ਵੀ ਉਹਦੀਆਂ। ਦੇਵਤੇ ਵੀ ਉਹਦੇ ਨੇ, ਰਾਖਸ਼ ਵੀ ਉਹਦੇ ਹੀ ਨੇ, ਦੋਏ ਉਹਦੇ ਹੀ ਨੇ, ਉਹਦੇ ਹੀ ਨੇ ਦੋਏ ਪੈਦਾ ਕੀਤੇ ਹੋਏ। ਸਿਰਜੇ ਦਾਨੋ ਦੇਵਤੇ ਤੇ ਨੰਤਰ ਬਾਦ ਰਚਾਇਆ। ਔਗਣ ਵੀ ਉਹਨੇ ਪੈਦਾ ਕੀਤੇ ਨੇ, ਗੁਣ ਵੀ ਉਹਦੇ ਨੇ, ਪਰ ਉਹਦੇ ਆਪਣੇ ਵਿੱਚ ਗੁਣ ਨੇ, ਔਗਣ ਨਹੀਂ ਹੁਣ। ਠੱਗਿਆ ਉਦੋਂ ਤੱਕ ਜਾਂਦਾ ਜਿੰਨਾ ਚਿਰ ਔਗਣਾਂ ਦਾ ਰਸਿਆ ਹੋਇਆ ਹੈ। ਜੇ ਗੁਣ ਪੈਦਾ ਕਰ ਲੈਂਦਾ ਫਿਰ ਨਹੀਂ ਠੱਗ ਹੁੰਦਾ, ਜੇ ਗੁਣ ਪੈਦਾ ਕਰ ਲੈਂਦਾ ਫਿਰ ਨਹੀਂ ਠੱਗੀ ਖਾਂਦਾ। ਲੋਭ ਠੱਗਦਾ, ਅਸੀਂ ਲੋਕਾਂ ਨੂੰ ਠੱਗਦੇ ਹਾਂ, ਅਸਲ 'ਚ ਆਪ ਠੱਗ ਜਾਂਦੇ ਠੱਗੇ ਹੁੰਦੇ। ਜਿਹੜਾ ਲੋਕਾਂ ਨੂੰ ਠੱਗਦਾ, ਠੱਗ ਆਪ ਹੁੰਦਾ। ਸਮਝਦਾ ਮੈਂ ਲੋਕਾਂ ਨੂੰ ਠੱਗਦਾ, ਠੱਗ ਹੁੰਦਾ ਆਪ। ਜੀਵਨ ਉਹਦਾ ਹੀ ਖਰਾਬ ਹੁੰਦਾ ਨਾ, ਜੀਵਨ ਉਹਦਾ ਠੱਗਿਆ ਗਿਆ। ਮਾਇਆ ਤਾਂ ਇੱਥੇ ਰਹਿ ਜਾਣੀ ਹੈ, ਇੱਧਰੋਂ ਇੱਧਰ ਚਲੀ ਗਈ, ਇੱਥੇ ਪਈ ਹੈ। ਉਹਦਾ ਕੁਝ ਨਹੀਂ ਵਿਗੜਦਾ ਹੈ, ਉਹਦੇ ਤਾਂ ਘਰੇ ਪਈ ਹੈ ਮਾਇਆ ਸਾਰੀ। ਜ਼ਮੀਨ ਕੋਈ ਜਿੱਤਲੀ ਰਾਜਾ ਬਣ ਗਿਆ, ਇੱਥੇ ਹੀ ਪਈ ਹੈ, ਪਹਿਲਾਂ ਵੀ ਇੱਥੇ ਸੀ, ਫਿਰ ਵੀ ਉੱਥੇ। ਇਹ ਆਪੇ ਕਾਗਜ਼ਾਂ 'ਚ ਲਿਖੀ ਜਾਂਦੇ, ਅਸੀਂ ਉਹ ਤਾਂ ਕੋਈ ਨਹੀਂ ਲਿਖਦਾ। ਪਰਮੇਸ਼ਰ ਤਾਂ ਕੋਈ ਨਹੀਂ ਕਹਿੰਦਾ ਇੰਤਕਾਲ ਕਰਦਾ, ਅਸੀਂ ਉਹ ਕਰੀ ਜਾਂਦੇ ਨਾ, ਕਰੀ ਜਾਣ, ਆਪਣਾ ਮਹਾਰਾਜ ਜੀ ਕਰ ਲੈਂਦੇ ਅਸੀਂ ਇੰਤਕਾਲ ਕਰਕੇ। ਉਹਦਾ ਕੀ ਵਿਗੜਦਾ? ਉਹਦਾ ਹਾਸਦਾ ਵੀ ਦੇਖੋ ਜਾਂ ਨਾਲ ਲੈ ਜੂਗਾ, ਇਹਨੂੰ ਕਰੀ ਜਾਣਦੇ, ਮਰ ਜਾਣ ਦੇ ਗੇੜੇ ਆਲੇ ਦੁਆਲੇ। ਉਹਦਾ ਦੇਖ ਕੇ ਮੁਸਕਰਾਉਂਦੇ ਨੇ ਵੀ ਤਾਂ ਪਾਗਲ ਨੇ, ਸਦਾਈ ਨੇ, ਵੀ ਨਾ ਕੋਈ ਲੈ ਕੇ ਗਿਆ ਨਾ ਲੈ ਕੇ ਜਾਣੀ ਹੈ। 10 ਕੁ ਦਿਨ ਰਹਿੰਦੇ ਨੇ ਤੇ 20 ਦਿਨ ਰਹਿੰਦੇ ਨੇ, 20 ਸਾਲ ਰਹਿੰਦੇ ਨੇ, ਇੱਥੇ ਹੀ ਰਹਿ ਜਾਣੀਆਂ ਸਭ ਕੁਛ। ਫਿਰ 2000 ਤਾਂ ਐਂ ਕਰਕੇ ਜਾਊਗਾ। ਇਹ ਅਸੀਂ ਉਹ ਕਰਦੇ ਆ ਨਾ ਇੱਥੇ, ਆਪਣਾ ਸਿਸਟਮ ਸਾਰਾ ਲਿਖਾ ਪੜ੍ਹੀ ਦਾ, ਉੱਥੇ ਤਾਂ ਕੋਈ ਨਹੀਂ ਹੈ। ਉਹਨਾਂ ਨੂੰ ਨਹੀਂ ਫਰਕ ਪੈਂਦਾ, ਨਾ ਇਹਨਾਂ ਕਾਗਜ਼ਾਂ ਨੂੰ ਮਾਨਤਾ ਦਿੰਦੇ ਨੇ, ਨਾ ਸਾਡੀ ਕਿਸੇ ਮਨੋਤ ਨੂੰ ਮਾਨਤਾ ਦਿੰਦੇ। ਇਹ ਤਾਂ ਸਾਡਾ ਇੱਥੇ ਹੀ ਹੈ ਸਿਸਟਮ ਬਣਾਇਆ ਹੋਇਆ, ਆ ਮੇਰਾ ਆ, ਤੇਰਾ ਹੈ, ਉਹ ਹੈ, ਉਹ ਹੈ। ਇਹ ਠੱਗ ਨੀਰਾ ਤਾਂ ਹੈ, ਤਾਂ ਹੀ ਤਾਂ ਠੱਗ ਨੀਰਾ, ਆਹੀ ਠੱਗ ਨੀਰਾ। ਜਿਹੜਾ ਇਸ ਖੇਡ ਨੂੰ ਸਮਝ ਗਿਆ, ਠੱਗ ਨੀਰੇ ਨੂੰ, ਇਹ ਤਾਂ ਕਿਸੇ ਦਾ ਵੀ ਨਹੀਂ ਹੈ, ਇਹ ਤਾਂ ਅਸੀਂ ਠੱਗੇ ਹੋਏ ਹਾਂ ਸਾਰੇ। ਫਿਰ ਉਹ ਠੱਗੀ ਜਿਹਨੇ ਮਾਰੀ, ਉਹ ਠੱਗ ਨੂੰ ਠੱਗ ਲੈਂਦਾ, ਫਿਰ ਉਹ ਖੇਡ 'ਚ ਨਹੀਂ ਫਸਦਾ। ਉਹ ਖੇਡ 'ਚ ਫਸਾਉਂਦਾ, ਫਸਦਾ ਨਹੀਂ। ਜੇ ਉਹ ਫਸਦਾ ਨਹੀਂ, ਫਿਰ ਠੱਗ ਠੱਗਿਆ ਜਾਂਦਾ। ਕਾਲ ਪੁਰਖ ਦਾ ਮਾਨ ਮਰ ਜਾਂਦਾ, ਫਿਰ ਉਹ ਫਸਾਉਂਦਾ, ਉਹ ਫਸਦਾ ਨਹੀਂ। ਜਿਹੜਾ ਨਹੀਂ ਫਸਦਾ, ਉੱਥੇ ਕਾਲ ਪੁਰਖ ਦੀ ਹਾਰ ਹੁੰਦੀ ਹੈ। ਫਿਰ ਉਹ ਕਹਿੰਦਾ ਵੀ ਆ ਚਲਿਆ ਗਿਆ, ਵੀ ਨੰਬਰ ਲੈ ਗਿਆ, ਪਾੜਾ ਛੁੱਟ ਕੇ ਚਲਿਆ ਗਿਆ। ਹੁਣ ਦੂਏ ਤਾਂ ਫਿਰ ਜਿਹੜੇ ਛੁੱਟ ਕੇ ਕਾਲ ਤੋਂ ਚਲਿਆ ਜਾਵੇ, ਉਹਦਾ ਫਿਰ ਮਾਨ ਮਰੇ ਗਿਆ ਨਾ। ਕਾਲ ਪੁਰਖ, ਕਾਲ ਕਹਿੰਦਾ ਮੈਂ ਜਾਣ ਨਹੀਂ ਦੇਣਾ ਕਿਸੇ ਨੂੰ,
ਜਦ ਚਲਿਆ ਗਿਆ ਫਿਰ ਉਹ ਉੱਥੇ ਉਹਨੂੰ ਨੀਵੇਂ ਪਾਉਣੀ ਪਊਗੀ, ਉੱਥੇ ਉਹਦੀ ਬੇਇੱਜ਼ਤੀ ਹੈ, ਦੀਵੀ ਉਹਦੀ ਪੈਂਦੀ ਹੈ। ਇਹ ਕਹਿ ਰਿਹਾ ਕਬੀਰ। ਹੁਣ ਬਾਣੀ ਕਿੱਥੋਂ ਬੋਲਦੀ ਹੈ, ਅਸੀਂ ਕਿੱਥੇ ਖੜੇ ਹਾਂ? ਹਾਂ, ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਜਿਹਨੇ ਠੱਗ ਤੇ ਜਿਹੜੇ ਠੱਗ ਨੇ ਠੱਗ ਕੇ ਸਾਰਾ ਸੰਸਾਰ ਖਾ ਰਿਹਾ ਜਿਹੜਾ ਅਕਾਲ, ਉਹ ਠੱਗ ਨੂੰ ਠੱਗਣਾ ਭਗਤ ਨੇ, ਸਿੱਖ ਨੇ। ਸੋ ਠੱਗ ਠੱਗਿਆ ਠੱਗਿਆ ਉਹ ਠੱਗ ਨੂੰ ਠੱਗੇ ਤੇ ਮਨ ਟਿਕਣਾ ਠੌਰ ਮਨਾਵਾ। ਸੋ ਠੱਗ ਠੱਗਿਆ ਠੌਰ ਮਨਾਵਾ। ਨਹੀਂ ਮਨ ਨਹੀਂ ਟਿਕਣਾ ਉਹਨਾਂ ਚਿਰ। ਆ ਟਾਰਗੇਟ ਹੈ ਸਿੱਖ ਦਾ। ਉਹ ਠੱਗ ਨੂੰ ਠੱਗਣਾ ਸਿੱਖ ਨੇ, ਗੁਰਬਾਣੀ ਦਾ ਗਿਆਨ ਲੈ ਕੇ, ਵਿਵੇਕ ਨੇ। ਇਹਨਾਂ ਨੇ ਸੌਖੀ ਜੀ ਬਣਾ ਲਈ ਸਿੱਖੀ, ਦਾੜੀ ਰੱਖ ਲਈ, ਕੇਸ ਰੱਖ ਲੈ, ਲਾਓ ਜੀ ਅੰਮ੍ਰਿਤ ਛਕਾ, ਗੁਰੂ ਵਾਲੇ ਬਣਾਤੇ ਛੇਤੀ। ਪਤਾ ਕਿਸੇ ਨੂੰ ਕੁਛ ਨਹੀਂ। ਐਸ ਠੱਗ ਨੂੰ ਕੌਣ ਠੱਗੂਗਾ? ਜਿਹੜਾ ਠੱਗ ਨੂੰ ਕੋ ਸਿੱਖ ਹੈ, ਉਹਦੇ ਬੰਧਨ ਕੱਟੇ ਗਏ। ਸਤਿਗੁਰ ਸਿੱਖ ਕੇ ਬੰਧਨ ਕੱਟੇ। ਜੇ ਬੰਧਨ ਕੱਟੇ ਗਏ, ਉਹ ਬੰਧਨ ਪਾ ਰਿਹਾ ਹੈ, ਉਹ ਬੰਧਨ ਕੱਟ ਰਿਹਾ ਹੈ। ਠੱਗ ਦਾ ਕਹਿੰਦਾ ਬਦਲਣਾ ਜੋ ਨਿਕਲ ਨਹੀਂ ਦੇਣਾ ਮੈਂ, ਉਹ ਕਹਿੰਦਾ ਮੈਂ ਕੱਟੀ ਜਾਣੇ ਨੇ। ਉਹ ਔਗਣਾਂ 'ਚ ਫਸਾ ਰਿਹਾ ਹੈ, ਉਹ ਔਗਣਾਂ ਨੂੰ ਕੱਟ ਰਿਹਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਉਹ ਜੰਜੀਰਾਂ ਪਾ ਰਿਹਾ ਔਗਣਾਂ ਦੀਆਂ। ਪਰ ਜੇ ਗੁਣ ਹੋਣ, ਜੇ ਗੁਣ ਹੋ ਜਾਣ ਪੈਦਾ ਕੱਟੀਆਂ ਤਾਂ ਕੱਟੇ ਜਾਣਗੇ। ਸੇ ਭਾਈ ਸੇ ਵੀਰ, ਉਹੀ ਭਾਈ ਨੇ, ਉਹੀ ਸੂਰਮੇ ਨੇ। ਵੀਰ ਦਾ ਮਤਲਬ ਸੂਰਮਾ ਹੁੰਦਾ, ਬਹਾਦਰ। ਉਹੀ ਸੂਰਮੇ ਨੇ, ਬਹਾਦਰ ਨੇ, ਜਿਹੜੇ ਕਾਲ ਨੂੰ ਜਿੱਤ ਕੇ ਚਲੇ ਜਾਂਦੇ ਨੇ। ਇਹ ਟਾਰਗੇਟ ਹੈ ਖਾਲਸੇਦਾਰ ਸਿੱਖ ਦਾ। ਜਿਹੜੇ ਐਵੇਂ ਬਣੇ ਫਿਰਦੇ ਨੇ, ਛਾਤੀਆਂ ਠੋਕਦੇ, ਖਾਲਸਾ ਨਾਮ ਰਖਾਈ ਬੈਠੇ, ਉਹ ਆਪਣਾ ਮੂੰਹ ਦੇਖ ਲੈਣ ਸ਼ੀਸ਼ੇ ਸਹੀ, ਤੁਸੀਂ ਹੈਗੇ ਖਾਲਸਾ? ਕੋਈ ਮਜ਼ਾਕ ਦੀ ਗੱਲ ਹੈ? ਖਾਲਸਾ ਉਹਨੂੰ ਕਹਿ ਰਿਹਾ ਕਬੀਰ ਖਾਲਸਾ। ਕਹੋ ਕਬੀਰ ਜਨ ਪਾਏ ਖਾਲਸੇ, ਪ੍ਰੇਮ ਭਗਤ ਜਨ ਜਾਨੀ। ਜਿਹਨੇ ਖੇਡ ਜਾਣ ਲਈ, ਪ੍ਰੇਮ ਭਗਤੀ ਦੀ ਖੇਡ ਜਾਣ ਲਈ ਜਿਹਨੇ, ਉਹ ਖਾਲਸਾ ਨੇ। ਹਰੇਕ ਨੇ ਨਾਂ ਧਰ ਲਿਆ ਖਾਲਸਾ। ਜਿਵੇਂ ਜੋਗੀ ਦਾ ਲੈਂਦੇ ਸੀ, ਸੰਤ ਨਾਂ ਧਰ ਲੈਂਦੇ ਨੇ, ਖਾਲਸਾ ਰੱਖਣ ਲੱਗੇ। ਖੋਟੇ ਸਿੱਕੇ ਖਾਲਸਾ ਬਣ ਗਏ, ਖੋਟੇ। ਹਾਂਜੀ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੇ ਡਰ ਰਿਹਾ ਸਮਾਈ। ਹੁਣ ਇਹ ਖੇਡ ਆਊਗੀ ਕਿਵੇਂ? ਇੱਥੇ ਦੀ ਪ੍ਰਾਪਤੀ ਕਿਵੇਂ ਹੋਊਗੀ? ਇੱਥੇ ਦੀ ਪ੍ਰਾਪਤੀ ਐ ਨਹੀਂ ਹੋਣੀ। ਡੱਡਾ ਡਰ ਉਪਜਾ। ਜੇ ਇਹਨਾਂ ਨੂੰ ਭਾਣੇ ਦਾ ਡਰ ਹੋਵੇ ਨਾ, ਪਰਮੇਸ਼ਰ ਦਾ ਡਰ ਹੋਵੇ, ਤਾਂ ਬੁਰਾਈ ਨਹੀਂ ਕਰਦਾ, ਹੰਕਾਰ ਨਹੀਂ ਕਰਦਾ। ਜੇ ਇਹ ਪਤਾ ਲੱਗੇ ਵੀ ਜੋ ਹੋਣਾ ਪਰਮੇਸ਼ਰ ਦੇ ਭਾਣੇ 'ਚ ਹੋਣਾ, ਉਹਦੇ ਘਰੇ ਤੇ ਹੋਣਾ, ਫਿਰ ਉੱਚੀ ਨਹੀਂ ਬੋਲਦਾ, ਫਿਰ ਹੰਕਾਰ ਦੀ ਬੋਲੀ ਨਹੀਂ ਬੋਲਦਾ, ਛੱਡ ਦਿੰਦਾ, ਡਰ ਕੇ ਕਰਦਾ ਗੱਲ ਵੀ ਭਾਈ ਪਤਾ ਨਹੀਂ ਕੀ ਹੋ ਜਾ ਗੱਲ ਨੂੰ। ਹੁਕਮ ਤੋਂ ਡਰਦਾ, ਭਾਣੇ ਤੋਂ ਡਰ ਕੇ ਰਹਿੰਦਾ। ਡਰ ਉਪਜਾ। ਜੇ ਅੰਤਰਾਤਮਾ ਦੀ ਆਵਾਜ਼ ਤੋਂ ਡਰਿਆ ਰਹੇ, ਉਹਦੇ ਅਨੁਸਾਰ ਚੱਲੇ, ਉਹਦੀ ਅਵਗਿਆ ਨਾ ਕਰੇ, ਅੰਦਰ ਬੈਠਾ ਤੇਰੇ। ਜੇ ਅੰਤਰਾਤਮਾ ਦੀ ਆਵਾਜ਼ ਦੀ ਭੈ ਰੱਖ ਕੇ ਚੱਲੇ ਸਾਰੀ ਜ਼ਿੰਦਗੀ 'ਚ, ਉਹਦਾ ਡਰ ਉਪਜ ਜਵੇ ਦੇ ਅੰਦਰ, ਅੰਦਰ ਤਾਂ ਬੈਠਾ ਤੇਰੇ। ਜੇ ਮੰਨ ਕੇ ਚੱਲੇ ਮੇਰੇ ਅੰਦਰ ਹੈ, ਇਹ ਕਹਿੰਦਾ ਮੰਨਦਾ ਨਹੀਂ ਹੈ। ਜੇ ਮੰਨੇ ਫਿਰ ਇਹਦੀ ਜ਼ਿੰਦਗੀ ਨਾ ਬਦਲ ਜਾਵੇ, ਫਿਰ ਤਾਂ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ। ਡਰ ਤਾਂ ਨਹੀਂ ਹੈ, ਮੰਨਦਾ ਨਹੀਂ ਹੈਗਾ, ਅੰਦਰ ਹੈਗਾ। ਡਰ ਉਪਜਾਏ, ਜੇ ਇਸ ਗੱਲ ਦਾ ਡਰ ਉਪਜੇ ਇਹਦੇ ਅੰਦਰ ਵੀ ਅੰਤਰਾਤਮਾ ਦੀ ਆਵਾਜ਼ ਦੇ ਖਿਲਾਫ ਕੋਈ ਕੰਮ ਕਰਨਾ ਹੀ ਨਹੀਂ, ਬਸ ਫਿਰ ਇਹਨੂੰ ਮੌਤ ਦਾ ਡਰ ਨਹੀਂ ਰਹਿੰਦਾ, ਕੋਈ ਡਰ ਰਹਿੰਦਾ ਹੀ ਨਹੀਂ। ਡਰ ਜਾਈ, ਡੱਡਾ ਡਰ ਉਪਜੇ ਡਰ ਜਾਈ। ਜਿੰਨਾ ਡਰਨਾ ਇਹਦੇ ਸੰਸਾਰ 'ਚ ਸਾਰੇ ਹੀ ਖਤਮ ਹੋ ਜਾਣਗੇ। ਜਿਹੜਾ ਪਹਾੜੀ 'ਚ ਚੱਲੂਗਾ ਤਾਂ ਕੋਈ ਡਰੇ ਨਹੀਂ ਹੈ ਉਹਨੂੰ। ਡਰ ਜਾਈ ਐ ਨਹੀਂ ਕਹਿੰਦਾ, ਇਹਦਾ ਅਰਥ ਇਹ ਨਹੀਂ ਵੀ ਡਰ ਜਾਂਦਾ, ਉਹਦੇ ਡਰ ਚਲੇ ਜਾਂਦੇ ਨੇ। ਡਰ ਜਾਈ। ਇੱਕ ਡਰ ਜਿਹੜਾ ਨਾ ਡਰ ਉਪਜਾ, ਉਹ ਡਰ ਇੱਕ ਵਚਨ, ਉਹ ਡਰ ਨੂੰ ਔਕੜ ਹੈ। ਇੱਥੇ ਹੈ ਕਿ ਨਹੀਂ ਹੈ ਇਹ ਨਹੀਂ ਪਤਾ। ਡਰ ਜਾਈ।
ਨਹੀਂ ਡਰ ਜਾਈ ਜਿਹੜਾ ਉਹ ਵਜਨ ਉੱਥੇ ਔਕੜ ਨਹੀਂ ਹੈ। ਉੱਥੇ ਔਕੜ ਲੱਗਿਆ। ਹਾਂ ਗਲਤ ਲਾਤਾ ਇਹਨਾਂ ਨੇ। ਦੂਜਾ ਮੁਕਤਾ। ਹਾਂ ਡਰ ਉਪਜਾਇਆ, ਡਰ ਇੱਕ ਉਪਜਣਾ, ਡਰ ਸਾਰੇ ਚਲੇ ਜਾਣੇ ਨੇ। ਪਹਿਲੇ ਨੂੰ ਚਾਹੀਦੀ ਸੀ ਔਕੜ। ਪਹਿਲੇ ਨੂੰ ਔਕੜ ਹੈ, ਦੂਜੇ ਨੂੰ ਔਕੜ ਹੈ। ਉਲਟ ਕਰਤਾ ਜੀ। ਇਹਨਾਂ ਨੂੰ ਕਿਹੜਾ ਪਤਾ ਸੀ ਵਿਚਾਰਿਆਂ ਨੂੰ ਵੀ ਅਰਥ ਕੀ ਨੇ। ਇਹ ਜਿਹੜੇ ਛਾਪੇ ਵਾਲੇ ਤੇ ਉਹਨਾਂ ਨੂੰ ਕਿਹੜਾ ਪਤਾ ਵੀ ਇਹ ਅਰਥ ਕੀ ਨੇ, ਕੀ ਕਿੱਥੇ ਔਕੜ ਲੱਗੂ ਕਿੱਥੇ ਨਹੀਂ ਲੱਗੂ। ਮੱਖੀ ਤੇ ਮੱਖੀ ਮਾਰੀ ਜਾਂਦੇ। ਜਿਹੜੇ ਡਰ ਨੇ ਬਹੁਤੇ ਨੇ, ਸਾਨੂੰ ਡਰ ਇੱਕ ਪੈਦਾ ਕਰਨਾ ਸਿਰਫ, ਉਹ ਡਰੇ ਪਾਣੇ ਦਾ। ਪਾਣੇ 'ਚ ਚੱਲਣਾ, ਬਾਹਰ ਸਾਰਾ ਹੀ ਨੁਕਸਾਨ ਹੈ, ਨੁਕਸਾਨ ਹੈ। ਪਾਣੇ ਤੋਂ ਬਾਹਰ ਡਰ ਹੈ, ਪਾਣੇ ਦਾ ਤਾਂ ਡਰ ਹੈ ਹੀ ਨਹੀਂ। ਬਸ ਇੱਕੋ ਡਰ ਪੈਦਾ ਕਰਨਾ ਉਹਦੇ ਹੁਕਮ ਦਾ, ਤੇ ਬਾਕੀ ਕੋਈ ਡਰ ਖਤਮ। ਸਾਰੇ ਡਰ ਜਾਈ, ਬਾਕੀ ਡਰ ਚਲੇ ਜਾਂਦੇ ਨੇ। ਸਾਰਾ ਚਲਿਆ ਜਾਂਦਾ, ਹਰ ਕਿਸਮ ਦਾ ਡਰ ਚਲਿਆ ਜਾਂਦਾ। ਤਾਂ ਡਰ ਮੈਂ ਡਰ ਰਿਹਾ ਸਮਾਈ। ਸਮਾਈ ਉਹ ਜਿਹੜਾ ਵੱਡਾ ਡਰ ਹੈ ਨਾ ਹੁਕਮ ਦਾ, ਭਾਣੇ ਦਾ। ਛੋਟੇ ਛੋਟੇ ਡਰ ਨੇ ਤਾਂ ਸਾਨੂੰ। ਉਹ ਡਰ ਵੱਡਾ ਹੈ ਜਿਹੜਾ ਅਸੀਂ ਜੀ ਤੋਂ ਡਰਦੇ ਨਹੀਂ। ਉਹਨੇ ਜੀਵਨ ਬਣਾਉਣਾ, ਜੀਵਨ ਵਿਗਾੜਨਾ। ਸਾਰੇ ਜੀਵਨ ਦੀ ਸੱਟਾ ਤਾਂ ਉਹ ਡਰ ਤੇ ਲੱਗਿਆ ਹੈ, ਭਾਣੇ ਤੇ। ਜੇ ਭਾਣਾ ਮੰਨ ਲਿਆ ਸੱਟਾ ਜਿੱਤ ਗਏ, ਬਾਜੀ ਜਿੱਤ ਗਏ। ਭਾਣਾ ਨਾ ਮੰਨਿਆ, ਬਾਜੀ ਹਾਰ ਗਏ। ਵੱਡਾ ਨੁਕਸਾਨ ਤਾਂ ਇਹਦੇ ਵਿੱਚ। ਇਹ ਡਰ ਵੱਡਾ ਹੈ। ਇਹ ਛੋਟੇ ਛੋਟੇ ਡਰ ਤਾਂ ਜਿਹੜੇ ਨੇ ਨਾ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਬੜੇ ਭਾਂਡੇ ਛੋਟੇ ਭਾਂਡੇ ਵਿੱਚ ਆ ਜਾਂਦੇ ਹੁੰਦੇ ਨੇ। ਜਿਹੜਾ ਬੜਾ ਭਾਂਡਾ ਹੁੰਦਾ ਨਾ, ਛੋਟੇ ਕੌਲੀਆਂ ਦਾ ਚਮਚੇ ਤੋਂ ਉਹਦੇ ਵਿੱਚੇ ਬਾਂਝ ਕੇ ਰੱਖਦੇ ਹੁੰਦੇ ਨੇ। ਉਹਦੇ ਇੱਕ ਦੇ ਵਿੱਚ ਆ ਜਾਂਦੇ ਨੇ। ਇਹ ਸੰਸਾਰ ਦੇ ਡਰ ਤਾਂ ਛੋਟੇ ਛੋਟੇ ਨੇ। ਇਹ ਉਹ ਵੱਡੇ ਡਰ ਨੂੰ ਜਿਹਨੇ ਮੰਨ ਲਿਆ, ਇਹ ਤਾਂ ਉਹਦੇ ਵਿੱਚ ਆ ਜਾਂਦੇ ਨੇ। ਇਹ ਡਰ ਨਹੀਂ ਕੁਛ ਹੈਗੇ, ਫਿਰ ਇਹਨਾਂ ਦੀ ਵੈਲਿਊ ਕੁਛ ਨਹੀਂ ਡਰਾਂ ਦੀ। ਤਾਂ ਡਰ ਮੈਂ ਡਰ ਰਿਹਾ ਸਮਾਈ। ਸਮਾਈ। ਪਰ ਜੇ ਕਿਸੇ ਵੇਲੇ ਡਰ ਆ ਜਾਵੇ ਸਾਹਮਣੇ, ਕਾਹਦਾ, ਜਿਵੇਂ ਸਾਹਿਬਜ਼ਾਦਿਆਂ ਦੇ ਆ ਗਿਆ ਸੀ ਨਾ ਵੀ ਸੱਚ ਤੇ ਚੱਲਣਾ। ਕਬੀਰ ਦੇ ਸਾਹਮਣੇ ਆ ਗਿਆ ਸੀ। ਇਹ ਗੱਲ ਕਬੀਰ ਨੇ ਜਦ ਲਿਖੀ ਹੈ, ਜਦ ਹਾਥੀ ਤੇ ਮੂਹਰੇ ਨੂੰ ਸਿੱਟਣਾ ਪਿਆ, ਉਹ ਤੇ ਬਾਅਦ ਦੀ ਗੱਲ ਲਿਖੀ ਹੈ। ਡਰ ਇਹਨਾਂ ਬੀਤੀ ਹੋਈ ਹੈ ਨਾ। ਉਹ ਹਾਥੀ ਵਾਲੀ ਕਹਾਣੀ ਤੇ ਬਾਅਦ ਲਿਖਿਆ ਹੋਇਆ ਹੈ। ਹਰ ਸ਼ਬਦ ਕਿਸੇ ਵੇਲੇ ਦਾ ਹੱਡ ਬੀਤੀ ਚੋਂ, ਇਹਨਾਂ ਦੇ ਆਪਣੇ ਤਜਰਬੇ ਚੋਂ ਹੁੰਦਾ। ਕਹਿੰਦੇ ਤਾਂ ਡਰ ਮੈਂ ਡਰ ਰਿਹਾ ਸਮਾਈ। ਪਰ ਜੇ ਕਿਸੇ ਵੇਲੇ ਡਰ ਆਈ ਜਾਵੇ, ਭਲਾ ਮੌਤ ਦਾ ਹੀ ਡਰ ਆ ਗਿਆ ਕਬੀਰ ਦੇ ਸਾਹਮਣੇ, ਉੱਥੇ ਵੀ ਸੰਸਾਰੀ ਡਰ ਤੇ ਡਰਨਾ ਨਹੀਂ ਚਾਹੀਦਾ। ਭੈ ਪਰਮੇਸ਼ਰ ਦੀ ਮੰਨਣੀ ਚਾਹੀਦੀ ਵੀ ਜੇ ਇਹ ਹੋ ਰਿਹਾ ਵੀ ਉਹਦਾ ਹੁਕਮ ਹੈ। ਜੇ ਡਰ ਡਰੇ, ਜੇ ਸੰਸਾਰੀ ਡਰ ਤੋਂ ਡਰ ਜਾਵੇ ਕਿਸੇ ਵੇਲੇ, ਤਾਂ ਫਿਰ ਡਰ ਲੱਗ ਗਏ। ਫੇਰ ਸਾਰੇ ਡਰ ਚੰਬੜ ਜਾਂਦੇ ਨੇ ਦੁਬਾਰਾ। ਫੇਰ ਨਹੀਂ ਛੱਡਦੇ ਇਹਨੂੰ ਡਰ। ਫਿਰ ਕੋਈ ਇਲਾਜ ਨਹੀਂ। ਜੋ ਡਰ ਡਰੇ ਤਾਂ ਫਿਰ ਡਰ ਲੱਗ ਗਏ। ਬਸ ਇਸੇ ਕਰਕੇ ਨਹੀਂ ਡਰਦੇ। ਇਸੇ ਕਰਕੇ ਸਾਹਿਬਜ਼ਾਦੇ ਨਹੀਂ ਡਰੇ। ਆ ਪੜ੍ਹਾਈ ਪੜ੍ਹੀ ਹੋਈ ਸੀ ਉਹਨਾਂ ਉਹਦੇ ਵੀ ਕਹਿ ਰਿਹਾ ਸਾਹਿਬ ਸੰਕਟ ਵੈ। ਉਹਨੇ ਨਹੀਂ ਕਿਹਾ ਸੇਵਕ ਭਜਿਆ, ਉਹ ਵੀ ਹਾਥੀ ਮੂਹਰੇ ਸਿੱਟਿਆ ਸੀ ਉਹਨੇ। ਉਹਦੇ ਬਾਅਦ ਕਿਹਾ ਉਹਨੇ ਸ਼ਬਦ ਕਿਉਂ ਲਿਖਿਆ, ਹਾਥੀ ਮੂਹਰੇ ਸਿੱਟਿਆ ਸੀ ਉਹ ਵੀ। ਉਹਨੇ ਵੀ ਸ਼ਬਦ ਲਿਖਿਆ ਇੱਕ ਹੱਡ ਬੀਤੀ ਦਾ ਹੀ, ਸਾਹਿਬ ਸੰਕਟ ਵੈ ਸੇਵਕ ਭਜੇ, ਚਿਰਕਾਲ ਨਾ ਜੀਏ ਦੋਨੋਂ ਕੋਲ ਆ ਜਾ। ਉਹਨੇ ਇਹ ਲਿਖਿਆ ਸੀ। ਕਬੀਰ ਨੂੰ ਕਿਹਨੇ ਸੁੱਟਦਾ ਸੀ ਮੁਸਲਮਾਨ ਰਾਜਾ ਉਸ ਵੇਲੇ ਦਾ ਮੁਸਲਮਾਨ। ਦੋਨਾ ਤੁਰਕੂ ਕਾਣਾ ਕਹਿਤਾ ਸੀ ਨਾ। ਆਹੋ ਜੋ ਡਰ ਡਰੇ ਤਾਂ ਫਿਰ ਡਰ ਲੱਗ ਗਿਆ। ਹਿੰਦੂਆਂ ਨਾਲ ਤੁਰਕੂ ਕਾਣਾ ਦੋਹਾਂ ਨੇ ਕਿਹਾ, ਇਹਨਾਂ ਨੇ, ਕਬੀਰ ਨੇ ਵੀ ਕਿਹਾ, ਨਾਮਦੇਵ ਨੇ ਵੀ ਕਿਹਾ। ਇਸੇ ਕਰਕੇ ਇੱਕ ਕਾਰਨ ਇਹ ਸੀਗਾ, ਨਾਮਦੇਵ ਨੂੰ ਬਹਾਨਾ ਬਣਾਇਆ ਗਊ ਜਿਉਂਦੀ ਕਰਨ ਦਾ। ਹਿੰਦੂਆਂ ਨਾਲ ਤੁਰਕੂ ਕਾਣੇ ਦੇ ਤਾਂ ਇੱਥੋਂ ਹੀ ਹੋ ਗਿਆ ਸੀ ਨਵੇੜਾ। ਉਹਨੂੰ ਬਹਾਨਾ ਬਣਾਇਆ ਗਊ ਜਿਉਂਦੀ ਕਰ, ਬਹਾਨਾ ਇਹ ਬਣਾਇਆ ਸੀ। ਹਾਂਜੀ ਇਹਦੇ ਬਾਰੇ ਦੱਸਿਆ ਨਹੀਂ ਕਬੀਰ ਬਾਰੇ ਵੀ ਇਹਨੂੰ ਕਿਉਂ ਸੱਟਿਆ ਸੀ। ਕਹਾਣੀ ਨਹੀਂ ਦੱਸੀ ਕਿਉਂ ਸੱਟਿਆ ਸੀ। ਕਹਾਣੀ ਦੇ ਵਿੱਚ ਲਿਖੀ ਹੋਈ ਹੈ ਹਿੰਦੂਆਂ ਨਾਲ ਤੁਰਕੂ ਕਾਣਾ, ਉਹ ਲਿਖੀ ਹੋਈ ਹੈ। ਹੁਣ ਉਹ ਮੁਸਲਮਾਨ ਤਾਂ ਮੇਰੇ ਗੱਲ ਬਰਦਾਸ਼ਤ ਕਿਵੇਂ ਕਰਦੇ। ਜੋ ਡਰ ਡਰੇ ਤਾਂ ਫਿਰ ਡਰ ਜੇ ਡਰ ਤਾਂ ਡਰ ਜਾਵੇ
ਮੌਤ ਤੇ ਡਰ ਜਿਵੇਂ ਮੌਤ ਦਾ ਡਰ ਹੁੰਦਾ ਵੱਡਾ, ਹੋਰ ਕੀ ਹੁੰਦਾ। ਤਾਂ ਫਿਰ ਡਰ ਲੱਗ ਗਿਆ, ਫਿਰ ਸਾਰੇ ਡਰ ਆ ਚੰਬੜਦੇ ਨੇ, ਛੋਟੇ ਛੋਟੇ ਵੀ ਆ ਚੰਬੜਦੇ ਨੇ। ਨਿਡਰ ਹੁਆ ਡਰ ਔਰ ਹੋਏ ਉਰ ਹੋਈ ਭਾਗਾ, ਜੇ ਉਦੋਂ ਨਿਡਰ ਹੋ ਜਾਏ ਫਿਰ ਹਿਰਦੇ ਚ ਹਮੇਸ਼ਾ ਵਾਸਤੇ ਡਰ। ਨਿਡਰ ਹੁਆ ਡਰ ਉਰ ਹੋਏ ਭਾਗੇ। ਉਰ ਹੋਈ ਭਾਗਾ, ਹਿਰਦੇ ਵਿੱਚੋਂ, ਉਰ ਹਿਰਦਾ ਹੋਇਆ ਨੇ, ਹਿਰਦੇ ਚ ਹਮੇਸ਼ਾ ਵਾਸਤੇ ਡਰ ਚਲਾ ਜਾਂਦਾ ਬਸ। ਜੇ ਉਦੋਂ ਨਿਡਰ ਹੋ ਜਾਏ, ਇੱਕੋ ਵਾਰ ਟੈਸਟ ਹੁੰਦਾ ਕਹਿੰਦੇ ਮੌਤ ਦਾ, ਉਦੋਂ ਜੇ ਬਚ ਗਿਆ ਉਹ ਤੋਂ ਡਰ ਤੋਂ, ਫਿਰ ਨਹੀਂ ਡਰਦਾ। ਫਿਰ ਕਾ ਡਰਨਾ। ਢੱਡਾ ਟਿਕ ਢੂੰਡੇ ਕਤ ਆਨਾ, ਢੂੰਡਤ ਹੀ ਢਹਿ ਗਏ ਪ੍ਰਾਣਾ। ਟੱਡਾ ਢਿੰਗ ਢੂੰਡਤ ਕਤਾਨ, ਕਹਿੰਦੇ ਜਿਹੜੇ ਆਦਮੀ ਅੰਦਰੋਂ ਟੋੜਦੇ ਨੇ ਨਾ ਆਪਣੇ ਨੇੜੇ ਮੰਨ ਕੇ ਵੀ ਆਪਣੇ ਨੇੜੇ ਹੀ ਹੈ, ਢਿੰਗ ਹੁੰਦਾ ਨੇੜੇ ਵੀ ਬਿਲਕੁਲ ਤੇਰੇ ਨਾਲ ਹੀ ਖੜਾ, ਕੋ ਕਬੀਰ ਹੱਥ ਪੈਂਦੇ ਨੇ। ਕਹਿੰਦੇ ਢਿੰਗ ਢੂੰਡਤ ਕਤਾਨ, ਜੇ ਅੰਦਰੋਂ ਟੋੜਦਾ ਕਿਤੇ ਤੋੜ ਲਵੇ, ਆ ਜਾਵੇ ਉੱਥੇ ਜਿੱਥੇ ਬੈਠਾ ਹੈ, ਟੋੜਦੇ ਹੀ ਢਹਿ ਗਏ ਪ੍ਰਾਣਾ, ਟੋੜਦੇ ਸਾਰੇ ਮਰ ਜਾਂਦਾ ਹੈ। ਮਨ ਉਧਰ ਟੁੱਟਿਆ, ਉਧਰ ਮਨ ਮਰਿਆ। ਕਿਵੇਂ? ਜਿਵੇਂ ਦਰਿਆ ਆਉਂਦਾ ਨਾ ਭੱਜਿਆ, ਮਰ ਫੂਕ ਦੂ ਕਰਦਾ, ਸਮੁੰਦਰ ਚ ਰਲਿਆ, ਬਸ ਉੱਥੇ ਹੀ ਮਰ ਗਿਆ। ਗਾਂ ਸਮੁੰਦਰ ਹੈ, ਚਾਹੇ ਦਰਿਆ ਹੌਲੀ ਆਵੇ ਚਾਹੇ ਤੇਜ਼ ਆਵੇ, ਪਰ ਜਦ ਸਮੁੰਦਰ ਚ ਰਲ ਜਾਂਦਾ ਆ ਕੇ ਉੱਥੇ ਫਿਰ ਕੀ ਕਰਨਾ? ਚੁੱਪ ਕਰਕੇ ਸ਼ਾਂਤ ਜਿਹਾ ਹੋ ਕੇ ਖੜ ਜਾਂਦਾ ਉੱਥੇ। ਜੇ ਕਿਤੇ ਆ ਜਾਵੇ ਕਹਿੰਦੇ ਢਿੰਗ ਢੂੰਡਦਾ ਨਾ ਨੇੜੇ ਤਾਂ ਮਿਲਦੀ ਸਾਰੀ ਉਹਦੇ ਵਿੱਚੇ ਮਿਲ ਜਾਂਦਾ, ਤਾਂ ਹੈਗਾ ਪ੍ਰਾਣ ਉਹਦੇ ਵਿੱਚੇ ਸਮਾ ਜਾਂਦਾ। ਆਪ ਰਹਿੰਦਾ ਹੀ ਨਹੀਂ, ਟੋਲਣ ਵਾਲਾ ਨਹੀਂ ਰਹਿੰਦਾ, ਜਿਹਨੂੰ ਟੋਲਦਾ ਉਹੀ ਰਹਿ ਜਾਂਦਾ। ਸਮੁੰਦਰ ਰਹਿ ਜਾਂਦਾ, ਨਾਨਕ ਨਹੀਂ ਰਹਿੰਦਾ। ਪਰ ਅਸੀਂ ਨਾਨਕ ਰੱਖੀ ਬੈਠੇ, ਸਮੁੰਦਰ ਹੈ ਨਹੀਂ। ਹੁਣ ਕਹਿੰਦਾ ਨਾ ਨਾਨਕੇ ਸਮੁੰਦਰ ਕਹੋ, ਹੁਣ ਤੁਸੀਂ ਛੱਡੋ ਪਰੇ ਸਮੁੰਦਰ ਨੂੰ। ਪਾਗਲ ਨਹੀਂ ਤਾਂ ਹੋਰ ਕੀ ਨੇ। ਹੋਰ ਪਹਿਲਾਂ ਕਬੀਰ ਹੈ, ਹੋਰ ਨੇ ਭਗਤ, ਕਿਤੇ ਅੰਤ ਕਿੰਨੇ ਭਗਤ ਨੇ। ਨਾਨਕੇ ਦੀਦਾਂ ਨੂੰ ਗੱਲਾਂ ਹੋਰ ਦੀਦਾ ਹੀ ਕੋਈ ਨਹੀਂ, ਉਹ ਦੀਦਾ ਹੀ ਕੋਈ ਨਹੀਂ ਇਹਨਾਂ ਨੂੰ। ਹਾਂਜੀ, ਢੱਡਾ ਟਿਕ ਢੂੰਡੇ ਕਤ ਆਨਾ, ਢੂੰਡਤ ਹੀ ਢਹਿ ਗਏ ਪ੍ਰਾਣਾ। ਜਦ ਟੋੜ ਲਿਆ ਖਤਮ, ਟੋੜ ਵਾਲਾ ਖਤਮ, ਲੱਭਣ ਵਾਲਾ ਖਤਮ, ਜਾਂ ਲੱਭ ਗਿਆ ਜਿਹਨੂੰ ਟੋੜਦਾ ਬਸ। ਦਰਿਆ ਟੋੜਦਾ ਸੀ, ਸਮੁੰਦਰ ਨੂੰ ਬੜੀ ਦੂਰੋਂ ਆਇਆ ਸੀ, ਮੋੜ ਘੋੜ ਕੱਟ ਕੇ। ਦੇਖੋ ਨਾ, ਪਹਿਲਾਂ ਤਾਂ ਇਹਨੂੰ ਜਾਂਦੀ ਹੈ ਗੰਗਾ, ਫਿਰ ਐ ਨੂੰ ਜਾਂਦੀ ਹੈ, ਫਿਰ ਐ ਮੁੜਦੀ ਹੈ, ਕਿੱਥੇ ਜਾ ਕੇ ਸਮੁੰਦਰ ਚ ਟੋੜਦੀ ਫਿਰਦੀ ਹੈ, ਲੱਭਦੀ ਫਿਰਦੀ ਹੈ। ਜਾਂ ਸਮੁੰਦਰ ਲੱਭਿਆ ਬਸ। ਚੜ ਸਮੇਰ ਢੂੰਡ ਜਬ ਆਵਾ, ਜੈ ਗੜ ਗੜਿਓ ਸੋ ਗੜ ਮੈਂ ਪਾਵਾ। ਦੂਜੇ ਪਾਸੇ ਜਿਹੜੇ ਸਵੇਰ ਢੂੰਡਦੇ ਨੇ, ਸਵੇਰ ਚ ਢੂੰਡਦੇ ਨੇ, ਦਿਮਾਗ ਚ ਜਿਹੜੇ ਤਿਰਕੁੜੀ ਢੂੰਡਦੇ ਨੇ, ਇਹਨੂੰ ਸਵੇਰ ਕਹਿੰਦੇ ਨੇ। ਆਹੀ ਕਿਹਾ ਕਬੀਰ ਦਾ, ਸਵੇਰ ਪਰਬਤ ਆਹ ਹੈ ਦਿਮਾਗ ਚ ਬੈਠੇ ਨੇੜੇ। ਉੱਥੇ ਹੇਮਕੁੰਡ ਦਾ ਪਰਬਤ ਇਸੇ ਨੂੰ ਕਿਹਾ ਹੋਇਆ ਦਸਮ ਪਾਤਸ਼ਾਹ ਨੇ ਵੀ, ਹੇਮਕੁੰਡ ਪਰਬਤ ਹੈ ਜਹਾਂ। ਹੇਮਕੁੰਡ ਕਿੱਥੇ? ਹੇਮਕੁੰਡ ਜਿੱਥੇ ਹਿਰਦਾ, ਜਿੱਥੇ ਉਹ ਬੈਠਾ, ਉੱਥੇ ਤਾਂ ਹੇਮਕੁੰਡ ਹੈਵਾ ਘਰ ਹੈ ਸੀਗਾ। ਸਬਦ ਸ੍ਰਿੰਗ ਸੋਭਤ ਹੈ, ਤਾਂ ਉੱਥੇ ਕਹਿੰਦੇ ਸਬਦ ਸ੍ਰਿੰਗ ਹੁੰਦਾ। ਦਾਦਰ ਨੇ ਹੇਮਕੁੰਡ ਮੈਂ ਕਿਹਨੂੰ ਕਹਿ ਰਿਹਾ, ਜਿਹਦੇ ਉੱਤੇ ਸਿਰ ਹੁੰਦਾ, ਸਬਦ ਸ੍ਰਿੰਗ ਹੁੰਦੇ ਨੇ। ਆਹ 7 ਦੁਆਰੇ ਨੇ ਅੱਖਾਂ ਦੇ। ਪੰਡ ਰਾਜ ਜੋਗ ਬਾਬਾ ਜੋਗੀ, ਇਹ ਸੱਚੇ ਕਮਾਉਂਦੇ ਨੇ ਜੋਗ। ਇਹ ਇਸ ਨੂੰ ਪਰਬਤ ਕਿਹਾ ਹੋਇਆ। ਅਸਮੇਰ ਕਹਿੰਦਾ, ਸਮੇਰ ਪਰਬਤ ਨਹੀਂ ਹੈ, ਉੱਤੇ ਉਹਨਾਂ ਨੇ ਪਰਬਤ ਕਹਿਤਾ। ਥੋੜੀ ਬਹੁਤੀ ਬੁੱਝਣ ਵਾਲੀ ਗੱਲ ਤਾਂ ਰੱਖਣੀ ਪਊਗੀ। ਇੱਥੇ ਸਮੇਰ ਇੱਥੇ ਕਿਹਾ ਹੋਇਆ, ਇੱਥੋਂ ਚੱਕ ਕੇ ਦਸਮ ਪਾਤਸ਼ਾਹ ਨੇ ਵਰਤਿਆ ਹੋਇਆ। ਇਹਨਾਂ ਨੂੰ ਕੀ ਪਤਾ ਵੀ ਕਿੱਥੇ ਕੀ ਲਿਖਿਆ, ਕੀ ਗੱਲ ਹੈ, ਪਤਾ ਹੀ ਨਹੀਂ ਵਿਦਵਾਨਾਂ ਨੂੰ ਤਾਂ ਕਾਸੇ ਦਾ ਵੀ। ਇੱਥੇ ਤਾਂ ਸਾਰੇ ਸਬੂਤ ਪਏ ਨੇ ਗੁਰਬਾਣੀ ਚ, ਉਹਨਾਂ ਨੇ ਕਹਾ ਪੜ੍ਹੇ ਨੇ ਸਬੂਤ। ਜੇ ਪੜ੍ਹੇ ਹੁਣ ਉਹਨਾਂ ਨੂੰ ਕਿਹੜਾ ਪਤਾ ਵੀ ਇਹ ਕੀ ਗੱਲ ਹੈ, ਉਹ ਕੀ ਗੱਲ ਹੈ, ਕੀ ਮੇਲ ਹੈ ਇਹਨਾਂ ਦਾ ਆਪਸ ਵਿੱਚ ਹੀ। ਜਵੜਿਆਂ ਮਾਰੀ ਜਾਂਦੇ ਨੇ। ਹਾਂਜੀ, ਚੜ ਸਮੇਰ ਢੂੜ ਜਬ ਆਵਾ,
ਜੈ ਗੜ ਗੜਿਓ ਸੋ ਗੜ ਮੈਂ ਪਾਵਾ। ਜਿਹਨੇ ਜਿਹੜਾ ਸਮੇਟ ਤੋਂ ਵਿੱਚੋਂ ਆ ਕੇ ਨਾ ਤਿਰਕੁਟੀ ਛੁੱਟ ਜਵੇ 10ਵਾਂ ਦਵਾਰ ਖੁੱਲ ਜਾਂਦਾ ਉਹਦਾ। ਚੜ ਸਮੇਟ ਟੁੱਟ ਜਬ ਆਵਾਜ਼ ਮੁੜਿਆ ਆਉਂਦਾ ਨਾ ਥੱਕ ਕੇ ਤਿਰਕੁਟੀ ਛੱਡ ਦਿੰਦਾ। ਇਹ ਵੀ ਤਿਰਕੁਟੀ ਜੇ ਡੋਲਦਾ ਸੀ ਕਬੀਰ, ਕਹਿੰਦਾ ਮੈਂ ਤਿਰਕੁਟੀ ਛੱਡ ਕੇ ਜਦ ਆਇਆ ਨਾ ਮੈਨੂੰ ਪਤਾ ਲੱਗੇ ਵੀ ਅੰਦਰੋਂ ਡੋਲ ਤਾਂ ਮੈਨੂੰ ਮਿਲ ਗਿਆ। ਜਿਨ ਗੜ ਗੜਿਆ ਸੋ ਗੜ ਮੈਂ ਪਾਵਾ, ਉਹ ਤਾਂ ਮੈਨੂੰ ਅੰਦਰੋਂ ਹੀ ਮਿਲ ਗਿਆ। ਜਿਹਨੇ ਸਾਰਾ ਸਰੀਰ ਦਾ ਕਿਲਾ ਬਣਾਇਆ ਸੀ, ਜਿਹਨੇ ਉਹ 10ਵਾਂ ਜਿਹੜਾ ਹੈਗਾ ਨਿਜ ਘਰ ਜਿਹਨੂੰ ਕਹਿੰਦੇ ਆ ਸੀ ਹਿਰਦਾ, ਜਿਹਨੇ ਹਿਰਦਾ ਰੋਸ਼ਨ ਕੀਤਾ ਸੀ ਉਹੀ ਗੜ ਹੈ। ਹਿਰਦਾ ਹੀ ਗੜ ਹੈ। ਆਦਾ ਉਹਦੇ ਤੇ ਕੱਪੜਾ ਹੀ ਆ, ਖਬਰ ਇਹ ਹੈ ਸਰੀਰ ਕਵਰ ਹੈ ਉਹਦਾ, ਕੱਪੜਾ ਨਾ ਅਸਲ ਤਾਂ ਗੜ ਅੰਦਰ ਲੈ। ਉਹ ਜਿਹਨੇ ਗੜ ਗੜਿਆ ਸੀ ਨਾ, ਬਣਾਇਆ ਸੀ, ਘੜਿਆ ਸੀ ਜਿਵੇਂ ਘੜਾ ਘੜੀ ਦਾ, ਜਿਹਦੀ ਵਜ੍ਹਾ ਨਾਲ ਜਿਹਨੇ ਸਾਰਾ ਸਰੀਰ ਦਾ ਕਿਲਾ ਬਣਾਇਆ ਸੀ, ਜਿਹਨੇ ਉਹ 10ਵਾਂ ਜਿਹੜਾ ਹੈਗਾ ਨਿਜ ਘਰ ਜਿਹਨੂੰ ਕਹਿੰਦੇ ਆ ਸੀ ਹਿਰਦਾ, ਜਿਹਨੇ ਹਿਰਦਾ ਰੋਸ਼ਨ ਕੀਤਾ ਸੀ ਉਹੀ ਗੜ ਹੈ। ਹਿਰਦਾ ਹੀ ਗੜ ਹੈ। ਆਦਾ ਉਹਦੇ ਤੇ ਕੱਪੜਾ ਹੀ ਆ, ਖਬਰ ਇਹ ਹੈ ਸਰੀਰ ਕਵਰ ਹੈ ਉਹਦਾ, ਕੱਪੜਾ ਨਾ ਅਸਲ ਤਾਂ ਗੜ ਅੰਦਰ ਲੈ। ਉਹ ਜਿਹਨੇ ਗੜ ਗੜਿਆ ਸੀ ਨਾ, ਬਣਾਇਆ ਸੀ, ਘੜਿਆ ਸੀ ਜਿਵੇਂ ਘੜਾ ਘੜੀ ਦਾ, ਜਿਹਦੀ ਵਜ੍ਹਾ ਨਾਲ ਰੋਸ਼ਨੀ ਸੀ, ਉਹ ਰੋਸ਼ਨੀ ਦੇ ਵਿੱਚ ਬੈਠਾ ਸੀ। ਉਹ ਤਾਂ ਵਿੱਚੋਂ ਹੀ ਵੜਿਆ ਅੰਦਰ, ਬਾਹਰ ਕਿੱਥੇ ਸੀ? ਜਿਹਦੀ ਵਜ੍ਹਾ ਨਾਲ ਉਹ ਅੰਦਰ ਜਿਹੜਾ ਸੀ ਹਿਰਦਾ ਰੋਸ਼ਨ ਸੀ, ਉਹ ਤਾਂ ਹਿਰਦੇ ਦੇ ਵਿੱਚ ਹੀ ਸੀਗਾ। ਉਹਦੇ ਫਿਰ ਚਾਨਣ ਤਾਂ ਉਹਦੇ ਹੋ ਰਿਹਾ ਸੀ। ਜੇ ਉੱਥੇ ਨਾ ਹੁੰਦਾ ਚਾਨਣ ਕਿਵੇਂ ਹੁੰਦਾ? ਉੱਥੇ ਜਿੱਥੇ ਰੋਸ਼ਨੀ ਪੈਦਾ ਹੁੰਦੀ ਹੈ ਉਹ ਵਿੱਚੇ ਹੁੰਦਾ, ਰੋਸ਼ਨੀ ਦੇ ਬਾਹਰ ਨਹੀਂ ਹੁੰਦਾ। ਬਾਹਰ ਕਿਵੇਂ ਚਲੇ ਜਾਊ? ਕਿਸੇ ਗੱਲ ਦਾ ਪਤਾ ਹੀ ਨਹੀਂ ਹੈ ਅਨਮਤੀਆਂ ਨੂੰ ਵੀ ਅਸਲ 'ਚ ਗੱਲ ਹੈ ਕੀ। ਤੇਰੇ ਚਾਨਣ ਸਭ ਮੈਂ ਚਾਨਣ ਹੋਵੇ ਤਾਂ ਕਹਿਤਾ ਗੁਰੂ ਨਾਨਕ ਨੇ ਵੀ, ਪਰ ਇਹਨਾਂ ਨੂੰ ਨਹੀਂ ਪਤਾ ਲੱਗਿਆ ਇਹਦਾ ਮਤਲਬ ਕੀ ਹੈ। ਉਹ ਚਾਨਣ ਜੀ ਜੋ ਪੈਦਾ ਹੁੰਦਾ ਚਾਨਣ ਦੇ ਵਿੱਚੇ ਹੁੰਦਾ, ਬਾਹਰ ਕਿਵੇਂ ਚਲੇ ਜਾਊਗਾ? ਐਸੇ ਗੱਲ ਨੂੰ ਕਿਹਾ ਸੀ ਉਹਨੇ, ਕਹਿਣਾ ਜਿਨ ਗੜ ਗੜਿਓ ਗੜ ਮੈਂ ਪਾਵਾ। ਉਹ ਕਹਿੰਦੇ ਚਾਨਣ ਤੇ ਚਾਨਣ ਸਭ ਮੈਂ ਚਾਨਣ ਹੋਏ। ਉਹ ਚਾਨਣ ਚੋਂ ਹੀ ਮਿਲਿਆ ਨਾ। ਮਨ ਕੀ ਹੈ? ਮਨ ਚਾਨਣ, ਮਨ ਚਾਨਣਾ ਹੈ ਨਾ, ਰੋਸ਼ਨੀ ਹੈ। ਫਿਰ ਮਨ ਦੇ ਵਿੱਚ ਉਹ ਆਪ ਹੈ। ਸਭ ਕੁਝ ਤਾਂ ਕਹਿ ਦਿੱਤਾ। ਮਨ ਮੈਂ ਆਪ, ਮਨ ਆਪਣੇ ਮਨ, ਮਨ ਉਹਦੇ ਚ ਪੈਦਾ ਹੋਇਆ, ਰੋਸ਼ਨੀ ਉਹ ਚ ਪੈਦਾ ਹੋਈ ਹੈ। ਉਹ ਰੋਸ਼ਨੀ ਦੇ ਵਿੱਚੋਂ ਆਪ ਹੈ। ਗੱਲ ਤਾਂ ਹੀ ਨਹੀਂ ਹੋ ਸੀ। ਸਭ ਕੁਝ ਕਹਿ ਦਿੱਤਾ ਪਰ ਬੁੱਝੇ ਕੌਣ? ਸਭ ਕੁਝ ਦੱਸਿਆ, ਬੁੱਝੇ ਕੌਣ? ਕਬੀਰ ਵੀ ਇਹੀ ਗੱਲ ਕਹਿੰਦਾ, ਗੁਰੂ ਨਾਨਕ ਨੇ ਵੀ ਉਹੀ ਵਿਆਖਿਆ ਕੀਤੀ ਹੈ। ਬਾਅਦ ਚ ਇਹੀ ਵਿਆਖਿਆ ਕੀਤੀ ਹੋਈ ਹੈ। ਫੇਰ ਵੀ ਕੋਰੇ ਦੇ ਕੋਰੇ ਹੀ ਨੇ ਸਿੱਖ, ਖਾਲੀ ਪਤਾ ਕੁਝ ਨਹੀਂ ਵੀ ਕੀ ਕਿਹਾ ਹੋਇਆ ਕੀ ਨਹੀਂ ਕਿਹਾ। ਅਸਲ ਚ ਕਹਿਆ ਕੀ ਜਾਂ ਕੀ ਨਹੀਂ, ਇਹਨਾਂ ਨੇ ਉੱਤੇ ਕੀ ਲੈਣਾ? ਇਹ ਤਾਂ ਜੇ ਬਾਣੀ ਪੜ੍ਹਦੇ ਨੇ ਤਾਂ ਇਹਨਾਂ ਨੂੰ ਮਾਇਆ ਚਾਹੀਦੀ ਹੈ, ਸੰਸਾਰੀ ਪਦਾਰਥ ਚਾਹੀਦੇ ਨੇ। ਜੇ ਗੁਰਦੁਆਰੇ ਉਹੀ ਮੱਥਾ ਟੇਕਣ ਜਾਂਦੇ ਤਾਂ ਵੀ ਸੰਸਾਰੀ ਪਦਾਰਥ, ਭੁੱਖੇ ਸੰਸਾਰੀ ਪਦਾਰਥਾਂ ਦੀ ਹੈ। ਟਾਰਗੇਟ ਸੰਸਾਰੀ ਤਰੱਕੀ ਔਰ ਸੰਸਾਰੀ ਪਦਾਰਥ ਨੇ। ਅਸਲੀਅਤ ਗੱਲ ਇਹ ਹੈ। ਜਿਹੜਾ ਕੋਈ ਦੂਆ ਬੱਲਾ ਉਹਨੇ ਇੰਨੀ ਮਿਹਨਤ ਨਹੀਂ ਕੀਤੀ ਹੋਣੀ। ਆ ਉਹਨੂੰ ਅੱਜ ਭੱਬਲ ਪੂਸਾ ਜਿਹੜਾ ਪਿਆ ਹੈ ਟੀਕੇ ਵਾਲਾ ਦਾ, ਉਹ ਉਧਰ ਲੱਗ ਕੇ ਫਿਰ ਕਿਸੇ ਦੀ ਇੰਨੀ ਬੁੱਧੀ ਹੋਵੇ, ਉਹ ਵਿਚਾਰੇ ਉਹਨਾਂ ਤੋਂ ਵਿਚਾਰਿਆ ਨਹੀਂ ਗਿਆ। ਹਾਂਜੀ, ਲਾਣਾ ਰਣ ਰੁੱਤੋ ਨਰ ਨਹੀਂ ਕੇਰੇ, ਨਾ ਨਿਵੇ ਨਾ ਫੁੱਲ ਸੰਚਰੇ। ਜਿਹੜਾ ਇਹ ਜੰਗ 'ਚ ਲੱਗਿਆ ਹੋਇਆ ਨਾ ਮਨ ਜਿੱਤਣ 'ਚ, ਲਾਣਾ ਰਣ ਰੁੱਤੋ ਨਰ ਨਹੀਂ ਕਰੇ। ਇਹ ਜੰਗ ਨਫ਼ਰਤ ਨਾਲ ਨਹੀਂ ਲੜਨੀ ਹੈ, ਪ੍ਰੇਮ ਨਾਲ ਲੜਨੀ ਹੈ। ਇਹ ਖੇਡ ਪ੍ਰੇਮ ਦੀ ਹੈ, ਦੇਹ ਦੀ ਖੇਡ ਹੈ। ਮਰੇ ਪ੍ਰੇਮ ਨਾਲ ਮਨ ਨੂੰ ਮਨਾਉਣਾ, ਘੂਰ ਕੇ ਨਹੀਂ ਮੰਨਦਾ ਹੁੰਦਾ ਮਨ ਕਦੇ ਵੀ। ਘੂਰ ਕੇ ਤਾਂ ਜੋਗੀ ਬਣਾ ਰਹੇ ਨੇ, ਜੋਗੀ ਦਾ ਮਨ ਮੰਨ ਗਿਆ। ਇਹ ਹੈ ਪ੍ਰੇਮ ਦੀ ਖੇਡ ਹੈ। ਇਹਨੂੰ ਸਮਝਾ ਕੇ ਮਨ ਨੂੰ ਸਮਝਾਇਆ ਪ੍ਰੇਮ ਨਾਲ ਜਾ ਸਕਦਾ। ਉਹ ਅਲੱਗ ਗੱਲ ਆ, ਅਸੀਂ ਪੱਖ ਸਾਰੇ ਦਿਖਾ ਦਿੰਦੇ, ਡਰ ਭੈ ਵਾਲਾ ਪੱਖ ਨਾ, ਫਿਰ ਨੁਕਸਾਨ ਵਾਲੇ ਪੱਖ ਸਾਰੇ ਦਿਖਾ ਦਿੰਦੇ। ਪਰ ਫਿਰ ਉਹਨੂੰ ਇਹੀ ਕਹਿਣਾ ਵੀ ਤੇਰੇ ਨਾਲ ਭਾਈ ਹਮਦਰਦੀ ਹੈ ਤਾਂ ਤੈਨੂੰ ਕਹਿਣਾ ਤੇਰੇ ਫਾਇਦਾ। ਅਖੀਰ ਤਾਂ ਇੱਥੇ ਆਉਂਦੀ ਹੈ ਗੱਲ ਵੀ ਤੇਰੇ ਫਾਇਦੇ ਦੀ ਗੱਲ ਹੈ, ਸਾਡਾ ਕੋਈ ਇਹਦੇ 'ਚ ਫਾਇਦਾ ਨੁਕਸਾਨ ਨਹੀਂ ਹੈ।
ਜੇ ਉਹਦੀ ਅਕਲ ਚ ਆ ਜਾਏ ਫਿਰ ਉਹਨੂੰ ਪਤਾ ਵੀ ਫਾਇਦਾ ਤਾਂ ਮੇਰਾ ਹੀ ਹੈ। ਇਹ ਨਾ ਮਗਜ ਮਾਰਦੇ ਨੇ, ਇਹਨਾਂ ਦਾ ਕੀ ਫਾਇਦਾ ਬਈ, ਵੀ ਵਾਕਈ ਮੇਰੇ ਨਾਲ ਪ੍ਰੇਮ ਹੈ ਕਰਦੇ। ਜੋ ਇਹ ਸਮਝ ਲੈ ਤਾਂ ਪਲਟ ਜਾਂਦਾ। ਜੋ ਇਹ ਗੱਲ ਨੂੰ ਸਮਝ ਲਵੇ ਗੁਰਬਾਣੀ ਸਾਡੇ ਵਾਸਤੇ ਸਾਡੇ ਫਾਇਦੇ ਦੀ ਗੱਲ ਕਹਿੰਦੀ ਹੈ ਤਾਂ ਮਨ ਪਲਟ ਜਾਂਦਾ। ਜਿੰਨਾ ਜਿਹੜੇ ਮਹਿਸੂਸ ਨਹੀਂ ਕਰਦਾ ਮਨ, ਉਹਨਾਂ ਚ ਨਹੀਂ ਪਲਟਦਾ। ਕਹਿੰਦਾ ਜੀ ਗੁਰਬਾਣੀ ਤਾਂ ਛਡਾਉਂਦੀ ਹੈ, ਛਡਾਉਂਦੀ ਹੈ ਤਾਂ ਨਫ਼ਰਤ ਕਰਦਾ ਗੁਰਬਾਣੀ ਨੂੰ। ਜੀ ਗੁਰਬਾਣੀ ਦਾ ਸਭ ਕੁਝ ਛਡਾਉਂਦੀ ਹੈ, ਉਲਟੀ ਕਹਿਤੀ ਨਾ, ਉਲਟੀ ਬੋਲ ਮੇਰਾ ਨੁਕਸਾਨ ਕਰਦੀ, ਛਡਾਉਂਦੀ ਹੈ। ਕਿਉਂ ਛਡਾਉਂਦੀ ਹੈ ਇਹ ਨਹੀਂ ਕਿਹਾ ਵੀ ਗੁਰਬਾਣੀ ਨੇ ਤੇਰੀ ਵਿਰਾਸਤ ਸਾਂਭਣੀ ਹੈ, ਜਾਂ ਤਾਂ ਉਹਨਾਂ ਨੇ ਸਾਂਭਣਾ ਤੇਰਾ ਜਿਹੜਾ ਤੇ ਛਡਾਇਆ। ਜਿਹੜੇ ਠੱਗ ਨੇ ਸਾਧ ਉਹਨਾਂ ਦੇ ਕਹੇ ਤੇ ਛੱਡ ਦਿੰਦੇ ਨੇ ਸਭ ਕੁਝ, ਸੱਚਿਆਂ ਦੇ ਕਹੇ ਤੇ ਨਹੀਂ ਛੱਡਦੇ, ਦੋਹਾਂ ਦੇ ਕਹੇ ਤੇ ਛੱਡ ਦਿੰਦੇ। ਰਾਣਾ ਰੂਪੋ ਨਰ ਨਹੀਂ ਕਰੇ। ਇਹ ਜਿਹੜਾ ਰਾਣਾ ਦੂਜੀਆਂ ਮੱਤਾਂ ਨਾਲ ਵੀ ਅਸੀਂ ਜਿਹੜਾ ਹੈ ਇੱਕ ਕਿਸਮ ਦੀ ਹੈ ਤਾਂ ਜੱਦੇ ਸਾਰੀਆਂ ਮੱਤਾਂ ਨਾਲ ਪਖੰਡਵਾਦ ਨਾਲ ਵੀ ਲੜਾਈ ਹੈ ਇਹ, ਪਰ ਲੜਾਈ ਪ੍ਰੇਮ ਨਾਲ ਹੈ। ਪ੍ਰੇਮ ਦੀ ਲੜਾਈ ਹੈ, ਨਫ਼ਰਤ ਦੀ ਲੜਾਈ ਨਹੀਂ ਹੈ। ਇਹ ਪ੍ਰੇਮ ਨੂੰ ਕਹਿੰਦੇ ਨੇ। ਲੜਾਈ ਤਾਂ ਹੈ ਦੂਜੀਆਂ ਮੱਤਾਂ ਨਾਲ ਸਾਰੀਆਂ ਨਾਲ, ਪਖੰਡਵਾਦ ਨਾਲ ਵੀ ਲੜਾਈ ਹੈ। ਜੇ ਅਸੀਂ ਗੱਲ ਕਰਾਂਗੇ ਲੜਾਈ ਉਹ ਸਮਝਣਗੇ। ਉਪਦੇਸ਼ ਤਾਂ ਸਾਰਿਆਂ ਨੂੰ ਹੀ ਹੈ, ਇਹ ਉਪਦੇਸ਼ ਹੈ, ਲੜਾਈ ਨਹੀਂ ਹੈ। ਅਸੀਂ ਕਹਿੰਦੇ ਉਪਦੇਸ਼ ਹੈ, ਉਹ ਕਹਿੰਦੇ ਨੇ ਲੜਾਈ ਹੈ। ਲੜਾਈ ਤਾਂ ਉਹ ਮੰਨਦੇ ਨੇ, ਅਸੀਂ ਤਾਂ ਕਹਿੰਦੇ ਨਹੀਂ। ਅਸੀਂ ਤਾਂ ਉਹਨਾਂ ਦੇ ਭਲੇ ਦੀ ਗੱਲ ਕਰਦੇ ਹਾਂ, ਬੁਰੇ ਦਾ ਵੀ ਭਲਾ ਕਰਦੇ ਹਾਂ ਕਿ ਫਰੀਦ ਬੁਰੇ ਦਾ ਭਲਾ, ਇਹ ਬੁਰੇ ਦਾ ਭਲਾ। ਉਹ ਕਹਿੰਦੇ ਨੇ ਲੜਾਈ ਹੈ, ਉਹਨਾਂ ਦੀ ਸੋਚ ਪੁੱਠੀ ਹੈ। ਨਾ ਨਹੀਂ ਕਰਾ ਨਾ ਨਿਵੇ ਨਾ ਫੁੱਲ ਸੰਚਰੈ, ਨਾ ਨਿਵੇ, ਨਿਬੜਨ ਦੀ ਗੱਲ ਨਹੀਂ ਹੈ। ਨਿਵੇ ਕਿਵੇਂ? ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਝੂਠ ਨਾਲ। ਚਾਹੇ ਕਿੱਡਾ ਹੀ ਕੋਈ ਰਾਜਾ ਹੋਵੇ, ਕਿੱਡਾ ਹੀ ਕੁਛ ਹੋਵੇ, ਕਿੱਡਾ ਹੀ ਕੋਈ ਅਵਤਾਰ ਹੋਵੇ, ਕਿੰਨੀ ਦੁਨੀਆ ਉਹਦੀ ਮਗਰ ਹੋਵੇ, ਕਿੰਨਾ ਉਹਦੇ ਕੋਲ ਧਨ ਦੌਲਤ ਮਾਲ ਹੋਵੇ, ਕੋਈ ਲਾਲਚ ਦਿੰਦਾ ਹੋਵੇ, ਸੱਚ ਤੋਂ ਥੋੜਾ ਬਹੁਤਾ ਵੀ ਹਟਿਆ ਨਹੀਂ ਜਾ ਸਕਦਾ। ਕੰਪਰੋਮਾਈਜ਼ ਝੂਠ ਨਾਲ ਨਹੀਂ ਕੀਤਾ ਜਾ ਸਕਦਾ। ਆਪਣੇ ਟਾਰਗੇਟ ਤੋਂ ਨੀਵਾਂ ਹੋਇਆ ਨਹੀਂ ਜਾ ਸਕਦਾ। ਨੀਵਾਂ ਹੋ ਗਿਆ ਆਪ ਵੀ ਰਹਿ ਗਿਆ, ਜੇ ਨੀਵਾਂ ਹੋ ਗਿਆ ਤਾਂ ਮਰ ਗਿਆ ਉਹ। ਸੱਚ ਝੁਕ ਨਹੀਂ ਸਕਦਾ, ਨੀਵਾਂ ਨਹੀਂ ਹੋ ਸਕਦਾ। ਫਿਰ ਤਾਂ ਖੋਟ ਆਣ ਵਾਲੀ ਉੱਥੇ। ਇਸੇ ਸਟੈਂਡਰਡ ਦੀ ਗੱਲ ਰਹੂ, ਇਹ 'ਚ ਕੋਈ ਕੰਪਰੋਮਾਈਜ਼ ਨਹੀਂ ਹੈ ਕਿਸੇ ਨਾਲ ਵੀ। ਜੇ ਕਹੇ ਇੰਨੀ ਕਿ ਸੋਧ ਕਰ ਲਓ ਬਾਣੀ 'ਚ ਤੇ ਕੀਤੀ ਜਾ ਸਕਦੀ, ਫਿਰ ਸੱਚ ਨਹੀਂ ਰਹਿਣਾ। ਉਹ ਸੱਚ ਝੂਠ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਨਾ ਨਿਵੇ ਨਾ ਫੁੱਲ ਸੰਚਰੇ, ਨਾ ਫੁੱਲ ਸੰਚਰੇ, ਨਾ ਦੁਬਾਰਾ ਇਹਨਾਂ ਨੂੰ ਜਿਹੜੇ ਔਗਣਾਂ ਨੂੰ ਔਗਣ ਇਕੱਠੇ ਹੋ ਜਾਂਦੇ ਨੇ। ਇਕੱਠੇ ਹੋ ਕੇ ਕਹਿੰਦੇ ਨੇ ਵੀ ਥੋੜਾ ਜਿਹਾ ਇੱਕ ਵਾਰ ਥੋੜਾ ਜਿਹਾ ਨੀਵਾਂ ਆ ਜਾਵੇ ਫਿਰ ਅਸੀਂ ਦੱਬ ਲਾਂਗੇ, ਜਰਾ ਕਮੀ ਆ ਜਾਵੇ ਫਿਰ ਅਸੀਂ ਹਾਵੀ ਹੋ ਜਾਵਾਂਗੇ। ਹਵਾ ਸਮਾਨ ਕਮੀ ਆਈ ਸੀ ਸ੍ਰੀ ਚੰਦ ਵਿੱਚ, ਖਤਮ ਹੋ ਗਿਆ। ਉਹ ਕਹਿੰਦੇ ਰੱਖੀ ਤਾਂ ਇਹੀ ਵਿਚਾਰਧਾਰਾ ਤਾਂ ਇਹੀ ਰੱਖ ਲਈ ਬਾਪ ਵਾਲੀਓ, ਬਾਹਰ ਬਾਣਾ ਹੀ ਪਾਉਣਾ। ਉਹਨਾਂ ਨੇ ਕਿਹਾ ਵੀ ਗੱਲ ਠੀਕ ਹੈ, ਵੀ ਅਸੀਂ ਤਾਂ ਕਿਹਾ ਸੀ ਨਾਨਕ ਨੂੰ ਵੀ ਬਾਣਾ ਪਾ ਲੈ, ਬਾਕੀ ਸਾਰੇ ਵਾਲੀ ਤੇਰੇ ਵਾਲੀ ਗੱਲ ਠੀਕ ਹੈ। ਬਾਣੇ ਦਾ ਕੀ ਫਰਕ? ਨਾਲੇ ਉਹ ਕਹਿੰਦਾ ਵੀ ਬਾਣੇ ਦਾ ਕੋਈ ਮਤਲਬ ਹੈ ਨਹੀਂ, ਪਰ ਇੰਨੀ ਗੱਲ ਮੰਨਣ 'ਚ ਸ੍ਰੀ ਚੰਦ ਖਤਮ ਹੋ ਗਿਆ। ਗੁਰੂ ਨਾਨਕ ਨੇ ਗੱਲ ਮੰਨੀ ਨਹੀਂ। ਆਹ ਗੱਲ ਲਿਖ ਰਹੇ ਉਹ ਕਬੀਰ। ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਬਾਹਰ ਬਾਣਾ ਸਾਡਾ, ਬਾਣੀ ਤੁਹਾਡੀ, ਕੰਪਰੋਮਾਈਜ਼ ਸੀ ਨਾ, ਤਾਂ ਨਹੀਂ ਕੀਤਾ ਗੁਰੂ ਨਾਨਕ ਨੇ। ਨਹੀਂ ਕੀਤਾ ਜਾ ਸਕਦਾ, ਕਬੀਰ ਦਾ ਪਹਿਲਾਂ ਹੀ ਕਿਹਾ ਹੈ। ਜੇ ਕੰਪਰੋਮਾਈਜ਼ ਕਰ ਲਿਆ ਥੋੜਾ ਜਿਹਾ ਵੀ, ਜਦੇ ਸਾਰੀ ਫੌਜ ਇਕੱਠੀ ਹੋ ਜੂਗੀ ਹਮਲਾ ਕਰਨ ਨੂੰ ਔਗਣਾਂ ਦੀ। ਜਿਹੜੇ ਭੱਜੇ ਨੇ ਨਾ ਔਗਣ, ਮਾਰਾ ਇੱਕ ਤਾਜਾਂ ਘਣੇ ਜਿਹੜੇ ਤੱਜ ਕੇ ਗਏ ਨੇ, ਸਾਰੇ ਫੌਜ ਇਕੱਠੀ ਹੋ ਕੇ ਫਿਰ ਹਮਲਾ ਕਰੂਗੀ ਤੁਹਾਡੇ। ਜੇ ਕੰਪਰੋਮਾਈਜ਼ ਕਰ ਲਿਆ ਫਿਰ ਤਾਂ ਆ ਜਾਣਗੇ। ਇਹ ਕਹਿ ਰਿਹਾ ਵਾਰਨਿੰਗ ਹੈ ਕਿਸਮ ਦੀ, ਇਹ ਵਾਰਨਿੰਗ ਹੈ। ਕੰਪਰੋਮਾਈਜ਼ ਨਹੀਂ ਕਰ ਸਕਦਾ ਸਿੱਖ, ਕੰਪਰੋਮਾਈਜ਼ ਨਹੀਂ ਕਰ ਸਕਦਾ, ਖੋਪੜੀ ਲਾ ਸਕਦਾ।
ਸਿੱਖ ਕੰਪਰੋਮਾਈਜ਼ ਨਹੀਂ ਕਰ ਸਕਦਾ, ਉੱਪਰ ਦੀ ਦੇਖ 'ਚ ਬੈਠ ਸਕਦਾ, ਚੜ੍ਹ ਤੇ ਚੜ੍ਹ ਸਕਦਾ, ਕੰਪਰੋਮਾਈਜ਼ ਨਹੀਂ ਕਰ ਸਕਦਾ। ਸਿੱਖਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਬੰਦੇ ਬਹਾਦਰ ਨੇ ਕੰਪਰੋਮਾਈਜ਼ ਕੀਤਾ ਤੇ ਮਾਰਿਆ ਗਿਆ, ਸਿੱਖੀ ਤੋਂ ਵੀ ਖਾਰਜ ਹੋ ਗਿਆ ਔਰ ਮੌਤ ਵੀ ਹੋ ਗਈ। ਉਹ ਜਿਹੜੀ ਗੱਲ ਦਾ ਕੰਪਰੋਮਾਈਜ਼ ਕੀਤਾ ਤਾਂ ਬਚਣ ਵਾਸਤੇ ਜਾਨ ਬਖਸ਼ੀ ਦਾ ਉਹ ਵੀ ਨਹੀਂ ਮਿਲੀ। ਦੁਬਦਾ ਮੈਂ ਦੋਨੋਂ ਗਏ ਮਾਇਆ ਬੜੀ ਨਾ ਰਾਮ, ਦੋ ਹੀ ਚਲੇ ਗਏ। ਜੇ ਕੰਪਰੋਮਾਈਜ਼ ਕੀਤਾ ਬੰਦੇ ਬਹਾਦਰ ਨੇ, ਕੰਪਰੋਮਾਈਜ਼ ਕੀਤਾ ਨਾਮਧਾਰੀਆਂ ਨੇ, ਕੀਤਾ ਨਾ ਦੋਹਾਂ ਨੇ, ਦੋ ਹੀ ਖਤਮ ਹੋ ਗਏ। ਕੌਡੀ ਦੀ ਪੁੱਛ ਨਹੀਂ ਹੈ ਅੱਜ, ਕੰਪਰੋਮਾਈਜ਼ ਨਹੀਂ ਕਰ ਸਕਦਾ। ਜਾਨ ਬਖਸ਼ੀ ਦੀ ਕੰਪਰੋਮਾਈਜ਼ ਤਾਂ ਹੋ ਹੀ ਨਹੀਂ ਸਕਦੀ ਇਹਦੇ ਵਿੱਚ। ਜਾਨ ਬਖਸ਼ੀ ਦੀ ਕੰਪਰੋਮਾਈਜ਼ ਹੁੰਦੀ ਹੈ, ਹੋਰ ਕੰਪਰੋਮਾਈਜ਼ ਹੋਰ ਕਾਹਦਾ ਹੁੰਦਾ? ਜੇ ਉਹਨਾਂ ਨੇ ਮਰਨਾ ਹੀ ਸੀ ਉੱਥੇ ਹੀ ਲੜ ਕੇ ਮਰ ਜਾਂਦੇ, ਸ਼ਹੀਦ ਹੋਣਾ ਸੀ। ਜੇ ਮੰਨਿਆ ਹੋਇਆ ਸੀ ਸ਼ਹੀਦ ਹੋਣਾ ਬੰਦੇ ਬਹਾਦਰ ਦਾ, ਉੱਥੇ ਗੜੀ ਚੋਂ ਗ੍ਰਿਫਤਾਰ ਹੋਣ ਦਾ ਕੀ ਮਤਲਬ ਸੀ? ਜਿਹੜਾ ਗ੍ਰਿਫਤਾਰ ਹੁੰਦਾ ਕੰਪਰੋਮਾਈਜ਼ ਹੁੰਦਾ ਉੱਥੇ। ਪਹਿਲਾਂ ਕੰਪਰੋਮਾਈਜ਼ ਹੈ, ਫਿਰ ਗ੍ਰਿਫਤਾਰ ਹੁੰਦਾ। ਸਿੱਖ ਇਸ ਗੱਲ ਨੂੰ ਨਹੀਂ ਸਮਝ ਸਕਦੇ। ਆ ਜਿਹੜੇ ਬੰਦੇ ਬਹਾਦਰ ਦਾ ਮਨਾ ਰਹੇ ਨੇ, ਇਹ ਸਿੱਖ ਨੇ ਕਿਤੇ? ਆ ਦੇਖੋ ਤਾਂ ਗੁਰਬਾਣੀ ਦਾ ਕੀ ਕਹਿੰਦੀ ਹੈ। ਇਹਨਾਂ ਨੇ ਸਿੱਖੀ ਤਾਂ ਕੀ ਲੈਣਾ? ਸਿੱਖੀ ਸੁੱਖੀ ਵਾਲੀ ਕੋਈ ਗੱਲ ਨਹੀਂ ਇਹਨਾਂ ਕੋਲ ਹੈਗੀ। ਬੰਦਾ ਬਹਾਦਰ ਸਿੱਖੀ ਛੱਡ ਗਿਆ ਸੀ, ਮਾਤਾ ਨੇ ਤਾਂ ਉਹਦਾ ਕੀਤਾ ਹੋਇਆ ਹੁਕਮਨਾਮਾ ਦੇ ਖਿਲਾਫ ਜਾਰੀ ਕੀਤਾ ਹੈ। ਇਹਨਾਂ ਨੇ ਸਰਟੀਫਿਕੇਟ ਦੇ ਦਿੱਤਾ ਸਿੱਖੀ ਦਾ, ਹੁਣ ਇਹ ਦੇਣਾ ਚਾਹੁੰਦੇ ਨੇ ਕਿਉਂਕਿ ਆਪ ਸਿੱਖ ਨਹੀਂ ਜਿਹੇ ਜੇ ਇਹ ਸਿੱਖ ਨੇ ਉਹੋ ਜਿਹਾ ਬੰਦਾ ਬਹਾਦਰ ਹੈ, ਇਹਨਾਂ ਵਰਗਾ ਹੈਗਾ। ਇਹਨਾਂ ਦਾ ਮਤਲਬ ਜੇ ਉਹਨੂੰ ਸਰਟੀਫਿਕੇਟ ਸਿੱਖੀ ਦਾ ਮਿਲ ਜਾਏ ਸੰਗਤ ਵੱਲੋਂ ਤਾਂ ਸਾਨੂੰ ਵੀ ਮਿਲ ਜਾਏ। ਆਪਣੇ ਸਰਟੀਫਿਕੇਟ ਵਾਸਤੇ ਕਹਿੰਦੇ ਨੇ ਵੀ ਅਸੀਂ ਹੱਥ ਖੜੇ ਕਰਕੇ ਉੱਥੋਂ ਆ ਗਏ ਸੀ ਨਾ ਦਰਬਾਰ ਸਾਹਿਬ ਚੋਂ, ਉਹ ਹੱਥ ਖੜੇ ਕਰਕੇ ਆ ਗਿਆ ਸੀ। ਇਹਨਾਂ ਵਰਗਾ ਹੀ ਉਹ ਹੈ। ਇਹਨਾਂ ਨੂੰ ਸਾਡੇ ਨਾਲੇ ਸਿੱਖ ਸਾਰੀ ਦੁਨੀਆ ਸਰਟੀਫਿਕੇਟ ਦੇ ਦੇਵੇ ਸਿੱਖੀ ਦਾ। ਅਸਲ ਤਾਂ ਦਰਗਾਹ ਚੋਂ ਮਿਲਣਾ ਹੈ, ਇਹ ਸਰਟੀਫਿਕੇਟ ਤਾਂ ਦਰਗਾਹ ਚੋਂ ਮਿਲਣ ਵਾਲੇ ਹੁੰਦੇ ਨੇ। ਲੋਕ ਚਾਹੇ ਸਾਰੇ ਹੀ ਸਰਟੀਫਿਕੇਟ ਦੇਈ ਜਾਣ, ਕੀ ਫਰਕ ਪੈਂਦਾ ਇਹਦੇ ਨਾਲ? ਸਵਾਲ ਇਹ ਗੁਰਬਾਣੀ ਦੀ ਕਸੌਟੀ ਤੇ ਪੂਰੇ ਹੋ ਕਿ ਨਹੀਂ ਪੂਰੇ। ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਏ। ਇਹਦਾ ਦਰਗਾਹ ਜਾ ਕੇ ਪਤਾ ਲੱਗੂ ਕੱਚੇ ਪੱਕੇ ਦਾ, ਸਿੱਖੀ ਦਾ। ਇੱਥੇ ਕੌਣ ਪੁੱਛਦਾ? ਇੱਥੇ ਤਾਂ ਸੰਤ ਵੀ ਸਾਰੇ ਸੰਤ ਨੇ ਸਰਟੀਫਿਕੇਟ ਲਈ ਫਿਰਦੇ ਨੇ, ਹਜ਼ਾਰਾਂ ਆਦਮੀ ਇਕੱਠੇ ਕਰਕੇ ਮਹਾਂਪੁਰਖ ਕਹੀ ਜਾਂਦੇ ਨੇ। ਇਹ ਤਾਂ ਗਾਹਾਂ ਪਤਾ ਲੱਗੂ ਕੌਣ ਸੰਤ ਹੈ ਕੌਣ ਨਹੀਂ ਹੈ। ਇੱਥੇ ਵੀ ਗੁਰਬਾਣੀ ਦੀ ਕਸੌਟੀ ਤੇ ਤੋਲ ਕੇ ਦੇਖ ਲਓ। ਸਭ ਕੋ ਪੂਰਾ ਆਪੋ ਆਖਿਆ, ਘਟਨਾ ਕੋ ਆਪੋ ਹੋਵੇ, ਘਟਨਾ ਕੋ ਆਖਿਆ। ਇਹ ਤਾਂ ਨਾਨਕ ਵੇਲੇ ਵੀ ਸੀ। ਸਭ ਕੋ ਪੂਰਾ ਆਪੋ ਹੋਵੇ, ਘਟਨਾ ਕੋ ਆਖਿਆ। ਪਤ ਪਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਪਾ ਦੇ ਨਾ ਬੱਟਾ ਪਿੱਛੇ ਗੁਰਮਤਿ ਦਾ, ਫਿਰ ਪਤਾ ਲੱਗੂਗਾ ਪੂਰਾ ਹੈ ਕਿ ਨਹੀਂ ਹੈ। ਪਤ ਪਰਵਾਣਾ ਕਿੱਥੇ? ਪਤੀ ਪਰਵਾਣਾ ਪਰਮੇਸ਼ਰ ਨੂੰ ਜੋ ਪ੍ਰਵਾਣਾ ਬੱਟਾ ਉਹ ਪਾਈਏ। ਆ ਹੈ ਪ੍ਰਵਾਨ ਗੁਰਬਾਣੀ। ਗੁਰਬਾਣੀ ਪ੍ਰਵਾਨ ਦਰਗਾਹ ਚ ਪਰਮੇਸ਼ਰ ਨੂੰ। ਇਹਦੇ ਕਸੌਟੀ ਤੇ ਤੋਲ ਕੇ ਦੇਖੋ। ਪਤ ਪਰਵਾਣੇ ਦਾ ਮਤਲਬ ਇਹ ਹੈ ਪ੍ਰਵਾਨ ਦਾ ਬਾਣੀ ਹੈ ਉੱਥੇ। ਤਾਂ ਨਾਨਕ ਤੋਲਿਆ ਜਾਪੈ। ਹਾਂਜੀ, ਧਨ ਜਨਮ ਤਾਹੀ ਕੋ ਗਣੇ, ਮਾਰੇ ਏਕੇ ਤਜ ਜਾਏ ਘਣੇ। ਧਨ ਜਨਮ ਤਾਹੀ ਕੋ ਗਣੇ, ਉਸ ਵਿਅਕਤੀ ਦਾ ਜਨਮ ਧਨ। ਮਾਰਾ ਇੱਕ ਹੈ ਤਾਂ ਜਾਏ ਘਣੇ। ਇੱਕ ਨੂੰ ਮਾਰਨਾ, ਕਿਹਨੂੰ ਮਾਰਨਾ? ਭਰਮ ਨੂੰ ਮਾਰਨਾ। ਬਾਕੀ ਸਭ ਛੱਡ ਜਾਣਗੇ। ਭਰਮ ਕਾ ਨਾਸ ਗੁਰ ਪ੍ਰਸਾਦ, ਬਾਕੀ ਸਭ ਛੱਡ ਜਾਣਗੇ। ਉਧਰ ਹਿੰਦੂ ਮਤ ਕੀ ਕਰ ਰਹੀ ਹੈ? ਇਲਾਜ ਉਹ ਕਾਮ ਕ੍ਰੋਧ ਲੋਭ ਮੋਹ ਦਾ ਇਲਾਜ ਕਰ ਰਹੀ ਹੈ। ਅਸੀਂ ਨਹੀਂ ਕਰਨਾ। ਉਹ 5 ਨੇ ਉਹਨਾਂ ਕੋਲ, ਸਾਡੇ ਕੋਲ 6 ਨੇ। ਉੱਥੇ ਹੰਕਾਰ ਤੇ ਆ ਕੇ ਫੁੱਲ ਸਟਾਪ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਹੋ ਗਏ ਨਾ। ਪਰ ਕਬੀਰ ਕਹਿੰਦੇ 6 ਨੇ। ਇੱਕ ਮਰਨ ਤੇ 2 ਮੂਹੇ ਆਊਗਾ, ਕਹਾਂ 2 ਮਰਨ ਤੇ 4, 4 ਮਰਨ ਤੇ 6 ਮੂਹੇ, 4 ਪੁਰਖ 2 ਨਾਲ 6 ਨੇ। ਗੁਰੂ ਨਾਨਕ ਨੇ ਸਵਾਲ ਖੜਾ ਕਰਤਾ, ਕਹਿੰਦੇ ਤੁਸੀਂ ਹਉਮੈ ਤੇ ਜਾ ਕੇ ਰੁਕ ਗਏ। ਹਉਮੈ ਕਿੱਥੋਂ ਉਪਜਿਆ? ਦੱਸੋ ਇਹ ਕਿੱਥੋਂ ਪੈਦਾ ਹੋਈ ਹੈ? ਹਉਮੈ ਦੀ ਵਜ੍ਹਾ ਕੀ ਹੈ ਪੈਦਾ ਹੋਣ ਦੀ? ਹਉਮੈ ਦਾ ਕਾਰਨ ਕੀ ਹੈ? ਹਉਮੈ ਦਾ ਕਾਰਨ ਹੈ ਭਰਮ। ਹੁਣ ਭਰਮ ਦਾ ਕਾਰਨ ਕੀ ਹੈ? ਗਾਹਾਂ
इसका भी तो कारण हो कोई। बाद में क्या कहिए भरम ऐसा जैसा जानिए होए ना तैसा। जो चीज ਆਪਾਂ ਜਿਵੇਂ ਉਹਨੂੰ ਜਾਣਦੇ ਸਮਝਦੇ ਹੋਵੇ ਨਾ ਹੋਵੇ ਭਰਮ, ਇਹ ਤਾਂ ਗਲਤੀ ਹੈ ਸਾਡੀ। ਗਲਤ ਸਮਝ ਲੈਣਾ ਭਰਮ। ਕਿਸੇ ਚੀਜ਼ ਨੂੰ ਸੱਚ ਝੂਠ ਨੂੰ ਸੱਚ ਸਮਝ ਲੈਣਾ ਭਰਮ। ਜੋ ਸਿੱਖੀ ਅਸੀਂ ਰੂਪ ਅੱਜ ਸਮਝੀ ਬੈਠੇ ਸਿੱਖੀ ਦਾ ਹੀ ਭਰਮ ਹੈ ਸਾਡਾ। ਜੋ ਅਸੀਂ ਮੰਨੀ ਬੈਠੇ ਅੱਜ ਸਿੱਖੀ ਸਿੱਖੀ ਹੈ ਨਹੀਂ ਭਰਮ, ਹੀ ਭਰਮ। ਬੰਦੇ ਬਾਦ ਨੂੰ ਅਸੀਂ ਸ਼ੀਰ ਮੰਨੀ ਬੈਠੇ ਭਰਮ। ਕਹਾ ਨਹੀਂ ਰਹੇ ਇਹਦੇ ਹਿਸਾਬ ਨਾਲ ਭਰਮ। ਗੁਰਬਾਣੀ ਨਾ ਸਮਝੀ ਹੋਈ ਭਰਮ। ਜੋ ਅਸੀਂ ਮੰਨਦੇ ਆ ਉਹ ਸਹੀ ਹੋਵੇ ਨਾ ਭਰਮ। ਭਰਮ ਤਾਂ ਸਾਡੇ ਅੰਦਰੋਂ ਪੈਦਾ ਹੁੰਦਾ, ਅਗਿਆਨਤਾ ਜੋ ਪੈਦਾ ਹੁੰਦਾ। ਉਹ ਵੀ ਦੱਸਦਾ ਅਗਿਆਨਤਾ ਹੀ ਪੈਦਾ ਹੁੰਦਾ। ਗਿਆਨ ਦੀ ਘਾਟ ਜੋ ਭਰਮ ਪੈਦਾ ਹੁੰਦਾ। ਗਿਆਨ ਪੂਰਾ ਹੋ ਗਿਆ ਗੁਰ ਪ੍ਰਸਾਦ ਭਰਮ ਕਾ ਨਾਸ਼। ਗਿਆਨ ਦਾ ਪ੍ਰਸਾਦ ਮਿਲ ਗਿਆ ਭਰਮ ਦੂਰ ਹੋ ਗਿਆ। ਜੇ ਭਰਮ ਮਾਰਿਆ ਗਿਆ, ਕਿਉਂਕਿ ਜਿਹੜਾ ਧਰਮ ਹੈ, ਧਰਮ ਕਬੀਰ ਕਹਿੰਦਾ ਜੇ ਗਿਆਨ ਦਾ ਧਰਮ ਹੈ, ਜੇ ਗਿਆਨ ਦੇ ਰਹੇ ਧਰਮ ਉਹੀ ਧਰਮ ਹੈ, ਕਿਉਂਕਿ ਭਰਮ ਦਾ ਨਾਸ਼ ਕਰਨਾ। ਭਰਮ ਦੇ ਨਾਸ਼ ਨਾਲ ਕਰਮ ਦਾ ਨਾਸ਼ ਹੈ। ਭਰਮ ਦੇ ਨਾਸ਼ ਨਾਲ ਕਰਮ ਦਾ ਨਾਸ਼ ਹੈ। ਭਰਮ ਕਰਕੇ ਹੀ ਕਰਮ ਬਣਦਾ। ਮੈਂ ਕਰਤਾ ਕੁਛ, ਇਹ ਵੀ ਭਰਮ ਕਰਕੇ ਹੀ ਕਰਦਾ ਬਣਦਾ। ਜਦ ਮੈਂ ਜਾਣੇ ਮੈਂ ਕੁਛ ਕਰਤਾ, ਜਾਣਦਾ ਹੀ ਮੈਂ ਕੁਛ ਕਰਦਾ, ਕਰਦਾ ਹੈ ਨਹੀਂ, ਬਣਦਾ ਕਰਦਾ, ਇਹੀ ਭਰਮ ਹੈ। ਮੈਂ ਪੁੰਨ ਕਰਦਾ, ਮੈਂ ਪਾਪ ਕਰਦਾ, ਮੈਂ ਕੁਛ ਕਰ ਸਕਦਾ, ਇਹ ਵੀ ਭਰਮ ਹੈ। ਇਹ ਭਰਮ, ਇਹਦਾ ਨਾਸ਼ ਕਰਨਾ। ਹਾਂਜੀ, ਇਹਦੇ ਨਾਸ਼ ਨਾਲ ਸਾਰੇ ਆਪੇ ਤਾਜਾ ਕਣੇ, ਬਾਕੀ ਸਭ ਛੱਡ। ਬਾਕੀ ਬਿਮਾਰੀ ਦਾ ਕੋਈ ਰਹਿੰਦੀ ਹੋ ਨਹੀਂ। ਬਿਮਾਰੀ ਦੀ ਜੜ ਕੀ ਹੈ? ਜੜ ਭਰਮ। ਇਸ ਕਰਕੇ ਦਾਰੂ ਰੋਗ ਦੋਵੇਂ ਬੁੱਝੇ ਤਾਂ ਬੈਸ ਰਹੇ। ਵੈਦ ਬਣੇ ਬੈਠੇ ਸੀ ਪਹਿਲਾਂ ਵੀ, ਰੋਗ ਦੀ ਨਹੀਂ ਸੀ ਜਾਣਦੇ, ਰੋਗ ਦੀ ਜੜ ਤੱਕ ਨਹੀਂ ਸੀ ਪਹੁੰਚੇ, ਤਾਂ ਨਹੀਂ ਉਹਨਾਂ ਤੇ ਇਲਾਜ ਹੋਇਆ। ਜਿਨ੍ਹਾਂ ਨੇ ਭਰਮ ਨੂੰ ਨਹੀਂ ਜਾਣਿਆ ਉਹਨਾਂ ਨੂੰ ਮੁਕਤੀ ਨਹੀਂ ਮਿਲੀ। ਜਿਨ੍ਹਾਂ ਨੇ ਵਕਾਰ ਪੰਜ ਬੰਨੇ ਉਹਨਾਂ ਦੀਆਂ ਮਨਮੱਤਾਂ ਨੇ ਸਾਰਿਆਂ ਦੀ, ਸਾਰੇ ਮਨਮੱਤੀਆਂ ਨੇ, ਕਿਸੇ ਨੂੰ ਮੁਕਤੀ ਨਹੀਂ ਮਿਲੀ। ਇਹੀ ਫਰਕ ਹੈ ਗੁਰਬਾਣੀ 'ਚ। ਇਹ ਵਕਾਰ ਭਰਮ ਜੋ ਪੈਦਾ ਹੁੰਦੇ ਬਣਦੀ ਹੈ ਪੰਜੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਬਸ ਜੜ ਭਰਮ ਹੈ, ਭਰਮ ਕੱਟਦੇ ਨਹੀਂ, ਵਕਾਰ ਖਤਮ ਹੁੰਦੇ ਨਹੀਂ, ਜੜ ਕੱਟਦੇ ਨਹੀਂ। ਉਤੋਂ ਤੋਂ ਬਦੀਨਾ ਤੋੜੀ ਜਾਂਦੇ ਨੇ, ਫਿਰ ਫੁੱਟਿਆ ਹੁੰਦਾ। ਤੋਂ ਤੋੜ ਲੈਂਦੇ, ਬਰਸੀਨ ਫੜ ਲੈਂਦੇ, ਫਿਰ ਫੁੱਟਿਆ ਹੁੰਦਾ ਥੱਲੇ। ਪਾਣੀ ਵਾਧੂ ਹੈ, ਇਹ ਗੱਲ ਹੈ। ਕਾਏ ਫਿਰ ਫੁੱਟਿਆ ਹੁੰਦਾ। ਜੇ ਕਦੇ ਸਿਆਲ ਜ਼ਿਆਦਾ ਤਪ ਤੋਂ ਕਰ ਵੀ ਲਿਆ ਕਿਸੇ ਨੇ, ਗਰਮੀ ਸਿਆਲ ਦੇ ਵਿੱਚ ਸੁੱਕ ਵੀ ਜਾਂਦਾ, ਬਾਰਿਸ਼ ਪਈ ਤੇ ਫਿਰ ਹੋ ਜਾਂਦਾ, ਮੌਸਮ ਬਦਲਦਾ ਜਦ, ਫਿਰ ਫੁੱਟਿਆ ਹੁੰਦਾ। ਹਾਂਜੀ, ਧਨ ਜਨਮ ਤਾਹੀ ਕੋ ਗਣੇ, ਮਾਰੇ ਏਕੇ ਤਰ ਜਾਏ। ਉਹਦਾ ਜਨਮ ਧਨ ਹੈ ਜਿਹਨੇ ਭਰਮ ਦਾ ਨਾਸ਼ ਕਰ ਲਿਆ। ਭਰਮ ਦੇ ਨਾਸ਼ ਨਾਲ ਸਾਰੇ ਹੀ ਛੱਡ ਜਾਂਦੇ ਨੇ। ਫਿਰ ਜਿਹਨੇ ਭਰਮ ਦਾ ਨਾਸ਼ ਕੀਤਾ ਉਹਦਾ ਜਨਮ ਧਨ ਹੋਇਆ, ਬਾਕੀ ਕਿਸੇ ਦਾ ਨਹੀਂ ਹੋਇਆ। ਭਰਮ ਦਾ ਇਲਾਜ ਗੁਰਮੁਖਾਂ ਨੇ ਕੀਤਾ, ਹੋਰ ਕਿਸੇ ਨੇ ਕੀਤਾ ਹੀ ਨਹੀਂ। ਹਾਂਜੀ, ਤਤਾ ਅਤਰ ਤਰਿਓ ਨਾ ਜਾਈ, ਤਨ ਤਿਰ ਭਵਨ ਮੈਂ ਰਹੋ ਸਮਾਈ। ਤਤਾ ਅਤਰ, ਇਹ ਭਵ ਸਾਗਰ ਅਤਰ ਹੈ, ਤਰਿਆ ਨਹੀਂ ਜਾ ਸਕਦਾ। ਮੁਸ਼ਕਲ ਹੈ ਤਰਨਾ, ਤਰ ਕੇ ਨਹੀਂ ਕੋਈ ਪਾਰ ਹੋਇਆ। ਇਹ ਤਾਂ ਜਹਾਜ਼ 'ਚ ਪਾਰ ਕਰੀਦਾ, ਸਮੁੰਦਰ ਤਰ ਕੇ ਪਾਰ ਕਰ ਲੂ ਕੋਈ। ਸਮੁੰਦਰ 'ਚ ਲੋਕਾਂ ਨੇ ਜਹਾਜ਼ ਤਾਂ ਹੀ ਬਣਾਏ ਨੇ ਵੀ ਭਾਈ ਤਰ ਕੇ ਨਹੀਂ। ਤੂੰ ਅਮਰੀਕਾ 'ਚ ਕੋਈ ਕਹੇ ਮੈਂ ਤਰ ਕੇ ਚਲੇ ਜਾਊ, ਚਲੇ ਜਾਊਗਾ। ਉਹ ਦਰਿਆ ਦੂਰੋਂ ਤਾਂ ਤਰ ਲੈਂਦੇ ਨੇ, ਇਹ ਤਾਂ ਗੱਲ ਅਲੱਗ ਹੈ। ਸਮੁੰਦਰ ਕੌਣ ਤਰੂਗਾ? ਇਹ ਅਤਾਰ ਹੈ ਭਵ ਸਾਗਰ, ਤਰਿਓ ਨਹੀਂ ਜਾਈ। ਤਨ ਤਿਰ ਭਵਨ ਮੈਂ ਰਹੋ ਸਮਾਈ। ਕਿਉਂਕਿ ਤਨ ਤਾਂ ਤਨਾ ਭਵਨਾ ਸਮਾਇਆ ਹੋਇਆ ਜੇ। ਜਿੰਨੀਆਂ ਜੂਨਾਂ ਪਿੱਛੇ ਭੁਗਤ ਲੀਆਂ, ਸਾਰੀਆਂ ਦੇ ਜ਼ਖਮ ਵਿੱਚ ਨੇ, ਸਾਰਿਆਂ ਦਾ ਉਹ ਵਿੱਚ ਹੈ, ਇਹਦੇ ਸਮਾਇਆ ਹੋਇਆ ਜੇ। ਸਭ ਵਿੱਚੇ ਇਹਦੇ, ਤਾਂ ਕਾਲਾ ਹੋਇਆ ਹੋਇਆ। ਬੜੇ ਦਾਗ ਨੇ ਇਹਦੇ ਵਿੱਚ ਪਿਛਲੇ, ਯਾਦਾਂ ਵਿੱਚੇ ਨੇ ਤਿੰਨਾਂ ਭਵਨਾਂ ਦੀਆਂ। ਇਹਦੇ
ਭੁੱਲ ਗਿਆ ਜ਼ਰੂਰ, ਪਰ ਉਹ ਜਿੱਥੇ ਜ਼ਖਮ ਹੋ ਕੇ ਰਾਜੀ ਹੋ ਜਾਏ ਉੱਥੇ ਕਾਲਾ ਦਾਗ ਹੋ ਜਾਂਦਾ ਸਰੀਰ ਤੇ, ਹੋ ਜਾਂਦਾ ਨਾ। ਉਹ ਦਾਗ ਹੈਗੇ, ਭੁੱਲ ਗਏ ਵੀ ਉਹ ਦਾਗ ਹੈਗੇ ਨੇ, ਇਹ ਨਹੀਂ ਪਤਾ ਕਰਦੇ ਨੇ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ। ਉਹ ਕਿਹੜੀ ਜਨਮ ਦੀ ਲੱਗੀ? ਹਰੇਕ ਜਨਮ ਦੀ ਲੱਗੀ। ਮੈਂ ਲਾਈ ਦਾ ਨਹੀਂ, ਉਹ ਤਾਂ ਲੈ ਗਈ ਮਰੇ ਹਰਨ ਨਾਲ। ਮਰਨਾ ਚਾਹੁੰਦਾ ਨਹੀਂ ਤੇ ਮਰਨਾ ਪਿਆ, ਉਹਦਾ ਚਾਹੁੰਦਾ ਨਹੀਂ ਸੀ, ਉਹ ਦਾਗ ਹੈ। ਮਰਨਾ ਪਿਆ, ਮਰਨਾ ਚਾਹੁੰਦਾ ਨਹੀਂ ਸੀ, ਕਿਸੇ ਜਨਮ 'ਚ ਵੀ ਮਰਨਾ ਨਹੀਂ ਚਾਹਿਆ, ਪਰ ਮਰਨਾ ਪਿਆ। ਉਹ ਦਾਗਾਂ ਵਾਲੇ ਭਰਿਆ ਪਿਆ ਸਾਰਾ ਪਿੰਡਾ ਇਹਦਾ। ਉਹ ਸਾਰੇ ਨਿਸ਼ਾਨ ਇਹਦੇ ਤੇ ਨੇ, ਉਹ ਸਾਰੇ ਭਾਗੇ ਦੇ ਤੇਨੇ ਭਾਗ ਨਿਸ਼ਾਨ ਇਹਦੇ ਤੇ ਸਾਰੇ ਹੀ ਨਿਸ਼ਾਨ ਨੇ। ਉਹ ਸਾਰੇ ਜਨਮਾਂ ਦੇ ਆਤਮਾ ਦੇ ਉੱਤੇ ਨੇ। ਸਰੀਰਾਂ ਦਾ ਮੋਹ ਸਾਰਿਆਂ ਦਾ ਹੀ ਹੈ ਇਹਦੇ ਅੰਦਰ। ਤਾਂ ਤੇਰੇ ਭਵਨ ਮੈਂ ਹਿਰਦਾ ਤਨ ਕਹਿੰਦੇ ਨੇ, ਹਿਰਦਾ ਤੇਰੇ ਭਵਨ ਮੈਂ ਤਾਂ ਸਮਾਇਆ ਹੋਇਆ, ਤਾਂ ਨਹੀਂ ਛੱਡਦਾ। ਪਿਛੇ ਦੇ ਲਾਗੇ ਮੋਹ ਕਿਤੇ ਐਸੇ ਜਨਮ ਦਾ ਮੋਹ ਹੈ, ਛੱਡੇ ਕਿਵੇਂ? ਸਾਰੇ ਸ੍ਰਿਸ਼ਟੀ ਨਾਲੇ ਮੋਹ ਹੈ ਦਾ, ਸਾਰੇ ਜਨਮ ਲਏ ਨੇ। ਸ੍ਰਿਸ਼ਟੀ ਨਾਲ ਮੋਹ ਕਿਤੇ ਸਾਰੇ ਰਿਸ਼ਤੇਦਾਰੀਆਂ ਨੇ ਇਹਦੀਆਂ, ਦਰਖਤਾਂ ਨਾਲ ਵੀ ਨੇ, ਕੁੱਤਿਆਂ ਨਾਲ ਵੀ ਨੇ, ਬਿੱਲਿਆਂ ਨਾਲ ਵੀ ਨੇ, ਸਭ ਸਾਰੀਆਂ ਜੂਨਾਂ ਭੁਗਤੀਆਂ ਨੇ। ਸਾਰਾ ਹੀ ਇਹਦਾ ਕੋਲ ਵਿੱਚ ਬੈਠਾ। ਤੇਰੇ ਭਵਨ ਮੈਂ ਰਿਹਾ ਸਮਾਈ ਹੈ, ਤਾਂ ਸਮਾਇਆ ਹੈ। ਹਾਂ, ਜੋ ਤਿਰ ਭਵਨ ਤਨ ਮਾਹੇ ਸਮਾਵਾ। ਜਦ ਕਹਿੰਦੇ ਤਿਰ ਭਵਨ ਤਨ ਚ ਸਮਾਜ ਵੇ ਨਾ, ਤਨ ਦਾ ਆਕਾਰ ਐਡਾ ਹੋ ਜਵੇ, ਤਿਰ ਭਵਨ ਵਿੱਚ ਆ ਜਵੇ, ਤਤ ਮਿਲਿਆ ਸੱਚ ਪਾਵਾ। ਜਦ ਇੰਨਾ ਚਾਨਣ ਹੋ ਜਵੇ ਜੈਸੇ ਧਰ ਉੱਪਰ ਆਕਾਸ਼ ਹੈ, ਫਿਰ ਤਿਰ ਭਵਨ ਵਿੱਚ ਹੀ ਆ ਗਿਆ। ਫਿਰ ਕਹਿੰਦਾ ਮੇਰੇ ਨਾਲ ਹੀ ਨੇ ਸਾਰੇ। ਹੁਣ ਵਿਛੜੇ ਹੋਏ ਨੇ, ਫਿਰ ਨਾਲ ਹੋ ਜਾਂਦੇ ਨੇ। ਹੁਣ ਵਿਛੜੇ ਹੋਏ ਨੇ, ਦੀਦੇ ਨਹੀਂ, ਫਿਰ ਦੇਖਣ ਲੱਗ ਜਾਂਦੇ ਨੇ ਸਾਰੇ। ਵੀ ਚੱਲ ਇਹ ਕਿਹੜਾ ਕਿਤੇ ਗਏ ਨੇ, ਇੱਥੇ ਹੀ ਨੇ, ਫਿਰ ਲੈਣ ਦੋ, ਫਿਰ ਲੈਣ ਦੋ। ਵੀ ਕਰਦੇ ਹੀ ਨੇ ਸਾਰੇ ਹੀ, ਸਾਰੇ ਹੀ ਕਰਦੇ ਹੀ ਨੇ। ਫਿਰ ਕੁਛ ਇੱਧਰ ਨੇ, ਬਾਹਰਲੇ ਕਰ ਰਹੇ ਨੇ, ਖੁਦਲੇ ਕਰ ਰਹੇ ਨੇ। ਫਰਕ ਤਾਂ ਇੰਨਾ ਹੀ ਆ। ਇਹਨਾਂ ਨੂੰ ਕੀ ਹੋਇਆ ਹੋਇਆ? ਗਲਤੀਆਂ ਨੇ ਆਪਣੀਆਂ ਕਰੀਆਂ ਨੇ, ਫਲ ਭੁਗਤਦੇ ਨੇ। ਜੇ ਨਿਆਣਾ ਨਹੀਂ ਹਟੂ, ਸ਼ਰਾਰਤ ਕਰੂ, ਛੱਡ ਖਾਊਗਾ, ਰੋਊਗਾ ਵੀ। ਕਹਿੰਦੇ ਕੋਈ ਨਹੀਂ ਕੋਈ ਨਹੀਂ, ਇਹਨੂੰ ਰੋ ਲੈਣ ਦੇ, ਇਹਨੂੰ ਹਟਾਇਆ ਸੀ, ਹਟਦਾ ਨਹੀਂ। ਉਹਨਾਂ ਦਾ ਸੁਭਾਅ ਇਹੋ ਜਿਹਾ ਹੋ ਜਾਂਦਾ ਵੀ ਰੋਊਗਾ, ਗਾਂ ਨੂੰ ਸਿੱਖ ਲੂਗਾ ਕੁਛ। ਜੇ ਰੋਊਗਾ ਤਾਂ ਹੀ ਇਹਨੂੰ ਅਕਲ ਆਊਗੀ, ਨੁਕਸਾਨ ਕਰੂਗਾ ਤਾਂ ਹੀ ਅਕਲ ਆਊਗੀ। ਕੋਈ ਨਹੀਂ, ਠੀਕ ਹੈ, ਇਹ ਹੁੰਦਾ ਹੀ ਹੁੰਦਾ। ਡਿੱਗ ਡਿੱਗ ਕੇ ਸਵਾਰ ਹੁੰਦੇ ਨੇ, ਐਂ ਕਹਿ ਗਏ। ਫੂਕਾ ਨਹੀਂ ਮਾਰਦਾ ਵੀ ਫੂਕ ਮਾਰ ਦੋ ਇਹਦੇ। ਉਹ ਕਹਿੰਦੇ ਨੇ ਕੋਈ ਨਹੀਂ, ਇਹਨੂੰ ਕਿਹਾ, ਬਥੇਰਾ ਸਮਝਾਇਆ, ਇਹ ਕਿਹੜਾ ਮੰਨਿਆ। ਦੇਖ ਪਿਆ ਫਿਰ ਕੀ ਹੋ ਗਿਆ, ਗਾਂ ਨੂੰ ਪਤਾ ਲੱਗ ਗਿਆ ਇਹਨੂੰ। ਉਹ ਸਿੱਖਿਆ ਮੰਗਦੇ ਨੇ ਹਰੇਕ ਚੀਜ਼, ਹਰੇਕ ਚੀਜ਼ ਹੈ ਵੀ ਸਿੱਖਿਆ। ਪਰਮੇਸ਼ਰ ਦੁੱਖ ਕਿਉਂ ਦਿੰਦਾ? ਸੁੱਖਿਆ। ਦੁੱਖ ਵਿੱਚ ਹੀ ਸਿੱਖਿਆ, ਸੁੱਖ 'ਚ ਸਿੱਖਿਆ ਨਹੀਂ ਹੈ। ਦਾਰੂ ਦਾ ਮਤਲਬ ਕੀ ਹੈ? ਦਾਰੂ ਸਿੱਖੀ ਹੈ ਸੰਸਾਰ 'ਚ, ਹੋਰ ਕੋਈ ਦਾਰੂ ਨਹੀਂ ਹੈ। ਥੋੜੀ ਜਿਹੀ ਗੱਲ ਬਦਲ ਗਈ, ਨੇੜੇ ਚਲੀ ਗਈ। ਅਸੀਂ ਦੁੱਖ ਦਾਰੂ ਕਹਿੰਦੇ ਆ। ਦਾਰੂ ਕਹਿੰਦਾ ਪਰਮੇਸ਼ਰ ਯਾਦ ਆਉਂਦਾ, ਯਾਦ ਪਰਮੇਸ਼ਰ ਨਹੀਂ ਆਉਂਦਾ ਹੈ। ਸਿੱਖਿਆ ਮਿਲਦੀ ਹੈ ਉਹ 'ਚ। ਸਿੱਖੀ ਜਿਹੜੀ ਹੈ ਇਹੀ ਯਾਦ ਹੈ ਉਹਦੀ। ਸਿੱਖਿਆ ਨਾਲ ਯਾਦ ਰਹਿਣਾ। ਸਿੱਖਿਆ ਜਿਹੜੀ ਹੈ, ਦੋ ਕੀਮਤੀ ਚੀਜ਼ ਕੋਈ ਨਹੀਂ ਸੰਸਾਰ 'ਚ। ਸਿੱਖਿਆ ਤਾਂ ਨੇੜੇ ਲੈ ਕੇ ਜਾਂਦੀ ਹੈ। ਅਸਲ 'ਚ ਇਹ ਹੈ, ਦੁੱਖ ਦਾਰੂ ਤਾਂ ਹੈ, ਦੁੱਖ ਦੇ ਵਿੱਚ ਸਿੱਖਿਆ ਮਿਲਦੀ ਹੈ। ਅੱਗਾ ਪਿੱਛਾ ਦੇਖਦਾ, ਦੁੱਖ ਮੈਨੂੰ ਕਿਉਂ ਮਿਲਿਆ ਹੈ, ਦੀ ਵਜ੍ਹਾ ਕੀ ਹੈ, ਮੇਰੇ ਤੋਂ ਕੀ ਗਲਤੀ ਹੋਈ ਹੈ। ਆਪਣਾ ਚਿੰਤਨ ਕਰਦਾ ਵੀ ਉਹ ਦੁੱਖ ਵਾਸਤੇ, ਇਹ ਕੀ ਗੱਲ ਹੈ, ਮੈਨੂੰ ਕਿਉਂ ਦੁੱਖ ਮਿਲਿਆ। ਆਪਣੀਆਂ ਗਲਤੀਆਂ ਵੱਲ ਦੇਖਦਾ, ਉਹ ਦੇਖਦਾ ਹੀ ਨਹੀਂ, ਨਾ ਤੁਰਿਆ ਜਾਂਦਾ ਸੁੱਖ ਵਿੱਚ। ਸੁੱਖ ਵਿੱਚ ਅਵੇਸਲਾ ਹੋ ਕੇ ਚੱਲਦਾ, ਦੁੱਖ ਵਿੱਚ ਅਲਰਟ ਹੋ ਕੇ ਚੱਲਦਾ। ਗਾਂ ਨੂੰ ਕੋਈ ਗਲਤੀ ਨਾ ਹੋ ਜਾਵੇ। ਪਿਛਲੀ ਗਲਤੀ ਪਤਾ ਨਹੀਂ ਕਿਹੜੀ ਦਾ ਭੁਗਤਦਾ ਮੈਂ ਇਹ, ਭਾਈ ਅੱਗੇ ਹੀ ਗਾਂ ਨੂੰ ਨਾ ਕੋਈ ਹੋ ਜਾਵੇ।
ਜਿਹੜਾ ਨੂੰ ਤਾਂ ਦੁੱਖ ਦਾਰੂ ਬਣ ਜਵੇ ਉਹ ਤਾਂ ਇਹ ਸੋਚਦਾ ਵੀ ਭਾਈ ਆ ਜਿਹੜੇ ਦੁੱਖ ਨੇ ਖਬਰਾਂ ਕੀ ਅੱਗੇ ਸੱਤੇ ਅਪਰਾਧ ਹੋ ਗਿਆ, ਗਾਹਾਂ ਨੂੰ ਨਾ ਹੋ ਜਾਵੇ, ਗਾਹਾਂ ਨੂੰ ਦੁੱਖ ਨਾ ਹੋਰ ਮਿਲੇ। ਬਸ ਜੋ ਸੁਖ ਮੈਂ ਸਿਮਰਨ ਕਰਨਾ ਦੁੱਖ ਹੈ, ਸੁਖ ਤਾਂ ਸਿਮਰਨ ਕਰ ਨਹੀਂ ਹੁੰਦਾ, ਸੁਖ ਤਾਂ ਭੁਗਤੀ ਦਾ ਹੁੰਦਾ। ਸੁਖ ਤਾਂ ਫਿਰ ਸੁਖ ਦਾ ਢੋਲ ਵੱਜਦੇ ਨੇ, ਨਿਆਣੇ ਵੀ ਨੱਚਦੇ ਨੇ, ਜਿਹੜੇ ਨਹੀਂ ਨੱਚਦੇ ਸਿਆਣੇ ਉਹਨਾਂ ਦੇ ਮਨ ਕਰਕੇ ਨੱਚਦੇ ਨੇ, ਭੁੱਲ ਜਾਂਦਾ ਉਹ ਤਾਂ ਆ ਜਿਹੜਾ ਰਾਜਮਾਲ ਮਨ ਸ਼ੋਰ ਹੈ ਨਾ, ਇਹ ਵੱਜ ਜਾਂਦਾ ਉਹਦੇ ਚ, ਸੁਖ ਚ ਵੱਧਦਾ। ਰਾਜਮਾਲ ਮਨ ਸ਼ੋਰ ਉਹ ਵੱਧਦਾ ਸੁਖ ਚ, ਸ਼ੋਰ ਦੇ ਵਿੱਚੋਂ ਧਿਆਨ ਨਹੀਂ, ਦੂਆ ਪਾਸੇ ਧਿਆਨ ਹੋ ਜਾਂਦਾ, ਸ਼ੋਰ ਚ ਹੋ ਜਾਂਦਾ ਧਿਆਨ, ਸ਼ੋਰ ਸ਼ਰਾਬੇ ਚ। ਹਾਂਜੀ, ਜੋ ਤਿਰ ਭਵਨ ਤਨ ਮਾਹੇ ਸੁਆਵਾ, ਤੋ ਤੱਤੇ ਤਤ ਮਿਲਿਆ ਸੱਚ ਪਾਵਾ। ਬਸ ਜਦ ਤਿਰ ਭਵਨ ਤਨ ਵਿੱਚ ਤਨ ਐਡਾ ਹੋ ਜਾਂਦਾ, ਜਿੱਦਾਂ ਪਰਮੇਸ਼ਰ ਦਾ ਤਨ ਹੈ, ਪਰਮੇਸ਼ਰ ਦੇ ਤਨ ਦੇ ਵਿੱਚ ਹੀ ਹੈ ਸਭ ਕੁਛ। ਜੇ ਹੁਣ ਕਿਸੇ ਜੇਲ੍ਹ 'ਚ ਬੈਠੇ ਨੇ ਬੰਦੇ, ਕੋਈ ਗੱਲ ਹੋ ਗਈ, ਆਪਾਂ ਕਹਿੰਦੇ ਵੀ ਚਲੋ ਬਈ ਉਹਨਾਂ ਨੂੰ ਰੋਟੀ ਕੱਪੜਾ ਘਰੋਂ ਪੰਜੀਰੀ ਲਾ ਕੇ ਸਮਾਂ ਦਿੰਦੇ ਨੇ, ਵਿਹਲੇ ਰਹਿੰਦੇ ਨੇ, ਕੰਮ ਕੋਈ ਨਹੀਂ ਕਰਦੇ, ਉਹਨਾਂ ਦੀ ਸੇਵਾ ਵੱਧ ਹੁੰਦੀ ਹੈ। ਘਰ ਦੇ ਚਾਹੇ ਦੁੱਧ ਨਾ ਪੀਣਾ, ਉਹਨਾਂ ਨੂੰ ਖੋਆ ਮਾਰ ਕੇ ਦੇ ਕੇ ਆਉਂਦੇ ਨੇ, ਚਾਹੇ ਗਰੀਬ ਵੀ ਹੋਵੇ, ਉਹਨਾਂ ਦੀ ਸੇਵਾ ਵੱਧ ਹੁੰਦੀ ਹੈ, ਕੰਮ ਹੁੰਦਾ ਨਹੀਂ। ਇਸ ਕਰਕੇ ਉਹਦਾ ਸੱਚਖੰਡ ਵਾਲੇ ਦਾ ਦਿਨ ਰਾਤ ਸੁਣਦੇ ਨਹੀਂ, ਇਹਨਾਂ ਨੂੰ ਆ ਕੇ ਨਾਇਸ਼ ਕਰਨ ਨੂੰ ਦਿੱਤਾ ਹੋਇਆ। ਉਹ ਕਹਿੰਦੇ ਨੇ ਕੋਈ ਨਹੀਂ, ਬਥੇਰਾ ਇਹਨਾਂ ਖਾਤਰ ਅਸੀਂ ਉਹ ਕਰਦੇ, ਅਸੀਂ ਤਾਂ ਇਹਨਾਂ ਖਾਤਰ ਕਰਦੇ ਹਾਂ, ਸਾਡੇ ਖਾਤਰ ਕੀ ਕਰਦੇ ਨੇ, ਪਰ ਉਹ ਆਪਣੀ ਡਿਊਟੀ ਕਰਦੇ ਨੇ। ਇਹ ਇੱਥੋਂ ਹੀ ਪ੍ਰੇਮ ਉਹਨਾਂ ਦਾ, ਇਹਨਾਂ ਖਾਤਰ ਸਭ ਕੁਝ ਹੋ ਰਿਹਾ ਨਾ, ਹੋਰ ਕੀ ਕਰਨ ਉਹ। ਬਾਕੀ ਗਲਤੀਆਂ ਤਾਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ, ਗਲਤੀਆਂ ਤਾਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ, ਆਪਣੀ ਗਲਤੀ ਨਾਲ ਇੱਥੇ ਬੈਠੇ ਨੇ। ਉਹ ਕੀ ਕਰ ਸਕਦੇ ਨੇ ਇਹਨਾਂ ਵਾਸਤੇ, ਹੋਰ ਕੀ ਕਰ ਸਕਦੇ ਨੇ। ਇਹ ਗੱਲ ਦੀ ਸਮਝ ਇਹਨਾਂ ਨੂੰ ਨਹੀਂ ਹੈਗੀ, ਸੰਸਾਰੀ ਲੋਕਾਂ ਨੂੰ ਸਮਝ ਨਹੀਂ ਇਸ ਗੱਲ ਦੀ ਵੀ ਸਾਡੇ ਖਾਤਰ ਸਭ ਕੁਝ ਕੌਣ ਕਰ ਰਿਹਾ, ਇਹਦੇ ਪਿੱਛੇ ਕੀ ਕਿਹੜੀ ਸ਼ਕਤੀ ਹੈ, ਕਿਉਂ ਕਰ ਰਹੀ ਹੈ, ਉਹਨੂੰ ਕੀ ਲੋੜ ਹੈ, ਉਹਨੂੰ ਕੀ ਲੋੜ ਪਈ ਹੈ। ਇੱਥੇ ਤਾਂ ਰਿਕਸ਼ਾ ਨਾਲ ਦੁੱਗਣੇ ਪੈਸੇ ਮੰਗ ਲੈਂਦਾ, ਜੇ ਕੋਈ ਹੋਰ ਰਿਕਸ਼ਾ ਨਾ ਹੋਵੇ, ਆਮ ਹੀ ਪੈਂਦਾ ਹੋਵੇ। ਉਹ ਬੰਦਿਆਂ ਦਾ ਵੀ ਪਤਾ ਨਹੀਂ ਕੌਣ ਕਰ ਰਹੇ ਨੇ, ਮੰਗਦੇ ਵੀ ਕੁਛ ਹੈ ਨਹੀਂ, ਕਦੇ ਅਹਿਸਾਨ ਵੀ ਕੀਤਾ ਨਹੀਂ, ਕਰ ਕਿਉਂ ਰਹੇ ਨੇ। ਉਹਨਾਂ ਨੇ ਕੀ ਲੈਣਾ ਸਾਤੇ, ਅਸੀਂ ਉਹਨਾਂ ਨੂੰ ਕੀ ਦਿੰਦੇ ਹਾਂ। ਇਧਰ ਨੂੰ ਕੋਈ ਗਏ ਨਹੀਂ ਕਦੇ, ਕਹਿੰਦਾ ਕੁਦਰਤ ਆਪੇ ਹੋਈ ਜਾਂਦਾ। ਕਿਉਂਕਿ ਸਾਡੇ ਸੁਭਾਅ ਤੇ ਉਲਟ ਗੱਲ ਹੈ, ਸੰਸਾਰ ਦੇ ਸੁਭਾਅ ਤੇ ਉਲਟ ਗੱਲ ਹੈ। ਹੋਰ ਕੀ ਕਰਨ, ਸੰਸਾਰ ਸਾਰੇ ਵਾਸਤੇ ਹੀ ਕਰ ਰਿਹਾ ਹੈ, ਉਹ ਫਿਰ ਸਾਰਾ ਸੰਸਾਰ ਹੈ ਉਹਦਾ। ਉਹ ਇਸ ਗੱਲ ਤੋਂ ਸੈਟਿਸਫਾਈ ਹੈ, ਜੋ ਤਾਂ ਅੱਜ ਇੱਥੇ ਰਹਿ ਕੇ ਤਾਂ ਦੂਜਿਆਂ ਖਾਤਰ ਕੁਝ ਕਰ ਨਹੀਂ ਰਿਹਾ, ਉਹ ਕਰ ਨਹੀਂ ਸਕਦਾ। ਉੱਥੇ ਰਹਿ ਕੇ ਇਹਨਾਂ ਵਾਸਤੇ ਬਹੁਤ ਕੁਝ ਕਰ ਸਕਦਾ, ਸਾਰਿਆਂ ਵਾਸਤੇ। ਉਹ ਜਿਹੜੀ ਹਮਦਰਦੀ ਹੈ, ਉੱਥੇ ਬੈਠ ਕੇ ਪ੍ਰੈਕਟੀਕਲ ਹਮਦਰਦੀ ਦਾ ਕੁਝ ਕਰ ਸਕਦਾ, ਇੱਥੇ ਕੁਝ ਵੀ ਨਹੀਂ ਕਰ ਸਕਦਾ। ਇਸ ਕਰਕੇ ਉਹ ਕਹਿੰਦੇ ਵੀ ਠੀਕ ਹੈ, ਆ ਇੱਥੇ ਮੈਂ ਠੀਕ ਹਾਂ, ਇੱਥੇ ਆਪਣੇ ਰਿਸ਼ਤੇਦਾਰਾਂ ਵਾਸਤੇ ਮੈਂ ਕੁਝ ਕਰ ਸਕਦਾ, ਉੱਥੇ ਮੈਂ ਫਿਕਰੇ ਕਰ ਮੋਹ ਕਰਦਾ ਤਾਂ ਬਸਦਾ ਕੁਝ ਨਹੀਂ ਸੀ। ਇੱਥੇ ਦਾ ਮੋਹ ਬਸਦਾ ਤਾਂ ਕੁਝ ਵੀ ਨਹੀਂ ਹੈ। ਇੱਥੇ ਸਾਡੇ ਬਚ ਕੀ ਹੈ, ਜਨਤਾ ਕੇ ਬਸ ਬਸ ਮੋਹ ਹੈ, ਬਸਦਾ ਤਾਂ ਕੁਝ ਨਹੀਂ ਹੈ। ਇਸ ਗੱਲ ਤੋਂ ਸੈਟੀਸਫਾਈ ਹੁੰਦਾ ਜਦ ਤੇਰੇ ਭਵਨ ਤਨ ਮਾਹੇ ਸਮਾਵਾ ਹਾਂ, ਤੋ ਤੱਤੇ ਤਤ ਮਿਲਿਆ, ਤੱਤੇ ਤਤ ਮਿਲਿਆ, ਤਤ ਨਾਲ ਤਤ ਮਿਲ ਜਾਂਦਾ। ਉਹ ਕਹਿੰਦਾ ਅਸੀਂ ਉਹ ਕਰਦੇ ਨਾ ਖਤਰੇ ਕਰਦੇ ਨਫਾ ਹੋਣੇ ਖਾਤਰ, ਇਹ ਤਾਂ ਨਹੀਂ ਮੰਨਦੇ, ਇਹ ਤਾਂ ਨਹੀਂ ਜਾਗਦੇ, ਇਹਨਾਂ ਨੂੰ ਜਗਾਉਣ ਵਾਸਤੇ ਕਰ ਰਹੇ ਹਾਂ। ਉਹ ਅਸਲੀ ਕੰਮ ਕਰਨ ਲੱਗ ਜਾਂਦਾ ਹੈ, ਜੋ ਅਸਲੀ ਕੰਮ ਹੈ ਨਾ ਮੋਹ ਵਾਲਾ, ਉਹ ਇਹਨਾਂ ਵਾਸਤੇ ਕੁਝ ਵਾਕਈ ਸਾਰਥਕ ਕਰਨ ਲੱਗ ਜਾਂਦਾ। ਇਸ ਕਰਕੇ ਸੈਟਿਸਫਾਈਡ ਹੈ। ਸੈਟਿਸਫਾਈਡ ਤਾਂ ਹੈ, ਸਾਰਥਕ ਹੈ, ਕੁਝ ਕਰ ਰਿਹਾ ਹੈ, ਬੁਰੇ ਦਾ ਭਲਾ ਕਰ ਰਿਹਾ ਹੈ। ਸਾਰੇ ਬੁਰੇ ਨੇ, ਬੁਰੇ ਵੀ ਨਹੀਂ ਕਿਹਾ, ਬੁਰੇ ਵੀ ਨਹੀਂ ਕਿਹਾ। ਬੁਰਾ ਤਾਂ ਇੱਥੇ ਇੱਥੇ ਹੀ ਕਹੂਗਾ ਜਿਹਨਾਂ ਚ ਰਹਿ ਲੋਕ ਚ,
ਬੁਰੇ ਦਾ ਭਲਾ ਕਰਤਾ। ਇੱਥੇ ਕਿਹਾ ਫਰੀਦ ਨੇ ਜਾਂ ਉਰੇ ਖੜਾ ਵੀ ਜਿਹਨਾਂ ਨੂੰ ਸੰਸਾਰ, ਜਿਹੜੇ ਸੰਸਾਰ ਦੀ ਵਾਕਈ ਬੁਰਾਈ ਕਰਦੇ ਨੇ, ਸੱਚ ਦਾ ਵਿਰੋਧ ਕਰਦੇ ਨੇ, ਸੱਚ ਦਾ ਵਿਰੋਧ ਕਰ ਬੁਰਾ ਕੇ ਔਰ ਲੋਕਾਂ ਨੂੰ ਫਸਾਉਂਦੇ ਨੇ ਭਰਮ ਜਾਲ 'ਚ, ਉਹ ਬੁਰੇ ਨੇ। ਜੇ ਲੋਕਾਂ ਨਾਲ ਸੰਬੰਧ ਕਰੀਏ ਪਰ ਗਿਆਨੀਆਂ ਦਾ ਤਾਂ ਬੁਰੇ ਨੇ। ਜੇ ਸੱਚਖੰਡ ਨਾਲ ਇਹਨਾਂ ਦਾ ਕੰਪੈਰੀਜ਼ਨ ਕਰੀਏ ਫਿਰ ਚੰਗੇ ਨਹੀਂ ਹਨ, ਆਗਿਆਕਾਰੀ ਨਹੀਂ ਹਨ। ਚੰਗੇ ਨਾ ਮਤਲਬ ਕਹਿੰਦਾ ਮੁੰਡੇ ਕਿਵੇਂ, ਕਹਿੰਦਾ ਯਾਰ ਮੁੰਡੇ ਕਾਹਦੇ ਮੰਨਦੇ ਨਹੀਂ ਗੱਲ। ਅੱਜ ਕੱਲ੍ਹ ਕਹਿੰਦਾ ਜ਼ਮਾਨਾ ਹੀ ਇਹੋ ਜਿਹਾ ਭਾਈ ਹੋ ਗਿਆ, ਹੁਣ ਕੋਈ ਵੀ ਨਹੀਂ ਚੰਗਾ, ਔਲਾਦ ਨਹੀਂ ਚੰਗੀ ਅੱਜ ਕੱਲ੍ਹ ਕਿਸੇ ਦੀ ਵੀ। ਚੰਗਾ ਕਹਿੰਦਾ ਵੀ ਚੰਗੇ ਨਹੀਂ ਹਨ। ਚੰਗਾ ਨਾ ਹੋਣਾ ਹੋਰ ਗੱਲ ਹੈ, ਬੁਰਾ ਹੋਣਾ ਹੋਰ ਗੱਲ ਹੈ। ਆਪਣੇ ਹੀ ਚੰਗਾ बुरा नहीं को ਹਾਂ, ਬੁਰਾ ਤਾਂ ਨਹੀਂ, ਬੁਰਾਈ ਕਰ ਨਹੀਂ ਸਕਦਾ, ਕਿਸੇ ਦਾ ਵਿਗਾੜ ਤਾਂ ਕੁਝ ਵੀ ਨਹੀਂ ਸਕਦਾ। ਉਹ ਬੁਰਾ ਤਾਂ ਕਹਿੰਦਾ ਵੀ ਉਲਟੀ ਵਿਦਿਆ ਦਾ ਦਿੰਦਾ, ਉਲਟੀ ਪੜ੍ਹਾਈ ਉਲਟੀ ਪੜਾਉਂਦਾ, ਜਾਣ ਬੁੱਝ ਕੇ ਪੜਾਉਂਦਾ। ਉਹ ਬੁਰਾ ਤਾਂ ਕਹਿੰਦਾ। ਫਰੀਦ ਬੁਰਾ ਚਾਹੇ ਕਹੇ, ਪਰ ਇਹ ਵੀ ਕਹਿੰਦਾ ਹਮ ਨਹੀਂ ਚੰਗੇ। ਉਹ ਅਸਲੀ ਬੁਰਾ ਵੀ ਨਹੀਂ, ਕੋਈ ਵਿਗਾੜ ਤਾਂ ਕਿਸੇ ਦਾ ਕੁਝ ਨਹੀਂ ਸਕਦਾ। हम चंगी ਪਰ ਚੰਗੇ ਨਹੀਂ। ਕਿਉਂ? ਅੰਦਰ ਬੈਠਾ ਉਹਦੀ ਨਹੀਂ ਸੁਣਦੇ, ਪਿਓ ਦੀ ਨਹੀਂ ਸੁਣਦੇ, ਨਾ ਉਹਦੀ ਮੰਨਦੇ, ਉਹਦੀ ਸੁਣਦੇ ਨਹੀਂ, ਉਹਦੀ ਮੰਨਦੇ ਨਹੀਂ। ਚੰਗੇ ਨਹੀਂ ਹੈਗੇ, ਚੰਗਿਆਂ ਦਾ ਮੇਲ ਨਹੀਂ ਹੈ, ਚੰਗੇ ਦੀ ਪਛਾਣ ਨਹੀਂ ਹੈ ਸਾਨੂੰ, ਚੰਗਿਆਂ ਕੋ ਬਹਿੰਦੇ ਨਹੀਂ। ਇਹ ਗੱਲ ਥਥਾ ਅਥਾ ਥਾ ਨਹੀਂ ਪਾਵਾ, ਹਾਂ। ਉਹ ਅਥਾ ਇਹ ਥਿਰ ਨਾ ਰਹਾਵਾ। ਥਾ ਅਥਾ, ਥਾ ਨਹੀਂ ਪਾਵਾ। ਇਹ ਜਿਹੜਾ ਸੰਸਾਰ ਦਾ ਸਮਝ ਆਇਆ ਥਾ ਹੈ, ਗਿਆਨ ਅਥਾ ਸਾਗਰ ਹੈ। ਇਹ ਭਵ ਸਾਗਰੇ ਅਥਾ ਹੋਇਆ ਸਾਨੂੰ। ਇਹ ਅਥਾ ਹੈ ਗਿਆਨ, ਥਾ ਨਹੀਂ ਪਾ ਸਕਦਾ ਇਹਦਾ ਕੋਈ। ਥਾ ਨਹੀਂ नहीं ਪਾਵਾ। पावा ਥਾ ਨਹੀਂ ਪਾ ਸਕਦਾ ਕੋਈ। ਇਹਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ। ਸਮੁੰਦਰ ਨਾਪ ਲਿਆ ਲੋਕਾਂ ਨੇ, ਇਹ ਅਥਾ ਹੈ, ਇਹ ਨਹੀਂ ਨਾਪ ਸਕਦਾ ਇਹਨੂੰ ਕੋਈ। ਥਾ ਨਹੀਂ ਪਾ ਸਕਦਾ ਕੋਈ। ਹਾਂ, ਉਹ ਅਥਾ ਇਹ ਥਿਰ ਨਾ ਰਹਾਵਾ। ਉਹ ਤਾਂ ਅਥਾ ਹੈ, ਅੰਦਰਲਾ ਤਾਂ ਅਥਾ ਹੈ। ਇਹ ਉਹਦਾ ਥਾ ਨਹੀਂ ਪਾ ਸਕਦਾ, ਇਸ ਕਰਕੇ ਸਿਰ ਨਹੀਂ ਹੈ, ਤਾਂ ਨਹੀਂ ਸਿਰ। ਜਿੰਨਾ ਚਿਰ ਉਹ ਥਾ ਬਣਿਆ ਹੋਇਆ ਹੈ, ਸਿਰ ਨਹੀਂ ਹੈ। ਜਦ ਇਹਨੂੰ ਥੋ ਪਾ ਲਿਆ ਨਾ, ਥਾ ਨਹੀਂ ਪਾਉਣਾ, ਥੋ ਪਾਉਣਾ, ਬਸ ਇੰਨਾ ਹੀ ਫਰਕ ਹੈ। ਅਥਾ ਰਹੂਗਾ, ਥੋ ਆ ਜਾਊਗਾ। ਛੁੱਟਣ ਦੀ ਵਿਧੀ ਦਾ ਪਤਾ ਲੱਗ ਜਾਊਗਾ, ਅਥਾ ਰਹੂਗਾ ਹੀ ਰਹੂਗਾ। ਆਪਾਂ ਨੇ ਥਾ ਨਹੀਂ ਪਾਉਣਾ, ਉਹਦਾ ਛੁੱਟਣ ਦੀ ਵਿਧੀ ਹੈ ਆਪਣੇ ਮਤਲਬ ਦਾ। ਸਾਰੀ ਦੁਨੀਆ ਨੂੰ ਛਡਾਉਣਾ, ਥਾ ਪਾਉਣਾ, ਇਕੱਲੇ ਨੇ ਛੁੱਟਣਾ, ਥਾ ਪਾਉਣਾ, ਥੋ ਪਾਉਣਾ। ਆਪਣੇ ਇਕੱਲੇ ਨੂੰ ਛੁੱਟਣ ਦਾ ਥੋ ਹੈ। ਸਾਰੀ ਵਿਧੀ, ਸਾਰੀ ਦੁਨੀਆ ਨੂੰ ਛਡਾਉਣਾ, ਇਹ ਥਾ ਪਾਉਣਾ। ਸਾਰੀ ਦੁਨੀਆ ਨੂੰ ਕੱਢ ਦੇਣਾ ਜਮ ਜਾਰ ਚੋਂ, ਇਹ ਥਾ ਹੈ। ਥਾ ਨਹੀਂ ਪੜਦਾ, ਸਾਰੀ ਦੁਨੀਆ ਨਹੀਂ। ਉਹਨਾਂ ਨੇ ਕਹਿ ਦਿੱਤਾ 18 ਨਰਕੇ ਖਾਲੀ ਕਰਤੇ ਨਾਨਕ ਨੇ। ਕਿਵੇਂ ਹੋ ਜਾਊਗਾ? ਕਿੱਡਾ ਝੂਠ ਬੋਲਿਆ। ਜਨਕ ਰਾਜ ਰਾਣੀ ਸਾਖੀ ਵਿਜੋੜੀ ਹੈ, ਸਾਰਾ ਝੂਠ। ਆਪਣਾ ਛੁੱਟ ਨਹੀਂ ਸਕਦਾ ਕੋਈ, 18 ਨਰਕ ਖਾਲੀ ਕਰਤੇ। ਥੋ ਪਿਆ ਸਿਰਫ, ਥੋ ਹੀ ਨਹੀਂ ਪਿਆ ਕਿਸੇ ਨੂੰ ਛੁੱਟਣਾ ਕਿਵੇਂ ਹੈ। ਮੁਕਤੀ ਦਾ ਥੋ ਹੁੰਦਾ, ਮੁਕਤੀ ਦੀ ਸਮਝ ਹੁੰਦੀ ਹੈ। ਆਪਣੇ ਛੁੱਟਣ ਦੀ ਸਮਝ ਆ ਜਾਵੇ, ਮੈਂ ਕਿਵੇਂ ਛੁੱਟਣਾ ਹੈ। ਪਤਾ ਤਾਂ ਆਪੇ ਹੈ, ਬਸ ਆਪ ਜਾਂ ਮਰਜ਼ੀ ਛੱਡ ਦੇਵੇ ਸਾਰਿਆਂ ਨੂੰ। ਉਹਦਾ ਹਰਨ ਭਰਨ ਨੇਤਰ ਫੋੜ ਹੈ ਕਿ ਕੱਖ ਦੇ ਝਮਕੇ ਨਾਲ ਸਾਰਿਆਂ ਨੂੰ ਬਰੀ ਕਰ ਦੇਵੇ। ਕੱਖ ਦੇ ਝਮਕੇ ਨਾਲ ਕੰਮ ਲਾਈ ਰੱਖ ਪੈਦਾ ਕਰ ਦੇਵੇ ਸ੍ਰਿਸ਼ਟੀ। ਹਾਂਜੀ, ਥੋੜੇ ਥਲ ਥਾਨਕ ਆਰੰਭੇ ਬਿਨ ਹੀ ਥਾਪੇ ਮੰਦਰ ਥੰਬੇ। ਥੋੜੀ ਜਿਹੀ ਬੁੱਧੀ ਹੁੰਦੀ ਹੈ ਇਹਦੇ ਕੋਲ, ਥੋੜਾ ਜਿਹਾ ਗਿਆਨ ਹੁੰਦਾ, ਇੱਕ ਧਰਮ ਖੜਾ ਕਰ ਲੈਂਦਾ ਨਵਾਂ। ਥੋੜਾ ਜਿਹਾ ਗਿਆਨ ਹੁੰਦਾ, ਥੋੜਾ ਜਿਹਾ ਥਾਂ ਹੁੰਦਾ, ਬਹੁਤ ਬੜਾ ਮੰਦਰ ਦੀ ਵਿਉਂਤ ਰੱਖ ਲੈਂਦਾ।
ਉਹ ਦੁਨੀਆ ਨੂੰ ਛਡਾਉਣ ਦੀਆਂ ਗੱਲਾਂ ਕਰਨ ਲੱਗ ਜਾਂਦਾ, ਮੈਂ ਬਾਂਹ ਫੜ ਕੇ ਲੈ ਜੂ। ਥੋੜੇ ਜਿਹੇ ਗਿਆਨ ਵਾਲੇ ਨੇ ਲੋਕ, ਜਿਨ੍ਹਾਂ ਨੇ ਵਿਧੀਆਂ ਬਣਾਈਆਂ ਨੇ, ਜਿਹੜੇ ਨਵੇਂ ਨਵੇਂ ਪਖੰਡਵਾਦ ਚਲਾਉਂਦੇ ਨੇ। ਥੋੜਾ ਥਲ ਥਾਨਕ ਅਰੰਭੇ ਥਾਨਕ ਰੰਭੇ, ਉੱਥੇ ਬੜਾ ਸਾਰਾ ਇਹਨੇ ਮੰਦਰ ਬਣਾਉਣਾ ਸ਼ੁਰੂ ਕਰਤਾ। ਗੱਲਾਂ ਬੜਬੜੀਆਂ ਕਰਦੇ ਨੇ, ਅਕਲ ਹਥੌੜੀ ਹੈ। ਕਹਿਣ ਦਾ ਮਤਲਬ ਇਹ ਨਵਾਂ ਧਰਮ ਬਣਾ ਲਿਆ, ਰਾਧਾ ਸਵਾਮੀਆਂ ਨੇ ਜਿਵੇਂ ਬਣਾ ਲਿਆ, ਬਣਾਈ ਫਿਰਦੇ ਨੇ, ਸਰਸੇ ਵਾਲੇ ਨੇ ਬਣਾ ਲਿਆ। ਗੱਲ ਕੀ ਅਕਲ ਉਕਲ ਵਾਲੀ ਕੋਈ ਗੱਲ ਹੈ ਹੀ ਨਹੀਂ। ਕੁਛਾ ਗੁਰਬਾਣੀ ਚੋਰੀ ਕਰ ਲਈ, ਕੋ ਉਹ ਕਰ ਲਿਆ, ਕੋ ਉਹ ਕਰ ਲਿਆ, ਉਹ ਰਾਮ ਰਹੀਮ ਕਰ ਲਿਆ। ਆ ਪਖੰਡਵਾਦ, ਅਕਲ ਵੀ ਨਹੀਂ ਹੈ, ਅਕਲ ਵਾਲੀ ਗੱਲ ਵੀ ਨਹੀਂ ਹੈ। ਗਿਆਨ ਥੋੜਾ ਜਿਹਾ, ਥੋੜਾ ਥਾਂ ਹੈ। ਤਾਰ ਉੱਪਰ ਆਕਾਸ਼ ਚ ਨਾ ਨਹੀਂ ਥਾਂ ਘੇਰਿਆ ਹੋਇਆ। ਪ੍ਰਕਾਸ਼ ਇੰਨਾ ਨਹੀਂ ਹੈ, ਪ੍ਰਕਾਸ਼ ਥੋੜਾ ਹੀ ਅੰਦਰ। ਥਾਨ ਘਰਮ ਹੈ, ਬਿਨਹੀ ਥੰਬੇ ਮੰਦਰ ਥੰਬੇ। ਥੰਮ ਥੁੰਮ ਤੇ ਬਣੇ ਕਹਿੰਦਾ ਮੰਦਰ ਬਣਾ ਦੇਣਾ। ਥੱਲੇ ਸਪੋਰਟ ਦੀ ਕੰਧ ਦੀ ਕੋਈ ਲੋੜ ਨਹੀਂ, ਨਾ ਕੰਧ ਕਰਨੀ ਹੈ ਨਾ ਥੰਮਲਾ ਕਰਨਾ, ਮੰਦਰ ਖੜਾ ਕਰ ਦੇਣਾ। ਇਹ ਹਵਾਈ ਮਹਿਲ ਨੇ ਸਾਰਿਆਂ ਦੇ ਬਣਾਏ ਹੋਏ। ਹਵਾਈ ਕਿਲੇ ਨਹੀਂ ਹੁੰਦੇ, ਇਹ ਗੱਲਾਂ ਦੇ ਹੀ ਮਹਿਲ ਨੇ ਸਾਰੇ। ਹਵਾਈ ਕਿਲੇ, ਸਾਰੀਆਂ ਮੱਤਾਂ ਹਵਾਈ ਕਿਲੇ ਨੇ। ਛੁੱਟਣ ਦੀ ਵਿਧੀ ਤਾਂ ਛੱਡੇ ਗਏ ਕੀ ਹੈ। ਕਹਿੰਦੇ ਉਹ ਨਾ ਗੱਲ ਕਰੋ ਤਾਂ ਅਸੀਂ ਬਸ ਜਦ ਹੋਊ ਨਾ ਬਾਂਹ ਫੜ ਕੇ ਲੈ ਜਾਣਾ। ਚੱਲ ਗੱਲ ਕਰ ਤੂੰ। ਹੋਰ ਗੱਲਾਂ ਕਹਾਣੀਆਂ ਸੁਣਾਉਣ ਲੱਗੇ। ਉਹ ਵਿਧੀ ਉਹਦਾ ਕਹਿੰਦਾ ਰੌਲਾ ਹੀ ਨਹੀਂ, ਉਹ ਤਾਂ ਗੁਰੂ ਨੇ ਲੈ ਜਾਣਾ ਬਾਂਹ ਫੜ ਕੇ, ਕਿਉਂਕਿ ਪਤਾ ਨਹੀਂ ਸੀ ਉਸ ਵਿਧੀ ਦਾ। ਹਾਂ, ਜਾਂ ਤਾਂ ਦੱਸਣੀ ਪੈਂਦੀ, ਸਮਝਾਉਣੀ ਪੈਂਦੀ, ਜਾਂ ਫਿਰ ਇਸ ਗੱਲ ਨਾਲ ਕਰ ਲਿਆ, ਬਾਂਹ ਫੜ ਕੇ ਲੈ ਜਾਣਾ। ਤੁਸੀਂ ਜੋ ਮਰਜ਼ੀ ਕਰੀ ਜਾਓ, ਠੱਗੀਆਂ ਮਾਰੋ, ਉਹ ਕਰਮ ਕਰੋ, ਜਿੰਨਾ ਮਰਜ਼ੀ ਕਰੋ, ਬਾਂਹ ਫੜ ਕੇ ਲੈ ਜਾਣਾ। ਹਾਂਜੀ, ਦੱਦਾ ਦੇਖ ਜੂ ਬਿਨਸਨ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਦੱਦਾ ਦੇਖ ਤੋਂ ਬਿਨਸਨ ਹਾਰਾ, ਜੋ ਕਹਿੰਦੇ ਦੀਦਾ ਤੁਹਾਨੂੰ ਨਾ ਆਪਾਂ ਨੂੰ, ਅੱਖਾਂ ਨੂੰ ਜੋ ਦੇਖ ਰਹੇ ਹਾਂ ਤੂੰ, ਉਹ ਸਭ ਸੰਸਾਰ ਨਾਸਮੰਤ ਹੈ। ਸਭ ਕੁਛ ਨਾਸਮੰਤ ਹੈ ਜੋ ਦਿਖ ਰਿਹਾ ਹੈ। ਦੱਦਾ ਦੇਖ ਬਿਨਸਨ ਹਾਰਾ, ਦੱਦਾ ਦੇਖ ਜੂ ਬਿਨਸਨ ਹਾਰਾ, ਜੋ ਦਿਸ ਰਿਹਾ ਤੈਨੂੰ ਸਾਰਾ ਨਾਸਵੰਤ ਹੈ। ਜਸ ਅਦੇਖ, ਚਾਹੇ ਮੂਰਤੀ ਹੈ, ਚਾਹੇ ਕਿਸੇ ਭਗਤ ਦਾ ਸਰੀਰ ਹੈ। ਆਪਣੀ ਵੀ ਗੱਲ ਕਰ ਰਿਹਾ, ਮੇਰਾ ਸਰੀਰ ਜਿਹੜਾ ਤੁਹਾਨੂੰ ਦੀਦਾ ਉਹ ਬਿਨਸਨ ਹਾਰਾ ਹੈ। ਜੋ ਦੀਦਾ ਸਭ ਨਾਸਵੰਤ ਹੈ। ਇਸ ਕਰਕੇ ਨਾਸਵੰਤ ਨਾਲ ਨਹੀਂ ਜੁੜਨਾ ਆਪਾਂ ਨੇ। ਜੋ ਦੀਦਾ ਨਹੀਂ ਹੈ, ਬੋਲਦਾ, ਉਹਦੇ ਚ ਵਿਚਾਰ ਰੱਖ, ਉਹਨੂੰ ਸਮਝ ਕੀ ਕਹਿ ਰਿਹਾ ਹੈ। ਉਹ ਇਹ ਜਿਹਾ ਬਣ ਜਿਹੜਾ ਬੋਲ ਰਿਹਾ ਅੰਦਰ। ਬੋਲ ਰਿਹਾ ਜਿਹੜਾ ਪੁਰਖ, ਉਹਦੇ ਨਾਲ ਰਾਬਤਾ ਕਾਇਮ ਰੱਖ, ਉਹਦੇ ਨਾਲ ਸੰਪਰਕ ਬਣਾ। ਜੋ ਦੀਦਾ ਨਹੀਂ, ਅੱਖਾਂ ਨੂੰ ਦੇਖਣ ਵਾਲੀ ਕੋਈ ਚੀਜ਼ ਨਹੀਂ ਹੁੰਦੀ, ਪਰ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੀ ਆਦਮੀ ਬਣਾ ਕੇ ਰਹਿੰਦਾ। ਹਰ ਧਰਮ ਅਸੀਂ ਵੀ ਬਣਾ ਲਈ ਸਿੱਖਾਂ ਨੇ। ਆਮ ਆਦਮੀ ਨੂੰ ਕਿਵੇਂ ਜੋੜਦੇ? ਅੱਖਾਂ ਨੂੰ ਦੇਖਣ ਤੇ ਬਿਨਾਂ ਆਮ ਆਦਮੀ ਨਹੀਂ ਜੁੜਦਾ। ਗੁਰੂਆਂ ਨਾਲ ਤਾਂ ਹੀ ਬਹੁਤ ਘੱਟ ਲੋਕ ਜੁੜੇ ਨੇ। ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਮਾਇਆ ਨਾਲ, ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ। ਵੀ ਜ਼ਿਆਦਾ ਸੰਗਤ ਜੋੜਨੀ ਹੈ, ਕੰਪਰੋਮਾਈਜ਼ ਕਰਨਾ ਪੈਂਦਾ। ਮਾਇਆ ਨਾਲ ਕੰਪਰੋਮਾਈਜ਼ ਕਰ ਲਿਆ। ਪਹਿਲਾਂ ਤਾਂ ਬੰਦੇ ਨੂੰ ਗੁਰੂ ਬਣਾਇਆ, ਬਾਹਰਲੇ ਸਰੀਰ ਨਾਲ ਜੋੜਤੇ। ਫਿਰ ਪੋਥੀ ਸਾਹਿਬ ਨੂੰ ਗੁਰਿਆਈ ਦਵਾਤੀ, ਉਹਦੇ ਨਾਲ ਜੋੜਤੇ। ਸਭ ਕੁਝ ਦੇਖਣ ਵਾਲਾ ਹੀ ਬਣਾ ਲਿਆ। ਇਹ ਤਾਂ ਸਭ ਬਿਨਸਨ ਹੈ, ਇਹ ਤਾਂ ਨਾਸਵੰਤ ਹੈ ਸਾਰੇ। ਇਹ ਤਾਂ ਨਾਸਵੰਤ ਹੈ, ਇਹ ਤਾਂ ਸੰਸਾਰ ਹੈ ਸਾਰਾ। ਇਹਦੇ ਨਾਲ ਜੁੜ ਕੇ ਤਾਂ ਫਿਰ ਸਜੀਵਨ ਨਹੀਂ ਹੋ ਸਕਦਾ। ਜਿਹਨੇ ਸਜੀਵਨ ਹੋਣਾ, ਜੈਸਾ ਸੇਵੇ ਤੈਸਾ ਹੋਏ। ਜਿਹੜੇ ਗ੍ਰੰਥ ਦੀ ਪੋਥੀ ਦੀ ਸੇਵਾ ਕਰਨਗੇ, ਜੜ ਬੁੱਧੀ ਹੋ ਜੂ ਉਹਨਾਂ ਦੀ। ਜੈਸਾ ਸੇਵੇ ਤੈਸਾ ਹੋਏ, ਇਹ ਤਾਂ ਨਿਯਮ ਹੈ ਗੁਰਬਾਣੀ ਦਾ। ਕਹੇ ਜੇ ਹੋ ਜਾਣਗੇ ਉਹ,
ਮੂਰਤੀ ਪੂਜਾ ਵਾਲੇ ਵਰਗੇ ਹੋ ਜਾਣਗੇ ਉਹ। ਜੋ ਵਿੱਚ ਲਿਖਿਆ ਹੋਇਆ ਉਹਦੇ ਨਾਲ ਜੁੜਨਾ ਹੈ। ਉਹਦੇ ਵਿੱਚ ਲਿਖਿਆ ਹੋਇਆ ਗੱਲ ਉਹਦੀ ਕਰੋ, ਜੋ ਦੀਦਾ ਗੱਲ ਉਹਦੀ ਨਾ ਕਰੋ। ਗੱਲ ਉਹਦੀ ਕਰੋ ਜੋ ਬੋਲਦਾ ਹੈ, ਸਰੀਰ ਦੀ ਗੱਲ ਨਾ ਕਰੋ। ਗੱਲ ਜਿਹੜੇ ਗੁਰਬਾਣੀ ਜਿੱਦੇ ਬੋਲ ਨੇ ਉਹਨਾਂ ਦੀ ਕਰੋ। ਬੋਲ ਗੁਰਬਾਣੀ ਦੇ ਨੇ ਜਿਹੜੇ, ਆਵਾਜ਼ ਆ ਜਿਹੜੀ ਗੁਰਬਾਣੀ ਦੀ, ਅੱਖਾਂ ਨੂੰ ਨਹੀਂ ਦਿਖਦੀ ਹੈ ਆਵਾਜ਼, ਕੰਨਾਂ ਨੂੰ ਸੁਣਦੀ ਹੈ। ਸ਼ਬਦ ਦੀ ਗੱਲ ਕਰੋ, ਉਪਦੇਸ਼ ਦੀ ਗੱਲ ਕਰੋ। ਉਪਦੇਸ਼ ਬੜਾ ਹੈ, ਉਪਦੇਸ਼ ਨਾਲ ਮਸਲੇ ਹੱਲ ਹੋਣੇ ਨੇ। ਅੱਖਾਂ ਨਾਲ ਦੇਖੇ ਤੇ ਕੁਛ ਨਹੀਂ ਹੋਣਾ। ਜੇ ਇਹ ਪ੍ਰਚਾਰ ਕਰੀਏ, ਇਹ ਪ੍ਰਚਾਰ ਕਿਉਂ ਨਹੀਂ ਕਰਦੇ? ਇਹ ਸੱਚ ਦਾ ਪ੍ਰਚਾਰ ਹੀ ਨਹੀਂ ਕਰਦੇ। ਸ਼ਾਇਦ ਲੋਕਾਂ ਦੀ ਸੰਗਤ ਨਾ ਘਟ ਜਾ, ਸੰਗਤ ਨਹੀਂ ਘਟਦੀ ਇਹ ਪ੍ਰਚਾਰ ਕਰੇ ਤੇ ਕੁਛ ਵੀ ਨਹੀਂ ਘਟਦਾ। ਐਵੇਂ ਭਰਮ ਇਹਨਾਂ ਨੂੰ, ਭਰਮ ਇਹਨਾਂ ਨੂੰ, ਸੰਗਤ ਨਹੀਂ ਘਟਦੀ। ਪਰ ਆਹ ਪ੍ਰਚਾਰ ਕਰ ਬੈਠੇ, ਹੁਣ ਕਿਹੜੇ ਮੂੰਹ ਨਾਲ ਕਰੀਏ? ਇਹ ਪ੍ਰੋਬਲਮ ਹੈ। ਪ੍ਰਚਾਰ ਜਿਹੜਾ ਕਰ ਬੈਠੇ ਗਲਤ, ਹੁਣ ਕਿਹੜੇ ਮੂੰਹ ਨਾਲ ਦੁਆ ਕਰੀਏ? ਇਹ ਤਾਂ ਹੈ ਪ੍ਰੋਬਲਮ ਜ਼ਰੂਰ, ਪਰ ਸੰਗਤ ਨਹੀਂ ਘਟਦੀ। ਇਹ ਐਵੇਂ ਭਰਮ, ਇਹ ਵਹਿਮ। ਹਾਂਜੀ। ਦੱਦਾ ਦੇਖ ਜੋ ਬਿਨਸਣ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਜਸ ਅਦੇਖ, ਜੋ ਅਦੇਖ ਹੈ, ਅੱਖਰ ਦੀਦੇ ਨੇ, ਸ਼ਬਦ ਨਹੀਂ ਦੀਦਾ, ਉਪਦੇਸ਼ ਨਹੀਂ ਦੀਦਾ, ਉਹਦਾ ਗਿਆਨ ਉਹ ਨਹੀਂ ਦੀਦਾ। ਉਹ ਦਿਖੂਗਾ ਬੁੱਧੀ ਨੂੰ, ਅਕਲ ਨੂੰ। ਉਹ ਅਕਲ ਦਾ ਵਿਸ਼ਾ। ਅਕਲੇ ਸਾਹਿਬ ਸੇ ਵੀ ਇਹ ਅਕਲੇ ਪਾਈਏ ਬਾਣ, ਅਕਲੀ ਪੜ ਕੇ ਬੁੱਝੀਏ, ਅਕਲੀ ਕੀਜੇ ਦਾਨ, ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਸ਼ੈਤਾਨ ਨੇ ਹੋਰ ਗੱਲਾਂ ਬਣਾ ਲਈਆਂ। ਸ਼ੈਤਾਨ ਆ ਕੇ ਗੁਰਦੁਆਰਿਆਂ 'ਚ ਸਾਧ, ਉਹਨਾਂ ਨੇ ਹੋਰ ਰਾਹ ਪੜਤਾ। ਇਹ ਤਾਂ ਅਕਲ ਦੇ ਲੈਵਲ ਦੀ ਗੱਲ ਸੀ ਸਾਰੀ। ਉਹ ਅਕਲੀ ਪੜ ਕੇ ਬੁੱਝੀਏ, ਪੜ ਕੇ ਬੁੱਝਣਾ ਸੀ ਅਕਲ ਨਾਲ। ਅਕਲੀ ਕੀਜੇ ਦਾਨ, ਉਸ ਅਕਲ ਨਾਲ ਹੀ ਕਹਾਂ ਦੱਸਣਾ ਸੀ ਲੋਕਾਂ ਨੂੰ ਕੀ ਹੈ। ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਬਾਕੀ ਤਾਂ ਸ਼ੈਤਾਨ ਨੇ, ਨਾ ਉਹਨਾਂ ਨੇ ਬੁੱਝਿਆ ਨਾ ਉਹਨਾਂ ਨੇ ਪੜਿਆ। ਇਹ ਛੱਡ ਦਿੱਤਾ, ਮੱਥਾ ਟੇਕੋ, ਜਾਓ ਚੜਾਵਾ ਸਾਡਾ, ਤੁਸੀਂ ਜਾਓ ਆਪਣੇ ਘਰ ਨੂੰ। ਸ਼ੈਤਾਨ ਸੀ ਸਾਰੇ। ਜਿਹੜੇ ਸ਼ੈਤਾਨ ਕਹਿੰਦੇ ਸੀ ਉਹਨਾਂ ਦੇ ਘਰ ਸ਼ੈਤਾਨ ਆ ਬੜੇ। ਜਿਹੜੇ ਕਹਿੰਦੇ ਤੇ ਸ਼ੈਤਾਨ ਹੋਰ ਗੱਲਾਂ, ਉਹਨਾਂ ਦੇ ਵਾਰਸ ਸ਼ੈਤਾਨ ਹੋ ਗਏ। ਸ਼ੈਤਾਨ ਉੱਥੇ ਹੀ ਆ ਬੜੇ। ਕਹਿੰਦੇ ਲੈ ਤੁਸੀਂ ਤਾਂ ਵੱਜ ਕੇ ਦਿਖਾਓ ਸਾਤੇ, ਤੁਹਾਡੇ ਘਰ ਤੇ ਕਬਜ਼ਾ ਕਰਦੇ ਹੋ ਸੀ ਸ਼ੈਤਾਨ। ਬਾਕੀ ਸਾਰੀਆਂ ਮੱਤਾਂ ਦੇ ਤਾਂ ਕਬਜ਼ੇ ਸੀ ਸ਼ੈਤਾਨ ਤੇ, ਇੱਥੇ ਵੀ ਕਰ ਲਿਆ ਕੇ। ਕਹਿੰਦੇ ਤੁਹਾਨੂੰ ਵੀ ਬੋਲਣ ਤੇ ਬੰਦ ਕਰਦੇ। ਕੋਈ ਸੁਣਦਾ ਹੀ ਨਹੀਂ ਗੁਰਬਾਣੀ ਕੀ ਕਹਿੰਦੀ ਹੈ, ਸੁਣਨਾ ਹੀ ਬੰਦ ਕਰਤਾ ਲੋਕਾਂ ਨੇ। ਬੜੇ ਔਖੇ ਸੁਣਦੇ ਨੇ, ਥੋੜਾ ਬਹੁਤਾ ਚਿਰ ਕੀਰਤਨ ਜਿਹਾ ਹੁੰਦਾ। ਲਾਵਾਂ ਤੇ ਬੜੇ ਔਖੇ ਬਹਿੰਦੇ ਨੇ ਲੋਕ। ਕਹਿੰਦੇ ਜੀ 5 ਮਿੰਟ ਲਾਓ, ਬੈਠਣਾ ਔਖਾ। ਹਾਂ ਬੈਠਣਾ ਔਖਾ। ਹਾਂਜੀ। 10ਵੇਂ द्वार कुंची जब दीजे, तो दयाल को दर्शन कीजे। 10ਵੇਂ द्वार कुंजी जब दीजे, जब 10ਵੇਂ द्वारा खुलता ना ਇਹਦਾ, जब त्रिकुटी छुटती है ਇਹਦੀ, तो दयाल ਦਾ ਦਰਸ਼ਨ ਹੁੰਦਾ। 10ਵੇਂ द्वार ਦੀ ਜਾਂ ਕੁੰਜੀ ਲੱਗਦੀ ਹੈ ਨਾ, ਪਰਦਾ ਭਰਮ ਦਾ ਦੂਰ ਹੁੰਦਾ, ਫਿਰ ਅੰਦਰੋਂ ਦਿਆਲ ਦਾ ਦਰਸ਼ਨ ਹੁੰਦਾ। ਜਿਹਨੂੰ ਦਿਆਲ ਕਹਿੰਦੇ ਆ, ਦਿਆਲੂ ਕਿਰਪਾਲੂ, तो दयाल को दर्शन कीजे। ਫਿਰ ਸ਼ਬਦ ਗੁਰੂ ਦਾ ਦਰਸ਼ਨ ਹੁੰਦਾ। ਫਿਰ ਹੁਕਮ ਪ੍ਰਗਟ ਹੁੰਦਾ, ਹੁਕਮ ਸੁਣਦਾ। ਫਿਰ ਹਾਂਜੀ। ਧੱਦਾ ਅਰਧ ਉਰਦ ਨਵੇਰਾ, ਅਰਧ ਉਰਦ ਮੰਝ ਬਸੇਰਾ। ਤੱਦਾ ਅਰਧ ਉਰਦ ਨਵੇੜਾ, ਜਿਹੜਾ ਬਾਣੇ ਨਾ ਅੱਧਾ ਅੱਧਾ ਹੀ ਹੈ ਦਾਲ, ਜਿਹੜਾ ਮਾਇਆ ਜੁੜਿਆ ਹੋਇਆ। ਇਹਦਾ ਨਵੇੜਾ ਕਿੱਥੇ ਹੋਣਾ? ਉਰਦ ਪੁੱਠਾ ਹੋ ਕੇ ਜਾਂ ਅੰਦਰ ਨੂੰ ਜਾਊ। ਉਰਦਾ ਜਾਂਦਾ ਅੱਖਾਂ ਦੇ ਬਾਹਰ ਨੂੰ, ਕੰਨਾਂ ਨਾਲ ਵੀ ਬਾਹਰ ਜੁੜਿਆ ਹੋਇਆ। ਇਸ ਗਰਦਨ ਤੋਂ ਉਤਲੇ ਉਤਲੇ ਦੁਆਰੇ ਨੂੰ ਬਾਹਰ ਜੋੜਦੇ ਨੇ, ਦਿਮਾਗ ਵੀ ਬਾਹਰੇ ਜੋੜਦਾ ਇਹਨੂੰ। ਜੇ ਅੰਦਰ ਨੂੰ ਝਾਕ ਕੇ ਆਪਣੇ ਪੁੱਠਾ ਝਾਕ ਹੋ ਜਵੇ ਤੋਂ ਸੰਸਾਰ ਵੀ ਬਾਹਰ ਨੂੰ ਦੇਖਦਾ, ਅਸੀਂ ਵੀ ਬਾਹਰ ਨੂੰ ਦੇਖਦੇ ਹਾਂ। ਇਸ ਕਰਕੇ ਸਖਤ ਵੀ ਬਾਹਰ ਨੂੰ ਦੇਖਦੇ ਨੇ, ਅਸੀਂ ਵੀ ਬਾਹਰ ਨੂੰ ਦੇਖਦੇ ਹਾਂ। ਸੰਤ ਬਾਹਰ ਨੂੰ ਨਹੀਂ ਝਾਕਦੇ, ਅੰਦਰ ਨੂੰ ਝਾਕਦੇ ਨੇ। ਸੰਸਾਰ ਬਾਹਰ ਨੂੰ ਝਾਕਦਾ। ਬਾਹਰ ਨੂੰ ਝਾਕਣ ਵਾਲੇ ਸੰਸਾਰ ਨਾਲ ਜੁੜੇ ਨੇ। ਅੰਦਰ ਆਪਣੇ ਗਰਬਾਨ ਦੇ ਵਿੱਚ ਦੇਖਣ ਵਾਲਾ ਨਿਰਾਕਾਰ ਨਾਲ ਜੁੜਦਾ ਜਾ ਕੇ। ਨਿਰਾਕਾਰ ਨਾਲ ਜੁੜਨੇ, ਅੰਦਰ ਨੂੰ ਅੰਦਰ ਜੁੜੋ। ਸਾਹ ਲੈ ਰਿਹਾ ਬੈਠਾ ਜਿਹੜਾ, ਉਹਦੇ ਨਾਲ ਜੁੜੋ। ਉਹਨੂੰ ਲੱਭ ਲਓ, ਅੰਦਰ ਹੈਗਾ।
ਅਰਧ ਉਰਦ ਨਵੇੜਾ, ਉਰਦ ਹੋ ਜੂ ਜਾਦੇ, ਅਰਧ ਪੁੱਠੇ ਪਾਸੇ ਨੂੰ ਚੱਲੂ, ਸੰਸਾਰ ਨਾਲ ਉਲਟਾ ਚੱਲੂ। ਲੋਗਾ ਰੀਤ ਤਿਆਗ ਦੂ, ਹਉਮੈ ਪ੍ਰੀਤ ਤਿਆਗ ਦੂ ਤੇ ਲੋਗਾ ਰੀਤ ਤਿਆਗ ਦੂ। ਇਹ ਨਹੀਂ ਝਾਕਣ ਦਿੰਦੀ ਅੰਦਰ ਨੂੰ, ਨਾ ਲੋਗਾ ਰੀਤ ਝਾਕਣ ਦਿੰਦੀ ਹੈ, ਨਾ ਹਉਮੈ ਪ੍ਰੀਤ ਝਾਕਣ ਦਿੰਦੀ। ਫਿਰ ਇਹ ਅਰਧ ਜਿਹੜਾ ਅੱਧਾ ਹੈ ਉਰਦ ਹੋ ਕੇ ਇਹਦਾ ਨਵੇੜਾ ਹੋ ਜਾਂਦਾ, ਆਪਣੇ ਮੂਲ ਚ ਸਮਾ ਜਾਂਦਾ। ਅਰਧੇ ਉਰਦ ਨਵੇੜਾ, ਅੱਧਾ ਅਰਧੇ ਉਰਦ ਨਵੇਰਾ, ਅਰਧੇ ਉਰਦ ਉਰਦੇ ਮੰਝ ਬਸੇਰਾ, ਅਰਧੇ ਉਰਦੇ ਮੰਝ ਬਸੇਰਾ। ਅਰਧ ਦਾ ਆਪਣੇ ਮੂਲ ਦੇ ਨਾਲ ਬਸੇਰਾ ਬਸ ਜਾਂਦਾ ਜਾ ਕੇ, ਜਦ ਇਹ ਸੰਸਾਰ ਨੂੰ ਪੁੱਠਾ ਚੱਲਦਾ, ਸੰਸਾਰ ਨੂੰ ਪੁੱਠਾ ਹੋ ਕੇ ਆਪਣੇ ਮੂਲ ਨਾਲ ਜੁੜ ਜਾਂਦਾ। ਬਸ ਆਪਣੇ ਮੂਲ ਨਾਲ ਜੁੜਨਾ, ਸੰਸਾਰ ਨਾਲ ਛੱਡ ਦੇਵੇ, ਆਪਣੇ ਮੂਲ ਨਾਲ ਆਪੇ ਜੁੜ ਗਿਆ, ਜੁੜਿਆ ਹੋਇਆ ਜੀ ਆਪਣੇ ਮੂਲ ਨਾਲ, ਜੇ ਸੰਸਾਰ ਨਾਲ ਨਹੀਂ ਜੁੜਿਆ ਹੋਇਆ। ਜਿਹੜਾ ਅੰਦਰ ਜੁੜਿਆ ਰਹਿੰਦਾ ਆਪਣੇ ਸੰਸਾਰ ਨਾਲ ਜੁੜਿਆ ਹੋਇਆ ਨਾ, ਉਹ ਨਿਰਾਕਾਰ ਨਾਲ ਜੁੜਿਆ ਹੋਇਆ। ਜਿਹੜਾ ਅੰਦਰ ਝਾਕਦਾ ਹੈ, ਅੰਦਰੇ ਰਹਿੰਦਾ ਆਪਣੇ ਆਪ ਨਾਲ ਜੁੜਿਆ ਰਹਿੰਦਾ, ਇੱਕ ਹੋ ਕੇ ਰਹਿੰਦਾ, ਅਡੋਲ ਅਵਸਥਾ 'ਚ ਰਹਿੰਦਾ। ਜਾਂ ਮਨ ਅਡੋਲ ਅਵਸਥਾ 'ਚ ਰਹਿੰਦਾ ਤਾਂ ਆਪਣੇ ਮੂਲ ਨਾਲ ਜੁੜਿਆ ਹੋਇਆ ਸਮਝਣਾ ਚਾਹੀਦਾ। ਹੋਰ ਕੋਈ ਦੋ ਚੀਜ਼ਾਂ ਨਹੀਂ, ਕੋਈ ਲੱਭਣੀ ਨਹੀਂ ਹੈ ਕੋਈ ਚੀਜ਼ ਅੰਦਰੋਂ। ਜੇ ਮਨ ਟਿਕ ਗਿਆ, ਤਿਰਗੁਣੀ 'ਚ ਮਨ ਕਦੇ ਨਹੀਂ ਟਿਕਦਾ, ਮਾਇਆ ਨਾਲ ਜੁੜਿਆ ਮਨ ਨਹੀਂ ਟਿਕਦਾ। ਜਾਂ ਮਨ ਟਿਕਦਾ ਹੈ ਤਾਂ ਆਪਣੇ ਆਪ ਨਾਲ ਜੁੜਿਆ ਹੋਇਆ ਮਨ ਲੈਣਾ ਚਾਹੀਦਾ, ਜੁੜਿਆ ਹੋਇਆ। ਇਹ ਪਛਾਣ ਹੈ, ਹੋਰ ਕੋਈ ਹਿਸਾਬ ਨਹੀਂ ਹੈ। ਉਰਦਾ ਹੋਇਆ ਇਹਦਾ ਬਸੇਰਾ। ਜੇ ਅਰਧ ਕਦ ਹੁੰਦਾ, ਅੱਖਾਂ ਦੇ ਬਾਹਰ ਨੂੰ ਝਾਕਦਾ, ਇੱਥੋਂ ਯਾਰ ਦਿਮਾਗ ਇਹਨੂੰ ਅੱਧਾ ਕਰਦਾ ਹੈ। ਦਿਮਾਗ ਜਾ ਕੇ ਅੱਧਾ ਹੁੰਦਾ, ਦਿਮਾਗ ਨੂੰ ਛੱਡ ਦੇਵੇ, ਆਪਣੇ ਦਿਮਾਗ ਤੋਂ ਕੰਮ ਹੀ ਨਹੀਂ ਲੈਣਾ, ਤਾਂ ਹੀ ਤਾਂ ਹੁਕਮ ਦੇ ਵਿੱਚ ਚੱਲਣਾ। ਬੁੱਧੀ ਤੋਂ ਕੰਮ ਲੈਣਾ, ਦਿਮਾਗ ਦੀ ਲੋੜ ਨਹੀਂ ਹੈ ਕੰਮ ਲੈਣ ਦੀ। ਬੁੱਧੀ ਤੋਂ ਕੰਮ ਲੈਣਾ, ਦਿਮਾਗ ਤੋਂ ਨਹੀਂ ਲੈਣਾ। ਬੁੱਧੀ ਸਮਝਣ ਦਾ ਕੰਮ ਕਰੇ, ਸੋਚਣ ਦਾ ਕੰਮ ਛੱਡ ਦੇਵੇ। ਸੋਚਣ ਜਿਆਦਾ ਹੋ ਜਾਂਦਾ ਹੈ, ਸਮਝਣ ਚ ਪੂਰਾ ਹੁੰਦਾ ਹੈ। ਜਦ ਬੁੱਧੀ ਸਮਝਦੀ ਹੈ ਫਿਰ ਪੂਰੀ ਹੈ, ਪੂਰੀ ਹੋ ਜਾਂਦੀ ਹੈ, ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਹੈ ਜੀ। ਜੇ ਬੈਟਰੀ ਚਾਰਜ ਹੈ, ਹੋਰ ਚਾਰਜ ਕਰਦੀ ਹੈ ਤਾਂ ਫੁੱਲ ਹੋ ਜੂਗੀ। ਜੇ ਚਾਰਜ ਕਰੀਏ ਨਾ ਉਹਦੇ ਤੇ ਲਾਈਟਾਂ ਜਗਾਈ ਜਾਈਏ, ਡੈਡ ਹੋ ਜੂਗੀ, ਖਤਮ ਹੋ ਜੂਗੀ। ਕਿਉਂਕਿ ਅਸੀਂ ਸੋਚਦੇ ਰਹਿਣਾ, ਬੁੱਧੀ ਸਾਡੀ ਖਤਮ ਹੋ ਜਾਂਦੀ। ਵਿਚਾਰਨ ਵਿੱਚ ਗੁਰਬਾਣੀ ਨੂੰ ਵਿਚਾਰ ਚ ਬੁੱਧੀ ਜਿਹੜੀ ਹੈ, ਜਾਂ ਅਸੀਂ ਵਿਚਾਰਦੇ ਹਾਂ ਫਿਰ ਆਪਣੇ ਆਪ ਨੂੰ ਜੁੜੇ ਹੋਏ ਹੁੰਦੇ। ਵਿਚਾਰਨ ਵਿੱਚ ਪੂਰਾ ਹੁੰਦਾ, ਸੋਚਣ ਵਿੱਚ ਅੱਧਾ ਹੁੰਦਾ। ਜਦ ਵਿਚਾਰਦਾ ਇਹਨੂੰ ਅਕਲ ਆਉਂਦੀ ਹੈ, ਇਹਨੂੰ ਗਿਆਨ ਇਹਦਾ ਵੱਧਦਾ। ਚਾਹੇ ਸਕੂਲ ਵਿੱਚ ਵੀ ਬੈਠਾ ਉਹ ਗਿਆਨ, ਚਾਹੇ ਉਹ ਵੀ ਗਿਆਨ ਹੈ ਤਾਂ ਵੀ ਪੂਰਾ। ਜਦੋਂ ਇਹਨੂੰ ਗਿਆਨ ਪ੍ਰਾਪਤ ਹੁੰਦਾ ਫਿਰ ਇਹ ਪੂਰਾ ਹੁੰਦਾ, ਸਾਬਤ ਹੁੰਦਾ। ਸਾਬਤ ਤੇ ਬਿਨਾਂ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਗਿਆਨ ਨਹੀਂ ਪ੍ਰਾਪਤ ਹੋ ਸਕਦਾ ਕਦੇ ਵੀ। ਕੋਈ ਵੀ ਗਿਆਨ ਪ੍ਰਾਪਤ ਹੋਵੇ ਸਾਬਤ ਨੂੰ ਹੀ ਹੁੰਦਾ। ਸੁਣੇ ਤੇ ਧਿਆਨ ਨਾਲ ਸੁਣੇ ਤੇ ਹੁੰਦਾ। ਹਾਂਜੀ। ਅਰਧੇ ਛਾੜ ਉਰਦ ਜੋ ਆਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ। ਅਰਧੇ ਛਾੜ ਉਰਦ ਜੋ ਆਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ। ਆ ਸਰੀਰ, ਅਰਧ ਸਰੀਰ, ਅਰਧ ਕਿਹਨੂੰ ਕਹਿੰਦੇ ਨੇ? ਆ ਬਾਹਰਲੇ ਸਰੀਰ ਨੂੰ ਕਹਿੰਦੇ ਨੇ ਅਰਧ। ਬਾਹਰਲੇ ਸਰੀਰ ਨੂੰ ਛੱਡ ਕੇ ਜਦ ਅੰਦਰ ਆ ਜਾਂਦਾ ਆਪਣੇ, ਬਾਹਰਲੇ ਸਰੀਰ ਦਾ ਧਿਆਨ ਨਹੀਂ ਛੱਡ ਦਿੰਦਾ, ਧਿਆਨ ਇਹਦਾ ਛੱਡ ਦਿੰਦਾ। ਇਹਦਾ ਧਿਆਨ ਪਰਮੇਸ਼ਰ ਨੇ ਰੱਖਣਾ। ਮੈਂ ਮਾਇਆ 'ਚ ਕੁਝ ਨਹੀਂ ਕਰ ਸਕਦਾ, ਦਖਲ ਦੇ ਸਕਦਾ, ਜੋ ਹੋਣਾ ਹੋਊਗਾ। ਅਰਧੇ ਛਾੜ ਉਰਦ ਜਾ ਵਾਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ। ਅਰਧਾ ਉਰਦ ਮਿਲਿਆ ਸੁਖ ਪਾਵਾ। ਮਿਲਿਆ ਸੁਖ ਪਾਵਾ। ਜਿਹੜਾ ਅੱਧਾ ਜੁੜਿਆ ਹੋਇਆ ਸੀ ਨਾ ਮਾਇਆ ਨਾਲ, ਮਨ ਅੱਧੀ ਮਾਇਆ ਸੀ, ਸਰੀਰ ਸੀ, ਅੱਧਾ ਆਪ ਸੀ, ਤਾਂ ਇੱਕ ਬਣਦਾ। ਮਾਇਆ ਦਾ ਵੀ ਇੱਕ ਤਾਂ ਬਣਦਾ, ਅੱਧੀ ਜੋਤ ਹੈ, ਅੱਧੀ ਮਾਇਆ। ਅਰਧੋ ਅਰਧ ਸੰਬੰਧ, ਦੋਵਾਂ ਦਾ ਅੱਧਾ ਪਾਰਟ ਹੈ। ਸਰੀਰ ਅਧੂਰਾ ਹੈ ਜੋਤ ਬਿਨਾਂ, ਜੋਤ ਅਧੂਰੀ ਹੈ ਸਰੀਰ ਬਿਨਾਂ। ਦੋਏ ਰਲ ਕੇ ਇੱਕ ਨੇ।
ਜਾਂ ਜੋਤ ਇਹਨੂੰ ਛੱਡ ਕੇ ਆਪਣੇ ਮੂਲ ਨਾਲ ਰਲ ਜਾਂਦੀ ਹੈ। ਸ਼ਬਦ ਵਿਚਾਰ ਨਾਲ ਜੋਤ ਪੂਰੀ ਹੋ ਸਕਦੀ ਹੈ। ਅੱਖਾਂ ਤੋਂ ਵੀ ਕੰਮ ਲੈਣਾ, ਦਿਮਾਗ ਤੋਂ ਵੀ ਕੰਮ ਲੈਣਾ, ਕੰਨਾਂ ਤੋਂ ਵੀ ਕੰਮ ਲੈਣਾ, ਕੰਮ ਲੈਣਾ ਪਰ ਪੂਰਾ ਹੋਣ ਵਾਸਤੇ ਕੰਮ ਲੈਣਾ। ਗੁਰਬਾਣੀ ਸੁਣਨੀ, ਸਮਝਣੀ ਹੈ, ਵਿਚਾਰਨੀ ਹੈ। ਸੰਸਾਰੀ ਗੱਲ ਨਹੀਂ ਕੋਈ ਸੁਣਨ ਦੀ ਲੋੜ, ਮਾਇਆ ਦੇ ਪਲਾਨਕ ਦੀ ਲੋੜ ਨਹੀਂ ਹੈ। ਸੋਚਣਾ ਨਹੀਂ ਹੈ, ਵਿਚਾਰਨਾ। ਵਿਚਾਰਨਾ ਕੀ ਹੈ? ਵਿਚਾਰਨਾ ਸ਼ਬਦ, ਗੁਰਬਾਣੀ ਵਿਚਾਰਨੀ। ਜੋ ਦੇਖ ਰਹੇ ਹਾਂ ਉਹ ਜੋ ਕੀ ਦੇਖਣਾ, ਕੁਦਰਤ ਦੇ ਵਿੱਚੋਂ ਕਾਦਰ ਨੂੰ ਦੇਖਣਾ, ਜੋ ਸੰਸਾਰ ਵੀ ਦੇਖਣਾ, ਇਹਦੇ ਚੋਂ ਕੀ ਦੇਖਣਾ? ਚਿੱਤਰ ਵੀ ਦੇਖਣਾ। ਜੇ ਵਿਚਿੱਤਰ ਇਹ ਜਿਵੇਂ ਧਿਆਨ ਚਿੱਤਰਕਾਰ ਚ ਲੱਭਣਾ, ਇਹਨੂੰ ਚਿੱਤਰਕਾਰ ਚ ਧਿਆਨ ਲੈ ਜਾਣਾ, ਸੰਸਾਰ ਚ ਨਹੀਂ ਰੱਖਣਾ। ਸੰਸਾਰ ਜੇ ਦੇਖਣਾ ਵੀ ਹੈ ਤਾਂ ਚਿੱਤਰੇ ਚਿੱਤਰਾ ਚਿੱਤਰੇ ਤੇਰਾ ਚਿੱਤਰ ਨੂੰ ਚਿਤੇਰੇ ਚ ਰੱਖਣਾ, ਵੀ ਆ ਬਣਾਉਣ ਵਾਲੇ ਦੇ ਵਿੱਚ ਰੱਖਣਾ। ਚਿੱਤਰ ਧਿਆਨ ਦੇਖਣਾ, ਚਿੱਤਰ ਧਿਆਨ ਚਿਤੇਰੇ ਚ ਰੱਖਣਾ। ਇਹ ਉਰਦ ਹੋ ਗਿਆ, ਪੁੱਠਾ ਹੋ ਗਿਆ, ਸੋਚ ਪੁੱਠੀ ਹੋ। ਸੰਸਾਰ ਦੀ ਸੋਚ ਨੂੰ ਪੁੱਠੀ ਸੋਚ ਹੋ ਗਈ, ਉਲਟ ਹੋ ਗਈ। ਚਿਤੇਰੇ ਵਿੱਚ ਧਿਆਨ ਹਰੇਕ ਦਾ ਨਹੀਂ ਹੁੰਦਾ। ਹਾਂਜੀ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਬਾਈ। ਨੰਨਾ ਨਿਰਖਤ, ਨਿਸ ਦਿਨ ਨਿਰਖਤ ਜਾਈ, ਨਿਸ ਦਿਨ ਨਿਰਖਤ ਜਾਈ। ਜੇ ਦਿਨ ਰਾਤ ਇਹ ਨਿਰੀਖਣ ਕਰਦਾ ਰਹਿੰਦਾ ਕਿ ਨਿਰਖਤ ਨੈਣ ਰਹੇ ਰਤਬਾਈ। ਨਿਰਖ ਕਰਦਾ ਰਹਿੰਦਾ, ਖੋਜ ਕਰ, ਨਿਰਖ ਕਰਨਾ, ਖੋਜ ਕਰਨਾ। ਚਿੱਤਰ ਵਿੱਚੋਂ, ਵਿਚਿੱਤਰ ਚਿੱਤਰ ਵਿੱਚੋਂ ਚਿੱਤਰਕਾਰ ਦੀ ਖੋਜ ਕਰਦਾ ਹੈ ਜਿਹਨੇ ਬਣਾਇਆ। ਜੇ ਉਹਨੂੰ ਇਹ ਦੇਖਦਾ ਦਿਨ ਰਾਤ, ਹੁਕਮ ਨੂੰ ਬੁੱਝਦਾ ਹੈ। ਹੁਕਮ ਨਾਲੇ ਬਣਿਆ ਨਾ ਸਭ ਕੁਛ। ਜੇ ਹੁਕਮ ਨੂੰ ਬੁੱਝ ਰਿਹਾ ਵਿੱਚ ਕੁਦਰਤ ਹਰ ਪ੍ਰਭ ਦੱਸਿਆ ਜੀ। ਬਸੇ ਜੀ। ਜੇ ਕੁਦਰਤ ਵਿੱਚੋਂ ਕਾਦਰ ਦੇ ਵਿੱਚ ਧਿਆਨ ਰੱਖਦਾ ਹੈ, ਦੇਖਦਾ ਕੁਦਰਤ ਨੂੰ ਹੈ, ਕਾਦਰ ਨੂੰ ਲੱਭਦਾ ਵਿੱਚੋਂ, ਕਾਦਰ ਨੂੰ ਸਮਝਦਾ ਵਿੱਚੋਂ। ਜੇ ਦਿਨ ਰਾਤ ਇਸ ਧਿਆਨ ਦੇ ਵਿੱਚ ਰਹਿੰਦਾ ਹੈ, ਬਸ ਇਹ ਦੇਖਦਾ ਦੇਖਦਾ ਕੀ ਕਰਦਾ? ਨੈਣ ਰਹੇ ਰਤਬਾਈ। ਰਤਬਾਈ। ਇਹਨਾਂ ਨੂੰ ਅੱਖ ਨੂੰ ਰੰਗ ਕਾਹਦਾ ਚੜ ਜਾਂਦਾ? ਉਹਦਾ ਸੱਚ ਦਾ ਹੀ ਰੰਗ ਚੜ ਜਾਂਦਾ। ਇਹਨੂੰ ਆਤਮਾ ਨੂੰ, ਆਤਮਾ ਰੱਖਾਂ ਅੱਡ ਅੱਡ ਨਹੀਂ ਹੋਣੀ ਚੀਜ਼। ਆਤਮਾ ਰੰਗ ਚੜ ਜਾਂਦਾ ਇਹਨੂੰ ਆਪਣਾ। ਆਤਮਾ ਦੇਖ ਰਿਹਾ ਵਿੱਚ, ਕੁਦਰਤ ਦੇ ਵੀ ਵਿੱਚ ਆਤਮਾ ਹੈ। ਦਰਖਤਾਂ 'ਚ, ਪੇੜਾਂ 'ਚ, ਪੌਦਿਆਂ 'ਚ ਫੁੱਲ ਲੱਗਦੇ ਨੇ, ਪੱਤੇ ਨਿਕਲਦੇ ਨੇ। ਕਿੰਨਾ ਚਿਰ ਨਿਕਲਦੇ ਨੇ? ਜਿੰਨਾ ਚਿਰ ਹਰਾ ਨਿਕਲਦੇ ਨੇ, ਜਾਂ ਸੁੱਕ ਜਾਂਦਾ ਫਿਰ ਨਹੀਂ ਨਿਕਲਦੇ। ਹਾਂ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਬਾਈ। ਨਿਰਖਤ ਨੈਣ ਰਹੇ ਰਤਬਾਈ। ਨਿਰਖਦੇ ਜਿਹੜੀਆਂ ਅੱਖਾਂ ਨੇ, ਨੈਣ ਰਹੇ ਰਤਬਾਈ, ਉਹਨਾਂ ਨੂੰ ਰੰਗ ਚੜ ਗਿਆ। ਰੰਗ ਚੜ ਗਿਆ ਉਹਦਾ ਹੀ। ਜੋ ਰੱਤੇ ਰੰਗ ਏਕੇ ਨਾਨਕ ਗੂੜਾ, ਰੰਗ ਨਾਮ ਦਾ ਰੰਗ ਚੜ ਜਾਂਦਾ, ਹੁਕਮ ਦਾ ਰੰਗ ਚੜ ਜਾਂਦਾ। ਹੁਕਮ ਦੀ ਖੋਜ ਕਰਦਾ ਜੇ, ਇਹਦੇ ਨਾਲ ਸੱਚ ਦਾ ਹੀ ਰੰਗ ਚੜ ਜਾਂਦਾ। ਹਾਂਜੀ। ਨਿਰਖਤ ਨਿਰਖਤ ਜਬ ਜਾਏ ਪਾਵਾ, ਤਬਲੇ ਨਿਰਖੇ ਨਿਰਖ ਮਿਲਾਵਾ। ਬਸ ਜੇ ਨਿਰਖਦਾ 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 ਹੁਕਮ ਜਦ ਬੁੱਝ ਲੈਂਦਾ, ਜਾਂ ਕਾਦਰ ਨੂੰ ਦੇਖ ਲੈਂਦਾ ਕੁਦਰਤ ਦੇ ਵਿੱਚੋਂ, ਜਾਂ ਪਾਵਾ, ਜਾਂ ਕਾਦਰ ਨੂੰ ਸਮਝ ਲੈਂਦਾ ਕੁਦਰਤ ਵਿੱਚੋਂ। ਜਿੱਦਣ ਦੇ ਸਮਝ ਆ ਗਿਆ ਨਾ ਗੱਲ, ਬਸ ਉਦੋਂ ਕੁਦਰਤ ਦੇ ਵਿੱਚ ਹੀ ਮਿਲ ਜਾਂਦਾ, ਕਾਦਰ ਦੇ ਨਾਲ ਹੀ ਇੱਕ ਹੋ ਜਾਂਦਾ। ਨਿਰਖਤ ਨਿਰਖਤ ਜਬ ਜਾਏ ਪਾਵਾ, ਜਬ ਜਾਏ ਪਾਵਾ, ਤਬਲੇ ਨਿਰਖੇ ਨਿਰਖ ਮਿਲਾਵਾ। ਜਿੱਦਣ ਹੁਕਮ ਬੁੱਝ ਲੈਂਦਾ ਉਦੋਂ ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੈ। ਹੁਕਮ ਬੂਝ ਪਰਮ ਪਦ ਪਾਈ। ਜਦ ਹੁਕਮ ਨੂੰ ਬੁੱਝ ਲੈਂਦਾ ਫਿਰ ਉਹਦੇ ਵਿੱਚ ਹੀ ਲੀਨ ਹੋ ਜਾਂਦਾ। ਹੁਕਮ ਬੂਝ ਪਰਮ ਪਦ ਪਾਈ, ਉਦੋਂ ਹੁਕਮ ਦਾ ਹੀ ਰੂਪ ਹੋ ਜਾਂਦਾ ਹੈ। ਤਬਲੇ ਨਿਰਖੇ ਨਿਰਖ ਮਿਲਾਵਾ। ਤਬਲਾ ਨਿਰਖ
ਜਿਹੜਾ ਜਿਹਨੂੰ ਨਿਰਖ ਰਿਹਾ ਹੈ, ਜਿਹਨੂੰ ਦੇਖ ਰਿਹਾ ਹੈ, ਉਹ ਇਹਨੂੰ ਲੈ ਕੇ ਆਪਣੇ ਵਿੱਚ ਲੀਨ ਕਰ ਲੈਂਦਾ। ਨਿਰਖ ਬੁਲਾਵਾ ਦੇਖਣ ਵਾਲੇ ਨੂੰ, ਜਿਹਨੂੰ ਦੇਖ ਰਿਹਾ ਹੈ, ਉਹ ਆਪਣੇ ਵਿੱਚ ਲੀਨ ਕਰ ਲੈਂਦਾ। ਜਿਵੇਂ ਦਰਿਆ ਸਮੁੰਦਰ ਨੂੰ ਦੇਖ ਲੈਂਦਾ, ਸਮੁੰਦਰ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਦਰਿਆ ਜਾਂ ਟੁੱਟਦਾ ਟੁੱਟਦਾ ਗਿਆ ਸਮੁੰਦਰ ਕੋਲ, ਸਮੁੰਦਰ ਨੂੰ ਉਹਨੇ ਦੇਖ ਲਿਆ। ਦਰਿਆ ਸਮੁੰਦਰ ਨੂੰ ਦੇਖਦਾ, ਸਮੁੰਦਰ ਦਰਿਆ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਬਸ।